जंक कहूँ शुद्धता की सार हो। कहूँ अकलंक, किते तो ऐसा स्वरूप है तेरा जिन्हों कलंक लगता ही नहीं, निकलंकी है। ਜਿਹੜਾ ਬ੍ਰਹਮ ਗਿਆਨ ਹੁੰਦਾ ਉਹਨੂੰ ਕਲੰਕ ਨਹੀਂ ਲੱਗਦਾ। ਕਿਉਂ ਨਹੀਂ ਕਲੰਕ ਲੱਗਦਾ? ਅਸਲ 'ਚ ਕਲੰਕ ਕੁਝ ਹੁੰਦਾ ਹੀ ਨਹੀਂ, ਕਲੰਕ ਆਪਣੇ ਆਪੇ ਲਾਉਂਦਾ। ਭਰਮ ਤਾਂ ਸਾਡੇ ਮੰਨਣ ਨਾਲ ਹੈ। ਜੇ ਅਸੀਂ ਪੁੰਨ ਪਾਪ ਨੂੰ ਮੰਨਦੇ ਹਾਂ ਤਾਂ ਭਰਮ ਹੁੰਦਾ। ਸਾਡੇ ਮੰਨਣ ਤੇ ਡਿਪੈਂਡ ਹੈ ਸਾਡਾ ਵਿਕਾਰ। ਵਿਕਾਰ ਕੋਈ ਨਹੀਂ ਲਾਉਂਦਾ ਸਾਨੂੰ, ਅਸੀਂ ਆਪ ਲਾਉਂਦੇ, ਐਕਸੈਪਟ ਕਰਦੇ ਹਾਂ ਵਿਕਾਰਾਂ ਨੂੰ। ਅਸੀਂ ਬਿਮਾਰੀਆਂ ਨੂੰ ਐਕਸੈਪਟ ਕਰਦੇ ਹਾਂ ਅਸੀਂ ਆਪ। ਅਕਲੰਕ ਹੈ, ਕਲੰਕ ਰਹਿਤ ਹੈ। कहूँ मारतम यंक, ਕਿਤੇ ਵਿਅੰਕ ਜਿਹੜਾ ਹੈਗਾ ਕਲੰਕ ਕਿਸੇ ਦਾ ਉਹਨੂੰ ਧੋ ਰਹੇ ਹਾਂ, ਆਪਣੇ ਨੂੰ ਧੋ ਰਹੇ ਹਾਂ ਜਾਂ ਕਿਸੇ ਦੇ ਨੂੰ ਧੋ ਰਹੇ ਹਾਂ। ਭਰਮ ਦਾ ਨਾਸ਼ ਕਰ ਰਹੇ ਹਾਂ। ਆਪਣੇ ਅੰਦਰ ਭਰਮ ਹੈ, ਉਹਦਾ ਵੀ ਅਸੀਂ ਗਿਆਨ ਨਾਲ ਨਾਸ਼ ਕਰ ਰਹੇ ਹਾਂ। ਉਪਦੇਸ਼ ਕਰਕੇ ਦੂਸਰੇ ਦਾ ਵੀ ਨਾਸ਼ ਕਰ ਰਹੇ ਹਾਂ। ਜਦੋਂ ਆਪਣਾ ਜਿਹੜੇ ਨਾਸ਼ ਕਰ ਲੈਂਦੇ ਨੇ ਕਲੰਕ, ਫਿਰ ਉਹ ਦੂਸਰੇ ਦਾ ਕਲੰਕ, ਦੂਸਰੇ ਦਾ ਭਰਮ ਨਾਸ਼ ਕਰਦੇ ਨੇ। ਜਿਵੇਂ ਗੁਰਬਾਣੀ ਸਾਡਾ ਭਰਮ ਨਾਸ਼ ਕਰਦੀ ਹੈ, ਭਗਤਾਂ ਨੇ ਲੋਕਾਂ ਦਾ ਭਰਮ ਨਾਸ਼ ਕੀਤਾ। ਉਹ ਵਿਅੰਕ ਜਿਹੜਾ ਹੈ ਉਹਨੂੰ ਮਾਰ ਰਹੇ ਨੇ, ਅਗਿਆਨਤਾ ਦਾ ਨਾਸ਼ ਕਰ ਰਹੇ ਨੇ। कहूँ पूर्ण प्रजंक, ਕਹੂੰ ਪੂਰਨ ਪ੍ਰਜੰਕ, ਕਿਤੇ ਪੂਰਾ ਕਰ ਰਹੇ ਨੇ ਗਿਆਨ। ਗਿਆਨ ਪੂਰਾ ਤੱਕ ਫੁੱਲ ਪੂਰਨ ਕਰ ਦੇਣਾ। ਪੂਰਨ ਪ੍ਰਜੰਕ ਹੁੰਦਾ ਪੂਰਨ ਕਰ ਦੇਣਾ ਗਿਆਨ। कहूँ शुद्धता की सार हो। ਕਹੋ ਸੁੱਧਤਾ ਕੀ ਸਾਰ ਹੋ, ਕਿਤੇ ਸੁੱਧਤਾ, ਸੁੱਧਤਾ ਹੁੰਦਾ ਹੈ ਸੋਝੀ ਆ ਜਾਣੀ। ਸੋਝੀ ਸਭ ਕਾਸੇ ਦੀ ਸੋਝੀ ਆ ਜਾਣੀ। ਆਤਮ ਗਿਆਨੀ ਹੋ ਜਾਣਾ, ਆਤਮ ਗਿਆਨੀ ਹੋ ਜਾਣਾ, ਆਤਮ ਗਿਆਨ ਦੀ ਸੋਝੀ ਆਣੀ ਆ ਜਾਣੀ। ਸੁੱਧਤਾ ਕੀ ਸਾਰ ਹੋ। कहूँ देव धर्म, कहूँ साधना के हर्म। ਕਹੂੰ ਦੇਵ ਧਰਮ, ਕਿਤੇ ਦੇਵ ਧਰਮ ਹੈ ਤੂੰ। ਦੇਵ ਧਰਮ ਤਾਂ ਜੋ ਇਹੀ ਹੁੰਦਾ ਵੀ ਚੰਗੇ ਕੰਮ ਕਰਨੇ ਨੇ। ਜਿਹੜੇ ਕੰਮ ਦਾ ਪਤਾ ਹੈ ਮਾੜਾ ਹੈ, ਚਾਹੇ ਉਹ ਮਾੜਾ ਹੋਵੇ ਵੀ ਨਾ। ਕਈ ਵਾਰ ਮਾੜਾ ਨਹੀਂ ਹੁੰਦਾ, ਉਹ ਮਾੜਾ ਸਮਝਦੇ ਹੁੰਦੇ ਨੇ ਦੇਵਤੇ। ਉਹ ਨਹੀਂ ਕਰਨਾ। ਜਿੰਨਾ ਕੁ ਪਤਾ ਹੈ ਬੁਰਾਈ ਦਾ, ਉਹ ਬੁਰਾਈ ਤੋਂ ਬਚ ਕੇ ਰਹਿਣਾ। ਪੁੰਨ ਪਾਪ ਦਾ ਪਤਾ ਨਹੀਂ ਹੈ, ਪੁੰਨ ਪਾਪ ਨੂੰ ਨਜ਼ਰ ਮੰਨੀ ਜਾਣਾ। ਜੇ ਨਜ਼ਰ ਪਤਾ ਨਹੀਂ, ਜਾਂ ਪਤਾ ਲੱਗ ਗਿਆ ਫਿਰ ਹਟ ਜਾਣਾ। ਹਾਂ, कहूँ देव धर्म, कहूँ साधना के हर्म। ਸਾਧਨਾ ਕੇ ਹਰਮ, ਕਿਤੇ ਸਾਧਨਾ ਦਾ ਕਰਮ, ਸਾਧਨਾ ਧਾਰਨ, ਸਾਧਨਾ ਕਰ ਰਹੇ ਹਾਂ। ਸਾਧਨਾ ਦਾ ਘਰ ਹੁੰਦਾ ਵੈਸੇ, ਹਰਮ ਕਰ ਨੂੰ ਕਹਿੰਦੇ ਨੇ। ਹਰਮ ਘਰ, ਜਿੱਥੇ ਇਸਤਰੀਆਂ ਬਸਦੀਆਂ ਹੁੰਦੀਆਂ ਨੇ ਉਹਨੂੰ ਹਰਮ ਕਹਿੰਦੇ ਨੇ। ਸਾਧਨਾ ਵਾਲੀ ਬੁੱਧੀ ਹੈ, ਸਾਧਨਾ ਵਾਲੀ ਮੱਤ ਹੈ। ਸਾਧਨਾ ਦੇ ਘਰ 'ਚ ਰਹਿਣਾ, ਸਾਧਨਾ ਦੀ ਹਾਜ਼ਰੀ 'ਚ ਰਹਿਣਾ। कहूँ कुत सत कुकर्म। ਕਿਤੇ ਕੁੱਤ ਸਤ ਕੁਕਰਮ ਕਰਨਾ, ਕਿਤੇ ਬਹੁਤ ਭੈੜੇ ਕੰਮਾਂ 'ਚ ਲੱਗਿਆ ਹੋਇਆ। ਭੈੜੇ ਕੰਮਾਂ 'ਚ ਲੱਗੇ ਹੋਏ ਨੇ, ਜਿਹੜੇ ਬਲੀਆਂ ਦਿੰਦੇ ਨੇ, ਦੂਏ ਦਾ ਬੱਚੇ ਮਾਰ ਦੇਣੇ, ਚਲੀਸੇ ਕੱਢਣੇ, ਸਿਲੇ ਕੱਢਣੇ, ਟੂਣੇ ਟਾਬਣ ਕਰਨੇ। ਇਹ ਭੈੜੇ ਕੰਮ। ਇਹ ਵੀ ਦੇਖੋ ਧਾਰਮਿਕ ਆਦਮੀ ਆ, ਉਹ ਵੀ ਧਾਰਮਿਕ ਆਦਮੀ ਨੇ। ਕੁੱਤ ਸਤ ਕੁਕਰਮ ਨੇ ਲੱਗੇ ਹੋਏ। कहूँ धर्म के प्रकार हो। ਕਹੂੰ ਧਰਮ ਕੇ ਪ੍ਰਕਾਰ ਹੋ, ਕਿਤੇ ਨਿਰੋਲ ਧਰਮ ਦਾ ਪ੍ਰਕਾਰ। ਨਿਰੋਲ ਧਰਮ ਕਰਦੇ, ਨਿਰੋਲ ਧਰਮ ਦੀ ਸਮਝ ਹੈ, ਉਹ ਨਿਰੋਲ ਧਰਮ ਦਾ ਪ੍ਰਚਾਰ ਹੈ। ਨਿਰੋਲ ਧਰਮੀ ਹੈ। कहूँ पौन आहारी, कहूँ विद्या के विचारी। ਕਿਤੇ ਪੌਣਹਾਰੀ, ਪੌਣਹਾਰੀ ਵੀ ਲੋਕ ਸੀ। ਕਿਤੇ ਵਿਦਿਆ ਕੇ ਵਿਚਾਰੀ। ਦੇਖੋ ਵਿਦਿਆ ਕੇ ਵਿਚਾਰੀ ਆ ਗਿਆ ਇੱਥੇ ਵੀ। ਵਿਦਿਆ ਜਿਹੜੀ ਹੈਗੀ ਬਿਨਾਂ ਵਿਚਾਰੇ ਤੇ ਵਿਦਿਆ ਨੁਕਸਾਨ ਬੜਾ ਕਰਦੀ ਹੈ। ਅਸਲ 'ਚ ਵਿਦਿਆ ਬਿਨਾਂ ਵਿਚਾਰੀ ਹੋਈ ਵਿਦਿਆ ਅਵਿਦਿਆ ਹੁੰਦੀ ਹੈ। ਜਿਹੜੀ ਬਿਨਾਂ ਵਿਚਾਰੀ ਹੋਈ ਵਿਦਿਆ ਨਾ, ਉਹ ਅਵਿਦਿਆ ਹੈ। ਉਹ ਪਿਛਲੇ ਜਿਹੜੇ ਭੈੜੇ ਕੰਮ ਕਰਨ ਵਾਲੇ ਨੇ, ਉਹ ਸਾਰੇ ਇਸੇ ਕਰਕੇ ਨੇ। ਵਿਦਿਆ ਵਿਚਾਰੀ ਹੋਈ ਨਹੀਂ ਉਹਨਾਂ ਦੀ। ਉਲਟੇ ਪਾਸੇ ਜਿਹੜੇ ਲੱਗੇ ਨੇ ਉਹਨਾਂ ਨੇ ਵਿਦਿਆ ਵਿਚਾਰੀ ਨਹੀਂ। ਵਿਦਿਆ ਵਿਚਾਰੀ ਤਾਂ ਪਰਉਪਕਾਰੀ ਹੈ। ਵਿਦਿਆ ਬਹੁਤ ਨੁਕਸਾਨ ਵਾਲੀ ਚੀਜ਼ ਹੈ। ਸੰਸਾਰੀ ਵਿਦਿਆ ਨੁਕਸਾਨ ਵਾਲੀ ਚੀਜ਼ ਹੈ। ਜੋ ਸਾਨੂੰ ਪੜ੍ਹਾਤਾ ਸੰਸਾਰ 'ਚ ਵੀ ਆ, ਮਾਂ ਹੈ, ਪਿਓ ਹੈ, ਇਹ ਹੈ, ਉਹ ਹੈ, ਤੇਰਾ ਹੈ, ਮੇਰਾ ਹੈ, ਮਰਨਾ ਜੰਮਣਾ, ਇਹ ਸਭ ਉਲਟ ਹੈ। ਇਹਦੀ ਵਿਚਾਰ ਕਰਦੀ
ਇਹ ਰੱਦ ਕਰਦੀ ਹੈ ਬਾਣੀ। ਆਤਮਾ ਤੋਂ ਆਤਮਾ ਨਹੀਂ ਪੈਦਾ ਹੋ ਸਕਦੀ, ਇਸ ਕਰਕੇ ਮਾਂ ਪਿਓ ਆਤਮਾ ਦਾ ਨਹੀਂ ਹੋ ਸਕਦਾ। ਬੋਲਦੀ ਆਤਮਾ ਮੇਰਾ ਪਿਓ, ਵਿਚਾਰ ਕਰੀਏ ਤਾਂ ਇੱਥੋਂ ਬਦਲਣਾ ਪਊਗਾ। ਉਹ ਕਹਿੰਦਾ ਵਾਸੋ ਵਾਸ ਉਪਜਿਆ, ਤੇਰਾ ਪਿਓ ਕੌਣ ਹੈ? ਆਪਣਾ ਲੱਭ, ਤੂੰ ਤਾਂ ਚੇਤਨ ਹੈ। ਚੇਤਨ ਨਹੀਂ ਪੈਦਾ ਕਰ ਸਕਦਾ ਦੂਜਾ। ਤੇਰੇ ਅੰਦਰਲਾ ਤੇਰਾ ਮੂਲ ਨੇ ਤੈਨੂੰ ਪੈਦਾ ਕੀਤਾ। ਇਸ ਕਰਕੇ ਆਪ ਪਿਤਾ ਆਪ ਮਾਇਆ, ਆਪ ਹੈ ਆਪਣਾ ਪਿਤਾ, ਆਪ ਹੈ ਆਪਣੀ ਮਾਇਆ। ਹਰ ਜੀਓ ਪਿਤਾ ਹਰ ਜੀਓ ਮਾਤਾ। ਹਾਂ, ਅੰਦਰਲਾ ਜਿਹੜਾ ਇਹਦਾ ਮੂਲ ਹੈ ਉਹੀ ਇਹਦਾ ਪਿਤਾ, ਉਹੀ ਇਹਦੀ ਮਾਂ। ਆਪ ਪਿਤਾ ਆਪ ਮਾਇਆ ਹੋਰ ਗੱਲ ਹੈ, ਹਰ ਜੀਓ ਹੋਰ ਗੱਲ ਹੈ। ਉਹ ਤੇ ਭੁਲੇਖਾ ਪੈ ਜੂਗਾ ਜੇ ਹਰ ਜੀਓ ਕਹਾਂਗੇ ਹਰ ਜੀਓ ਸਭ ਦਾ ਮਾਇਆ, ਉਹ ਗੱਲ ਹੋਰ ਹੈ। ਤੇਰਾ ਮੂਲ ਹੈ ਤੇਰਾ ਪਿਤਾ, ਹਰ ਕਿਸੇ ਦਾ ਮੂਲ ਹੈ ਹਰ ਕਿਸੇ ਦਾ ਪਿਤਾ। ਇਹ ਆਪੇ ਪਿਤਾ ਆਪੇ ਮਾਇਆ, ਇੱਕ ਹੈ ਜਿਹੜਾ ਇੱਕ। ਆਪ ਪਿਤਾ ਆਪ ਮਾਇਆ, ਆਪਣਾ ਜੀਵ ਨੇ ਆਪਣਾ ਮਨ ਆਪ ਪੈਦਾ ਕੀਤਾ। ਆਪਣਾ ਮਨ ਆਪੇ ਪੈਦਾ ਕਰਨਾ ਪੈਂਦਾ। ਉਹੀ ਹੈ ਮਨ ਜਿਹੜਾ ਪੈਦਾ ਹੋਇਆ। ਉਹ ਕੀ ਹੈ? ਉਹ ਰਵਿਦਾਸ ਕਹਿੰਦਾ ਨਾ, ਕੁਭੰਤੀ ਜਨਮ ਹੋ ਗਿਆ। ਮਨ ਪੈਦਾ ਕਰਨਾ ਕੁਭੰਤੀ ਜਨਮ ਹੋਣਾ। ਸੁਭੰਤੀ ਜਨਮ ਕਿਵੇਂ ਹੁੰਦਾ ਹੈ? ਚਿੱਤ ਦਾ ਜਨਮ ਲੈਣਾ, ਮਨ ਉਹਦੇ ਵਿੱਚ ਲੀਨ ਹੋਵੇ, ਚਿੱਤ ਜਨਮ ਲਵੇ। ਮਨ ਜਾਂ ਜਨਮ ਲੈਂਦਾ ਕਲਪਨਾ ਪੈਦਾ ਹੁੰਦੀ ਹੈ, ਕਲਪਨਾ ਪੈਦਾ ਹੁੰਦੀ ਹੈ। ਮਨ ਭਾਉਂਦਾ ਜਿਹੜਾ ਹੁਕਮ ਉਹ ਪੈਦਾ ਹੁੰਦਾ। ਹੁਕਮ ਕੀ ਹੈ? ਮਨ ਭਾਉਂਦੇ। ਝੂਠਾ ਹੁਕਮ ਪੈਦਾ ਹੁੰਦਾ, ਸੱਚੇ ਹੁਕਮ ਨਾਲ ਉਹਦਾ ਵਿਰੋਧ ਹੁੰਦਾ। ਇਹ ਕੁਭੰਤੀ ਜਨਮ। ਜੇ ਇਹ ਜਨਮ ਨਹੀਂ ਹੁੰਦਾ ਤਾਂ ਫਿਰ ਉਹ ਦੂਆ ਜਨਮ ਹੁੰਦਾ। ਹੁਕਮ ਦੇ ਵਿੱਚ ਸਮਾਉਂਦਾ ਫਿਰ ਜਨਮ ਲੈ ਕੇ। ਇਹਨੂੰ ਹੁਕਮ ਸੁਣਦਾ, ਉਹਦੇ ਵਿੱਚ ਸਮਾ ਜਾਂਦਾ। ਹੁਕਮ ਇਹਦੇ ਅੰਦਰੋਂ ਹੀ ਪ੍ਰਗਟ ਹੁੰਦਾ, ਐ ਕਹਿ ਲਓ। ਇੱਕ ਹੋਏ ਤਾਂ ਉਗਵੇ, ਉਹ ਉੱਗਿਆ, ਹੁਕਮ ਉੱਗਿਆ, ਫਿਰ ਹੁਕਮ ਰੂਪ ਹੋ ਕੇ ਉੱਗਿਆ। ਇਹ ਉਹ ਸੁਭੰਤੀ ਜਨਮ ਹੈ, ਇਹ ਕੁਭੰਤੀ ਜਨਮ ਹੈ। ਵਿਦਿਆ ਵਿਚਾਰੇ ਦੇ ਬਿਨਾਂ ਕੁਭੰਤੀ ਜਨਮ ਹੋਊਗਾ। ਵਿਦਿਆ ਵਿਚਾਰੇ ਦੇ ਬਿਨਾਂ ਕੁਭੰਤੀ ਜਨਮ ਹੈ। ਇਹ ਕੁਭੰਤੀ ਜਨਮ ਹੋਇਆ ਜੇ ਵਿਦਿਆ ਪੜ੍ਹ ਲਈ, ਫਿਰ ਉਸ ਪਿੱਛੇ ਨੂੰ ਆਏ ਨਹੀਂ ਸਕਦਾ, ਕਹਾਂ ਜਾਊਗਾ। ਅਗਿਆਨਤਾ ਵਧੂਗੀ ਉਹਦੇ ਨਾਲ। ਇਸ ਕਰਕੇ ਜਿਹੜੇ ਵਿਦਵਾਨ ਨੇ ਉਹ ਕਦੇ ਵੀ ਸੱਚ ਵਾਲੇ ਰਾਹ ਨਹੀਂ ਆ ਸਕਦੇ ਜਿੰਨਾ ਚਿਰ ਵਿਦਿਆ ਵਿਚਾਰਨਗੇ ਨਹੀਂ। ਜਦ ਵਿਦਵਾਨ ਵਿਦਿਆ ਵਿਚਾਰਦਾ ਫਿਰ ਵਿਦਵਾਨ ਨਹੀਂ ਰਹਿੰਦਾ। ਸੰਤ ਜਦ ਭਗਤੀ ਕਰਦਾ ਫਿਰ ਸੰਤ ਨਹੀਂ ਰਹਿੰਦਾ, ਫਿਰ ਭਗਤ ਬਣ ਜਾਂਦਾ। ਇਸ ਕਰਕੇ ਗੁਰਬਾਣੀ ਸਾਰੀ ਭਗਤਾਂ ਦੇ ਚੱਲੇ ਖੇਟ ਹੈ। ਸੰਤ ਨਹੀਂ ਕਹਾਏ, ਉਹ ਭਗਤ ਕਹਾਏ ਨੇ। ਇਹ ਵੀ ਜਿਹੜਾ ਵਿਦਵਾਨ ਆ ਖੋਜੀ ਹੋ ਜਾਂਦਾ। ਫਿਰ ਜਦ ਵਿਦਿਆ ਵਿਚਾਰਦਾ, ਖੋਜੀ ਹੋ ਕੇ ਵਿਚਾਰਦਾ, ਉਹ ਕਹਿੰਦਾ ਵੀ ਇਹ ਤਾਂ ਸਾਰਾ ਗਲਤ ਹੈ। ਬੰਦਾ ਤਾਂ ਕੋਈ ਹੈ ਹੀ ਨਹੀਂ, ਮਾਂ ਬਾਪ ਤਾਂ ਕੋਈ ਹੁੰਦਾ ਹੀ ਨਹੀਂ, ਪੂਰਬ ਪੱਛਮ ਤਾਂ ਕੋਈ ਹੁੰਦਾ ਹੀ ਨਹੀਂ। ਉਹ ਸਾਰੀ ਵਿਦਿਆ ਜਿਹੜੀ ਮਨਮੁਖਾਂ ਦੀ ਵਿਦਿਆ ਨਾ ਸੰਸਾਰੀ, ਸਾਰੀ ਰੱਦ ਕਰ ਦਿੰਦਾ। ਜਿਹਨੂੰ ਧਨ ਕਹਿੰਦੇ ਤਾਂ ਧਨ ਹੈ ਹੀ ਨਹੀਂ। ਗਿਆਨੀਆਂ ਦਾ ਤਾਂ ਨਾਮ ਹੈ, ਤਾਂ ਹੀ ਕਿਹਾ ਨਾ ਵਿਦਿਆ ਵਿਚਾਰੀ ਹੋਈ ਤੇ ਕਿਹਾ ਨਾ ਗਿਆਨੀਆਂ ਦਾ ਤਾਂ ਨਾਮ ਹੈ। ਕੰਗਾਲ ਨਹੀਂ ਰਹਿੰਦਾ। ਕੰਗਾਲ ਉਹ ਜਿਹਦੇ ਕੋਲ ਨਾਮ ਨਹੀਂ ਹੈ। ਜਿਹੜਾ ਸੰਸਾਰੀ ਜਿਹਨੂੰ ਅਸੀਂ ਅਮੀਰ ਕਹਿੰਦੇ ਅਮੀਰ ਨਹੀਂ ਹੁੰਦਾ, ਉਹਦਾ ਕੰਗਾਲ ਹੈ। ਜਿਹਦੇ ਨੱਕ ਨਾ ਹੋਵੇ ਆ ਬਾਹਰਲਾ, ਉਹ ਨਕਟਾ ਨਹੀਂ ਹੁੰਦਾ। ਨਾਮ ਬਿਨਾਂ ਸਾਰੇ ਨਕਟੇ ਹੁੰਦੇ ਨੇ। ਜਿਹਦੇ ਬਾਹਰਲੀਆਂ ਅੱਖਾਂ ਨਾ ਹੋਣ ਉਹਨਾਂ ਨਹੀਂ ਹੁੰਦਾ। ਅੰਤੇ ਇਹਨਾਂ ਅੱਖੀਆਂ ਦੀਆਂ ਮੁਖ ਲੋਣ ਨਾ ਹੈ। ਅੰਤੇ ਸਹੀ ਨਾਨਕਾ ਜੋ ਖਸਮੇ ਕੋ, ਸਾਰੀ ਭਾਸ਼ਾ ਬਦਲਤੀ। ਇਹ ਵਿਦਿਆ ਕੀ ਵਿਚਾਰ ਹੈ। ਜੇ ਵਿਦਿਆ ਵਿਚਾਰੇ ਤੇ ਬਿਨਾਂ ਬ੍ਰਹਮ ਗਿਆਨ ਦਾ ਸਮਝ ਨਹੀਂ ਆ ਸਕਦੀ। ਇਹੀ ਕਾਰਨ ਲੈਣਾ ਵਿਦਵਾਨਾਂ ਨੂੰ। ਖੱਜਲ ਹੁੰਦੇ ਨੇ, ਖੱਜਲ। ਚਾਰ ਅੱਖਰ ਪੜ੍ਹ ਲਏ ਇੱਕ ਦੂਏ ਨਾਲ। ਇਤਿਹਾਸ ਜ਼ਿਆਦਾ ਨਾ ਕੋਈ ਇਤਿਹਾਸ ਹੁੰਦਾ, ਹੋਰ ਕੁਛ ਨਹੀਂ ਹੁੰਦਾ। ਆਹ ਨਹੀਂ ਗੱਲ ਹੁੰਦੀ ਇਹਨਾਂ ਕੋਲ ਬਿਲਕੁਲ ਵੀ। ਇਹ ਤਾਂ ਗੱਲੇ ਹੀ ਨਾ। ਜੇ ਹੋਵੇ ਫਿਰ ਤਾਂ ਇਹਨਾਂ ਦੀ ਉਹੀ ਮੱਤ ਮਾਰੀ ਜਾਂਦੀ ਹੈ।
ਫਿਰ ਤਾਂ ਇਹਦੀ ਖੋਜ ਨੂੰ ਤੁਰ ਪੈਣੇ। ਇੱਧਰ ਦਾ ਬਾਜ਼ਾਰ 'ਚ ਨਹੀਂ ਜਾਂਦੇ ਇਹ ਤਾਂ ਬਾਹਰਲੇ ਦੂਏ ਬਾਜ਼ਾਰ। ਇਹ ਤਾਂ ਅੱਖਾਂ ਦੇ ਉੱਤੇ ਵਿਸ਼ਵਾਸ ਕਰ, ਜੋ ਅੱਖਾਂ ਨੂੰ ਦਿੰਦੇ ਇਹਨਾਂ ਵਾਸਤੇ ਸੱਚ ਹੈ। ਗੁਰਬਾਣੀ ਕਹਿੰਦੀ ਜੋ ਅੱਖਾਂ ਨੂੰ ਦਿੰਦੇ ਸਾਰਾ ਝੂਠ ਹੈ। ਜੋ ਅੱਖਾਂ ਨੂੰ ਦਿੰਦੇ ਉਹ ਅੱਖਰ ਨੇ ਸਾਰੇ। ਦ੍ਰਿਸ਼ਟਮਾਨ ਅੱਖਰ ਹੈ ਚੇਤਾ। ਇਹ ਅੱਖਰ ਨੂੰ ਸ਼ਬਦ ਕਹੀ ਜਾਂਦੇ ਨੇ, ਸ਼ਬਦ ਗੁਰੂ ਹੈ। ਵਿਦਵਾਨ ਕਹਿੰਦੇ ਨੇ ਨਾ, ਜਿਹੜੇ ਅੱਖਰ ਨੂੰ ਸ਼ਬਦ, ਅੱਖਾਂ ਨੂੰ ਦੇਖਣ ਵਾਲੀ ਚੀਜ਼ ਨੂੰ ਸ਼ਬਦ ਕਹਿੰਦੇ ਨੇ, ਉਹ ਵਿਦਵਾਨ ਹੋ ਸਕਦੇ ਨੇ, ਗੁਰਮੁਖ ਨਹੀਂ ਹੋ ਸਕਦੇ। ਵਿਦਿਆ ਨਹੀਂ ਨਾ ਵਿਚਾਰੀ। ਸ਼ਬਦ ਦਾ ਕੰਨਾਂ ਦਾ ਵਿਸ਼ਾ ਅੱਖਾਂ ਦਾ ਹੈ ਹੀ ਨਹੀਂ। ਜੋ ਦੀਦਾ ਉਹਦਾ ਅੱਖਰ ਨੇ। ਗੁਰਬਾਣੀ ਵੀ ਕਹਿੰਦੇ ਇਹਨਾਂ ਅੱਖਰਾਂ ਮੈਂ ਕੋਈ ਗੁਰਮੁਖ ਖੋਜੇ ਤਾਂ ਸਿਰ ਲਿਖਣਾ ਹੋਏ। ਭਾਵੇਂ ਪੋਥੀ ਸਾਹਿਬ ਪਰਮੇਸ਼ਰ ਦਾ ਥਾਨ ਹੈ, ਪਰਮੇਸ਼ਰ ਨਹੀਂ ਹੈ, ਉਹਦੀ ਜਗ੍ਹਾ ਹੈ, ਪਰ ਇਹਦਾ ਅੱਖਰ ਨੇ। ਇਹ ਸ਼ਬਦ ਦਾ, ਗੁਰਬਾਣੀ ਦਾ ਆਖਰੀ ਰੂਪ ਹੈ। ਬੋਲੇ ਤੇ ਗੁਰਬਾਣੀ ਬਣਨੀ ਹੈ। ਉਹ ਜਿਹੜੀ ਬਾਣੀ ਹੈ ਉਹ ਇਦੋਂ ਕਹਾਂ ਹੈ। ਗੁਰਬਾਣੀ ਕਿਸੇ ਨਾਲ ਜੋੜਦੀ ਹੈ, ਅਸੀਂ ਗੁਰਬਾਣੀ ਨਾਲ ਨਹੀਂ ਜੁੜਨਾ। ਅਸੀਂ ਉਹਦੇ ਨਾਲ ਜੁੜਨਾ ਜਿਹਦੇ ਨਾਲ ਗੁਰਬਾਣੀ ਜੋੜਦੀ ਹੈ। ਜੇ ਗੁਰਬਾਣੀ ਨਾਲ ਜੁੜ ਜਾਾਂਗੇ ਤਾਂ ਇੱਥੇ ਹੀ ਰਹਿ ਜਾਾਂਗੇ, ਮੱਥੇ ਟੇਕਦੇ ਹੀ ਰਹਿ ਜਾਾਂਗੇ। ਫਿਰ ਮੱਥੇ ਟੇਕਦੇ ਆ, ਪਾਠ ਕਰਦੇ, ਪਾਠ ਪੜ੍ਹਿਓ ਜਿਵੇਂ ਉਹ ਕਰਦੇ ਸੀ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਜੇ ਜਿੱਥੇ ਗੁਰਬਾਣੀ ਕਹਿੰਦੀ ਹੈ ਉਹਦੇ ਨਾਲ ਜੁੜਾਂਗੇ, ਫਿਰ ਗੱਲ ਗੁਰਬਾਣੀ ਕੁਝ ਕਹਿ ਰਹੀ ਹੈ ਜੁੜਨ ਨੂੰ, ਉੱਥੇ ਜੁੜਨਾ ਹੈ। ਗੁਰਬਾਣੀ ਨਾਲ ਨਹੀਂ ਜੁੜਨਾ। ਗੁਰਬਾਣੀ ਨੂੰ ਸਮਝ ਕੇ ਜਿੱਥੇ ਜੋੜਦੀ ਹੈ ਉੱਥੇ ਜੁੜਨਾ। ਗੁਰਬਾਣੀ ਨਾਲ ਜੁੜਨ ਦੀ ਬਜਾਏ ਗੁਰਬਾਣੀ ਨੂੰ ਮੰਨਣਾ ਕਹੋ ਤੁਸੀਂ। ਇਹ ਕਹਿੰਦੇ ਗੁਰਬਾਣੀ ਨਾਲ ਜੁੜੋ, ਗੁਰੂ ਨਾਲ ਜੁੜੋ। ਇਹ ਕਿਉਂ ਕਹਿੰਦੇ ਨੇ? ਤਾਂ ਗੋਲ ਕਤਰ ਕਹਿੰਦੇ ਵੀ ਹੋਰ ਕਿਤੇ ਨਾ ਜਾਓ, ਇੱਥੇ ਹੀ ਮੱਥਾ ਟੇਕਿਆ ਕਰੋ ਆ ਕੇ। ਵੋਟਾਂ ਸਾਡੀਆਂ, ਚੜਾਵਾ ਸਾਡਾ। ਕਲੀਅਰ ਨਹੀਂ ਕਰਦੇ ਗੱਲ। ਕਲੀਅਰ ਕਿਉਂ ਨਹੀਂ ਕਰਦੇ ਗੱਲ? ਇਹ ਕਿਉਂ ਨਹੀਂ ਕਹਿੰਦੇ ਵੀ ਜਿੱਥੇ ਗੁਰਬਾਣੀ ਜੋੜਦੀ ਉੱਥੇ ਜੁੜੋ? ਗੁਰਬਾਣੀ ਦਾ ਇੱਕ ਸ਼ਬਦ ਉਪਦੇਸ਼ ਹੈ। ਉਪਦੇਸ਼ ਕੁਝ ਕਹਿ ਰਿਹਾ ਹੈ, ਜੋ ਕਹਿ ਰਿਹਾ ਉਹ ਕਰੋ, ਉੱਥੇ ਜੁੜੋ ਜਿੱਥੇ ਕਹਿ ਰਹੀ ਹੈ। ਇਹ ਨਹੀਂ ਕਹਿੰਦੇ, ਜਾਂ ਤਾਂ ਇਹਨਾਂ ਨੂੰ ਸਮਝ ਨਹੀਂ ਹੈ, ਜਾਂ ਉਹਨਾਂ ਦਾ ਭਾਵਨਾ ਕਹਿਣ ਦੀ ਇਹੀ ਹੈ, ਪਰ ਕਹਿ ਨਹੀਂ ਪਾ ਰਹੇ ਗੱਲ। ਭਾਵਨਾ ਤਾਂ ਇਹੀ ਹੋਵੇ ਕਹਿਣ ਦੀ, ਪਰ ਉਲਟ ਕਹੀ ਜਾਂਦੇ। ਹੁਣ ਇਹ ਵੀ ਹੋ ਸਕਦਾ, ਪਤਾ ਹੀ ਨਹੀਂ ਹੈ ਵੀ ਕਹਿਣਾ ਕੀ ਹੈ। ਅਸਲ 'ਚ ਜਿੱਥੇ ਗੁਰਬਾਣੀ ਜੋੜਦੀ ਹੈ ਉੱਥੇ ਜੁੜਨਾ। ਨਾ ਜਿਨ੍ਹਾਂ ਨੇ ਗੁਰਬਾਣੀ ਲਿਖੀ ਹੈ ਉਹਨਾਂ ਨਾਲ ਜੁੜਨ ਦੀ ਲੋੜ ਹੈ, ਨਾ ਕਿਸੇ ਸਥਾਨ ਨਾਲ ਜੁੜਨ ਦੀ ਲੋੜ ਹੈ। ਜੋ ਗੁਰਬਾਣੀ ਕਹਿੰਦੀ ਹੈ, ਗੁਰ ਕਹਿਆ ਸਾਕਾਰ ਕਮਾਵੋ। ਗੁਰਬਾਣੀ ਦਾ ਕੁਝ ਕਹਿ ਰਹੀ ਹੈ, ਉਹ ਕਾਰ ਕਮਾਉਣੀ ਹੈ। ਗੁਰਬਾਣੀ ਕਹੇ ਅਸਲੀ, ਹਾਂ, ਗੁਰਬਾਣੀ ਕਹੇ ਸੇਵਕ ਜਨ ਮਨ। ਇਹਦੀ ਗੱਲ ਮੰਨਣੀ ਹੈ, ਜੋ ਕਿਹਾ ਮੰਨਣਾ। ਚਲੋ ਉਹਨੂੰ ਜੇ ਜੁੜਨਾ ਵੀ ਕਹਿ ਲਈਏ ਕੋਈ ਗੱਲ ਨਹੀਂ। ਜੇ ਇਸ ਗੱਲ ਨੂੰ ਅਸੀਂ ਗੁਰਬਾਣੀ ਮੰਨਣ ਨੂੰ ਜੁੜਨਾ ਕਹਿ ਲਈਏ ਫਿਰ ਕੋਈ ਗੱਲ ਨਹੀਂ। ਪਰ ਜੁੜਨ ਦਾ ਮਤਲਬ ਇਹ ਨਾ ਲੈ ਲਿਓ ਵੀ ਇਹਦੇ ਨਾਲ ਮੱਥਾ ਟੇਕ ਕੇ ਘਰ ਨੂੰ ਆ ਜਾਣਾ। ਇਹਦੇ ਬਿਨਾਂ ਹੋਰ ਕਿਸੇ ਨੂੰ ਮੰਨਣਾ ਹੀ ਨਹੀਂ। ਵੀ ਬੜੀ ਮਿਸਾਲ ਨਹੀਂ, ਮੱਥਾ ਟੇਕਣਾ ਇੱਥੇ ਹੀ ਟੇਕਣਾ ਗੁਰਦੁਆਰੇ ਮੱਥਾ। ਇਹ ਅਰਥ ਨਹੀਂ ਹੈ, ਇਹ ਨਹੀਂ ਅਰਥ। ਇਹ ਲੈ ਲਾਂਗੇ ਫਿਰ ਤਾਂ ਮੂਰਤੀ ਪੂਜਾ ਦੀ ਜਗ੍ਹਾ ਹੀ ਆ ਜੂ। ਇਹ ਫਿਰ ਤਾਂ ਜਾਈ ਜੀ ਉਹ ਮੂਰਤੀ ਪੂਜਾ ਉਹ ਜੀ ਹੈ, ਫਿਰ ਇੱਥੇ ਹੀ ਰਹਿ ਜੂ ਗੱਲ। ਇਹ ਗੱਲ ਸਮਝਣ ਵਾਲੇ ਨੂੰ ਪੂਰੀ ਸਮਝਾਈਏ ਨਾ, ਜੇ ਉਹ ਭੁਲੇਖੇ 'ਚ ਰਹਿ ਜਾਂਦਾ। ਆਮ ਜਨਤਾ ਨੂੰ ਕੀ ਪਤਾ? ਜੇ ਬੱਚੇ ਨੂੰ ਕਹਿ ਦਈਏ ਇਹਨੂੰ ਮੰਨਣਾ, ਇਹਨੂੰ ਨਹੀਂ ਮੰਨਣਾ, ਉਹ ਇਹਨੂੰ ਮੱਥਾ ਟੇਕਣ ਲੱਗ ਜੂ। ਉਹ ਤਾਂ ਇੰਨੀ ਹੈ ਵੀ ਇੱਧਰ ਨਹੀਂ ਭਾਈ ਮੱਥਾ ਟੇਕਣਾ, ਇੱਥੇ ਟੇਕਣਾ। ਇੰਨੀ ਉਹ ਗੱਲ ਕਹਿਤੀ ਨਾ, ਗਾਹਾਂ ਤਾਂ ਕਹੀ ਨਹੀਂ ਉਹਨੂੰ ਕੁਛ। ਉਹਨੂੰ ਕੀ ਪਤਾ ਲੱਗੂ ਕਰਨਾ ਕੀ ਹੈ? ਗੁਰਬਾਣੀ ਕਹੇ ਸੇਵਕ ਜਨ ਮਨ। ਜੋ ਕਹਿ ਰਹੀ ਹੈ ਗੁਰਬਾਣੀ ਮੰਨਣੀ ਹੈ ਗੱਲ। ਜੋ ਮੰਨਣੀ ਨਹੀਂ ਫਿਰ ਸਿੱਖ ਨਹੀਂ। ਗੁਰੂ ਦੀ ਗੱਲ ਨਹੀਂ ਮੰਨਣੀ ਤਾਂ ਸਿੱਖਾ ਦਾ ਰਹਿ ਗਿਆ। ਫਿਰ ਸਿੱਖੀ ਮੰਨਣ ਜਾ, ਨਾ ਮੰਨਣ 'ਚ ਕੋਈ ਸਿੱਖੀ ਨਹੀਂ। ਖਾਲੀ ਮੱਥਾ ਟੇਕਣਾ ਕੋਈ ਸਿੱਖੀ ਨਹੀਂ।
ਖਾਲੀ ਪੌੜ ਲੈਣ ਨਾਲ ਕੋਈ ਸਿੱਖੀ ਨਹੀਂ, ਖਾਲੀ ਬਾਣਾ ਪਾਉਣ ਨਾਲ ਕੋਈ ਸਿੱਖੀ ਨਹੀਂ। ਸਿੱਖੀ ਤਾਂ ਸਿੱਖਿਆ ਹੈ, ਸਿੱਖੀ ਸਿੱਖਿਆ, ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰਧਾਰਾ ਹੈ। ਸਿੱਖੀ ਤਾਂ ਇੱਕ ਵਿਚਾਰਧਾਰਾ ਹੈ, ਉਹ ਵਿਚਾਰਧਾਰਾ ਅਡਾਪਟ ਕਰਨੀ ਹੈ, ਉਹ ਰਸਤੇ ਮਾਰਗ ਤੇ ਚੱਲਣਾ ਹੈ, ਇਹਦਾ ਨਾਮ ਸਿੱਖੀ ਹੈ। ਮਾਰਗ ਪੰਥ ਹੈ, ਆਦਮੀਆਂ ਦਾ ਇਕੱਠ ਪੰਥ ਨਹੀਂ ਹੁੰਦਾ। ਇੱਕ ਆਦਮੀਆਂ ਦੇ ਇਕੱਠ ਨੂੰ ਪੰਥ ਕਰਨ ਲੱਗੇ, ਨਵਾਂ ਹੀ ਕੰਮ। ਉਹ ਪੰਥੀ ਨੇ ਇਹ ਜਿਹੜੇ ਤੁਰ ਰਹੇ ਨੇ ਰਸਤੇ, ਪੰਥ ਨਹੀਂ ਹੁੰਦਾ, ਪੰਥੀ ਨੂੰ ਪੰਥ ਕਹਿਣ ਲੱਗੇ। ਵਿਦਿਆ ਨਹੀਂ ਨਾ ਵਿਚਾਰੀ, ਮਹਾਮੂਰਖ ਦੇ ਜਿਹੜੇ ਪੰਥ ਕਹਿੰਦੇ ਨੇ ਆਦਮੀਆਂ ਨੂੰ, ਉਹਨਾਂ ਨੂੰ ਸਮਝੇ ਕੋਈ ਨਹੀਂ ਹੈ ਗੁਰਬਾਣੀ ਦੀ। ਆਦਮੀ ਦਾ ਇਕੱਠ ਸੰਗਤ ਕਹਿ ਸਕਦੇ ਹੋ ਤੁਸੀਂ ਉਹਨੂੰ, ਸੰਗਤ ਤਾਂ ਕਹਿ ਸਕਦੇ ਆ, ਪੰਥ ਨਹੀਂ ਕਹਿ ਸਕਦੇ। ਪੰਥ ਵਿਚਾਰਧਾਰਾ ਦਾ ਨਾਮ ਹੁੰਦਾ, ਪੰਥ ਵਿਚਾਰਧਾਰਾ ਹੈ, ਪੰਥ ਰਸਤਾ ਹੈ, ਮਾਰਗ ਹੈ ਜਿਹਦੇ ਅਸੀਂ ਚੱਲਣਾ। ਪੰਥ ਨੂੰ ਚੱਲਣ ਵਾਲੇ ਜਿਹੜੇ ਨੇ ਪੰਥੀ ਨੇ। ਖਤਰਾ ਕਿਵੇਂ ਹੋ ਸਕਦਾ ਪੰਥ? ਖਤਰਾ ਇਹ ਹੋ ਸਕਦਾ ਪੰਥ ਨੂੰ ਦਿਸ਼ਾਹੀਨ ਕਰ ਸਕਦੇ ਹਾਂ ਅਸੀਂ, ਜਿਵੇਂ ਕੀਤਾ ਹੋਇਆ ਸਾਡੇ। ਖਤਰਾ ਤਾਂ ਹੈਗਾ, ਖਤਰਾ ਹੋਊਗੀ, ਇਹ ਤੋਂ ਜ਼ਿਆਦਾ ਖਤਰਾ ਕੀ ਹੋਊ? ਪੰਥ ਬਾਰੇ ਤਾਂ ਕਿਹਨੂੰ ਗਿਆਨ ਹੈ ਨਹੀਂ। ਜਦ ਪੰਥ ਹੈ ਹੀ ਨਹੀਂ ਤੁਹਾਡੇ ਕੋਲ ਤਾਂ ਖਤਰਾ ਉਹਨੂੰ ਕੀ ਹੋਣਾ? ਖਤਰਾ ਯਾਦ ਹੋਊ ਜਾਂ ਪੰਥ ਹੋਵੇ। ਸਮਝੇ ਨਹੀਂ ਯਾਰ ਗੁਰਬਾਣੀ ਦੀ, ਖਤਰਾ ਕਿਹੜੀ ਗੱਲ ਹੈ? ਖਤਰਾ ਤਾਂ ਖਤਮ ਹੋ, ਖਤਰਾ ਤਾਂ ਪਹਿਲਾਂ ਸੀਗਾ। ਖਤਰਾ ਜਾ ਸੀ ਜਾਂ 80 ਰੁਪਏ ਦੇ ਵਿੱਚ ਵਿਕੇ ਨੇ, ਜਿਹੜੇ ਜਾਣਦੇ ਸੀ ਉਹਨਾਂ ਦੇ ਮੁੱਲ ਪਏ ਨੇ ਸਿਰਾਂ ਦੇ। 80 ਰੁਪਏ ਟੋਟਲ ਮਿਲਦੇ ਸੀ, 5 ਰੁਪਏ ਦੱਸਣ ਵਾਲੇ ਨੂੰ ਮਿਲਦੇ ਸੀ। ਉਦੋਂ ਖਤਰਾ ਸੀ, ਖਤਰਾ ਉਦੋਂ ਖਤਮ ਹੋ ਗਿਆ, ਸਮਾਪਤ ਕਰਤੀ ਸੀ ਉਹਨਾਂ ਨੇ ਗੱਲ। ਉਹ ਤਾਂ ਉਦੋਂ ਹੀ ਖਤਮ ਹੋ ਗਿਆ। ਬਾਅਦ ਵਿੱਚ ਕਿਸੇ ਨੂੰ ਕੋਈ ਪਤਾ ਨਹੀਂ ਗੁਰਮਤ ਕੀ ਹੈ। ਬਾਤ ਆਹੀ ਹੈ, ਰਾਜ ਕਰੇਗਾ ਖਾਲਸਾ, ਹੀ ਪੰਥ ਹੈ, ਬਾਕੀ ਤਾਂ ਹੋ ਰਹੀ ਨਹੀਂ ਕੁਛ। ਬਾਕੀ ਤਾਂ ਜ਼ਮੀਨ ਤੇ ਕਬਜ਼ੇ ਨੇ। ਤਾਰਾ ਭੂਮ ਪੁਰਾਤਨ ਬਹਿਰਾ ਤੇ ਇਸਕਾ ਦੁਆ ਜਗਤ ਕਰਕੇ ਰਾ, ਬਾਕੀ ਤਾਂ ਪੰਥ ਹੈ। ਇਹ ਸਾਖਤਾਨਾ ਪੰਥ ਹੈ, ਇਹ ਸਾਖਤਾਨਾ ਪੰਥ ਹੈ, ਗੁਰਮੁਖਾਣਾ ਪੰਥ ਨਹੀਂ ਹੈ, ਇਹ ਸਾਖਤਾਂ ਦਾ। ਇਸ ਕਰਕੇ ਦੂਸਰੇ ਪੰਥ ਦੀ ਲੋੜ ਹੀ ਨਹੀਂ, ਗੁਰਬਾਣੀ ਦੀ ਲੋੜ ਹੀ ਨਹੀਂ। ਉਹਨਾਂ ਦਾ ਤਾਂ ਵੋਟਾਂ ਨੇ, ਵੋਟਾਂ ਦੇ ਰਾਹ ਹੈ। ਅੱਗੇ ਤਲਵਾਰਾਂ ਦੇ ਰਾਹ ਹੁੰਦਾ ਸੀ ਰਾਜ ਮਿਲਦਾ ਪਲਟਾ, ਹੁਣ ਵੋਟਾਂ ਨਾਲ ਪਲਟਾ। ਇਹ ਧੱਕੇਸ਼ਾਹੀ ਨਾਲ ਪਲਟਾ, ਬੂਥ ਕੈਪਚਰ ਕਰਕੇ ਕਬਜ਼ਾ ਕਰ ਲਓ, ਪੈਸੇ ਦੇ ਕੇ, ਸ਼ਰਾਬ ਦੇ ਕੇ, ਜੋ ਵੀ ਹੈ ਜੋ ਕਰਦੇ ਨੇ। ਹੁਣ ਉਹ ਆਪਣੇ ਸਾਰੇ ਹਰਬੇ ਵਰਤਦੇ ਨੇ, ਪਹਿਲਾਂ ਵਰਤੇ ਤੇ। ਇਹ ਰਸਤਾ ਹੋਰ ਹੈ, ਗੁਰਬਾਣੀ ਨਾਲ ਦਾ ਕੋਈ ਸੰਬੰਧ ਨਹੀਂ, ਸੰਸਾਰੀ ਗੱਲ ਹੈ। ਤਾਂ ਇਹ ਹੰਕਾਰੀਆਂ ਵਾਲਾ ਰਸਤਾ, ਪੰਥ ਨਾਲ ਕੋਈ ਸੰਬੰਧ ਨਹੀਂ ਇਸ ਗੱਲ ਦਾ। ਹਾਂਜੀ। ਕਹੂੰ ਜੋਗੀ ਜਤੀ ਬ੍ਰਹਮਚਾਰੀ, ਕਹੂੰ ਜੋਗੀ ਜਤੀ ਬ੍ਰਹਮਚਾਰੀ। ਬ੍ਰਹਮਚਾਰੀ, ਜੋਗੀ ਜਤੀ ਦਾ ਇਕੱਠਾ ਹੁੰਦਾ ਹੈ, ਬ੍ਰਹਮਚਾਰੀ ਅੱਡ ਹੁੰਦਾ ਹੈ। ਜਾਂ ਤਾਂ ਹੋਰ ਚੀਜ਼ ਹੈ, ਬ੍ਰਹਮਚਾਰਿਆ ਹੋਰ ਚੀਜ਼ ਹੈ। ਜੋਗੀ ਜਤੀ ਹੈ, ਬ੍ਰਹਮਚਾਰੀ ਹੋਰ ਗੱਲ ਹੈ, ਬ੍ਰਹਮਚਾਰਿਆ ਹੋਰ ਗੱਲ ਹੁੰਦੀ ਹੈ। ਇਹਦੇ 'ਚ ਬਹੁਤ ਲੰਬਾ ਫਰਕ ਹੈ ਉਹਨਾਂ ਦਾ। ਤਾਂ ਹੀ ਅੱਡ ਅੱਡ ਨਾ ਆਏ, ਅੱਡ ਅੱਡ ਨਾ ਤਾਂ ਹੀ ਆਏ, ਕਿਉਂਕਿ ਬ੍ਰਹਮਚਾਰੀ ਕਿਸੇ ਹੱਦ ਤੱਕ ਬ੍ਰਹਮਚਾਰੀ ਰਹਿੰਦਾ, ਜਤੀ ਸਾਰੀ ਜ਼ਿੰਦਗੀ ਵਾਸਤੇ ਰਹਿੰਦਾ। ਬ੍ਰਹਮਚਾਰੀ ਤੇ ਇੱਕ ਹੱਦ ਹੈ ਨਾ, ਉਹਦੇ ਬਾਅਦ ਉਹ ਗ੍ਰਸਤੀ ਬਣਦਾ। ਉਹ ਤਾਂ 25 ਸਾਲ ਹੈ ਉਹਦੀ ਲਿਮਟ ਬ੍ਰਹਮਚਾਰੀ। ਜਤੀ ਦੀ ਸਾਰੀ ਉਮਰ ਦੀ ਹੈ, ਇਹ ਅੱਡ ਅੱਡ ਹੈ। ਉਹਦੇ ਬਾਅਦ ਉਹ ਗ੍ਰਸਤੀ ਹੈ, ਉਹਦੇ ਬਾਅਦ ਵਾਨਪ੍ਰਸਥ ਹੈ, ਉਹਦੇ ਬਾਅਦ ਸੰਨਿਆਸ ਹੈ। ਜਿਹੜੇ ਬ੍ਰਹਮਚਾਰੀ ਨੇ ਇਹਦੇ 4 ਨੇ ਨਾ ਸਟੇਜਾਂ। 25 ਸਾਲ ਤੱਕ ਬ੍ਰਹਮਚਾਰੀ, 25 ਤੇ 50 ਸਾਲ ਤੱਕ ਗ੍ਰਸਥ ਆਸ਼ਰਮ, 50 ਤੇ 75 ਤੱਕ ਵਾਨਪ੍ਰਸਥ ਆਸ਼ਰਮ, ਉਹਦੇ ਬਾਅਦ ਸੰਨਿਆਸ ਆਸ਼ਰਮ। 4 ਨੇ ਅੱਡ ਅੱਡ। ਲੇਕਿਨ ਜਿਹੜੇ ਜਤੀ ਉਹ ਸਾਰੀ ਉਮਰ ਹੈ, ਠੇਕਾ ਉਹਦਾ ਬਸ। ਅੱਡ ਅੱਡ ਨੇ ਦੋਏ, ਨਹੀਂ ਤਾਂ ਇਕੱਠਾ ਨਹੀਂ ਸੀ ਹੋਣਾ। ਅੱਡ ਅੱਡ ਦੋ ਲਫ਼ਜ਼ ਨਹੀਂ ਸੀ ਹੋਣੇ ਇਹਦੇ ਵਾਸਤੇ। ਨਾਰ ਕਹੂੰ ਨਾਰ ਹੋ, ਕਹੂੰ ਨਾਰ, ਕਹੂੰ ਨਾਰ ਹੋ। ਕਿਤੇ ਨਾਰ ਹੈ, ਕਿਤੇ ਨਾਰ ਹੈ, ਆਦਮੀ ਹੈ, ਕਿਤੇ ਔਰਤ ਹੈ। ਕਹੂੰ ਛਤਰ ਧਾਰੀ, ਕਹੂੰ ਛਾਲਾ ਧਰੇ ਛੈਲ ਭਾਰੀ।
ਕਹੂੰ ਛੱਤਰਧਾਰੀ, ਕਿਤੇ ਛੱਤਰਧਾਰੀਆਂ ਨੂੰ ਛੱਤਰਧਾਰੀ ਰਾਜਾ, ਛੱਤਰਧਾਰੀ ਰਾਜਾ ਵੀ ਹੋ ਸਕਦਾ, ਛੱਤਰਧਾਰੀ ਦੂਏ ਵੀ ਹੋ ਸਕਦੇ ਨੇ ਜਿਹੜੇ ਪੀਠਾਂ ਦੇ ਮਾਲਕ ਨੇ, ਉਹ ਵੀ ਹਾਥੀਆਂ ਦੇ ਬਹਿਣ ਉੱਤੇ ਛੱਤਰ ਉਹਨਾਂ ਦੇ ਵੀ ਹੁੰਦੇ ਨੇ। ਉਹ ਧਾਰਮਿਕ ਨੇ ਛੱਤਰਧਾਰੀ, ਇੱਕ ਜਿਹੜੇ ਨੇ ਇੱਧਰ ਮਾਇਆ ਦੇ ਵਿੱਚ ਛੱਤਰਧਾਰੀ ਹੁੰਦੇ ਨੇ, ਉਹ ਧਰਮ ਦੇ ਪੱਖ ਵਾਲੇ ਹੁੰਦੇ ਨੇ ਛੱਤਰਧਾਰੀ। ਧਰਮਿਕ ਸਿੱਕਾ ਚੱਲਦਾ ਹੁੰਦਾ ਉਹਨਾਂ ਦਾ, ਐਂ ਕਹਿ ਲਓ ਉਹਨਾਂ ਦਾ ਧਰਮ ਦਾ ਸਿੱਕਾ ਚੱਲਦਾ, ਧਰਮ ਦੇ ਵਿੱਚ ਵੱਡੇ ਨੇ, ਦੂਏ ਰਾਜ ਪ੍ਰਬੰਧ ਵਿੱਚ ਵੱਡੇ ਨੇ। ਹਾਂਜੀ, ਕਹੂੰ ਛਾਲਾ ਧਰੇ ਸ਼ੈਲ ਭਾਰੀ, ਕੋਈ ਛਾਲਾ ਧਰੇ ਸ਼ੈਲ ਭਾਰੀ, ਕਿਤੇ ਸ਼ੈਲ ਮਤਲਬ ਹੈ ਸਮਝ ਲਓ ਅਤ ਸੁੰਦਰ ਸਰੂਪ ਹੈ ਤੇਰਾ, ਅਤ ਸੁੰਦਰ, ਅਤ ਸੁੰਦਰ ਕੁਲੀਨ ਚਤੁਰ ਸ਼ੈਲ, ਸ਼ੈਲ ਭਾਰੀ। ਕਹੂੰ ਛਕ ਵਾਰੀ, ਕਹੂੰ ਛਲ ਕੇ ਪ੍ਰਕਾਰ ਹੋ, ਕਹੂੰ ਛਕ ਵਾਰੀ, ਕਹੂੰ ਛਲ ਕੇ ਪ੍ਰਕਾਰ ਹੋ, ਕਿਤੇ ਸ਼ੱਕ ਵਾਰੀ ਹੈ, ਕਿਤੇ ਛਲ ਕਰਦਾ, ਕਿਤੇ ਕੋਈ ਮਤਲਬ ਹੈ ਕਿਤੇ ਤਾਂ ਕੁਛ ਕਿਸੇ ਅੱਗੇ ਆਊਗਾ ਵੀ ਕਿਸੇ ਦਾ ਤੂੰ ਕੋ ਦੇ ਰਿਹਾ ਕਿਸੇ ਨੂੰ ਵਰਦਾਨ, ਕਿਤੇ ਉਹਤੇ ਛਲ ਰਿਹਾ ਲੈ ਰਿਹਾ, ਕਿਤੇ ਭਰ ਰਿਹਾ, ਸ਼ਕਵਾਰੀ ਹੁੰਦਾ ਭਰ ਰਿਹਾ ਉਹਨੂੰ, ਕਿਤੇ ਉਹਨੂੰ ਭਰ ਰਿਹਾ, ਕਿਤੇ ਉਹਦੇ ਚੋਂ ਖਰਚ ਕਰ ਰਿਹਾ। ਜਿਵੇਂ ਕੋਈ ਦਰਖਤ ਹੈ, ਇੱਕ ਖਾਸ ਸਟੇਜ ਤੇ ਜਾ ਕੇ ਫਿਰ ਉਹ ਘਟਣਾ ਸ਼ੁਰੂ ਹੋ ਜਾਂਦਾ। ਆਦਮੀ ਵੀ ਖਾਲੀ ਹੋਣਾ ਸ਼ੁਰੂ, ਹਾਲਾਂਕਿ ਖੁਰਾਕ ਦੇਖੋ ਬੱਚਾ ਖੁਰਾਕ ਛੋਟੀ ਖਾਂਦਾ, ਥੋੜੀ ਖਾਂਦਾ, ਉਹਦੀ ਖੁਰਾਕ ਵੀ ਵੱਧਦੀ ਜਾਂਦੀ ਹੈ, ਸਰੀਰ ਵੀ ਵੱਧਦਾ ਜਾਂਦਾ। ਜਾਂ ਚੰਗਾ ਭਲਾ ਬੜਾ ਹੁੰਦਾ, ਖੁਰਾਕ ਘਟਦੀ ਜਾਂਦੀ ਹੈ, ਸਰੀਰ ਘਟਣ ਲੱਗ ਜਾਂਦਾ। ਇਹ ਨਕਸ਼ਾ ਹੈ ਅਸਲ ਦੇ ਵਿੱਚ ਸਰੀਰ ਤੱਕ ਦਾ ਹੀ। ਫਿਰ ਉਧਰ ਗਿਆਨ ਤੱਕ ਦਾ ਵੀ ਨਕਸ਼ਾ ਹੈ। ਕਿਤੇ ਬੁੱਧ ਦਾ ਵਿਕਾਸ ਹੋਇਆ, ਕਿਤੇ ਬੁੱਧ ਦਾ ਨਾਸ ਹੋ ਰਿਹਾ, ਕਿਤੇ ਬੁੱਧ ਦਾ ਵਿਕਾਸ ਹੋ ਰਿਹਾ, ਕਿਤੇ ਬੁੱਧ ਦਾ ਨਾਸ ਹੋ ਰਿਹਾ। ਨਾਸ ਵੀ ਆਪੇ ਕਰਦਾ, ਵਿਕਾਸ ਵੀ ਆਪੇ ਕਰਦਾ। ਹੁਣ ਗੁਰਬਾਣੀ ਸਾਡੇ ਕੋਲ ਹੈ, ਸੁਣਦੇ ਸਾਰੇ ਹੀ ਨੇ, ਗੁਰਦੁਆਰਿਆਂ 'ਚ ਵੀ ਸੁਣਦੇ ਹੀ ਨੇ, ਫੇਰ ਵੀ ਉਲਟੇ ਕੰਮ ਵੀ ਲੱਗੇ ਹੋਏ ਨੇ, ਸੁਧਰ ਵੀ ਰਹੇ ਨੇ, ਵਿਗੜ ਵੀ ਰਹੇ ਨੇ। ਸੁਣ ਕੇ ਵੀ ਗੁਰੂ ਘਰ 'ਚ ਵੀ ਸੀਗੇ, ਔਲਾਦ ਸੀ ਗੁਰੂ ਘਰ ਦੀ, ਵਿਗੜ ਵੀ ਗਏ, ਸੁਧਰ ਵੀ ਗਏ, ਗੱਲ ਉਹਨੇ ਕੋਈ ਸੁਣੀ ਹੈ। ਉਹੀ ਗਿਆਨ ਕਿਸੇ ਨੂੰ ਵਿਗਾੜ ਰਿਹਾ, ਉਹੀ ਗਿਆਨ ਕਿਸੇ ਨੂੰ ਸੰਭਾਲ ਰਿਹਾ। ਅਸਲ 'ਚ ਗਿਆਨ ਦਾ ਨਹੀਂ ਕਸੂਰ, ਕਸੂਰ ਮੰਨਣ ਵਾਲੇ ਦਾ, ਕਸੂਰ ਤਾਂ ਮੰਨਣ ਵਾਲੇ ਦਾ ਨਾ। ਉਹਦੇ ਤੇ ਅਸਰ ਹੋ ਰਿਹਾ, ਉਹ ਤੇ ਅਸਰ ਨਹੀਂ ਹੋ ਰਿਹਾ। ਕਹੂੰ ਛਲ ਕੇ ਪ੍ਰਕਾਰ ਹੋ, ਕਹੂੰ ਛਲ ਕੇ ਪ੍ਰਕਾਰ ਹੋ, ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਬਜਈਆ। ਕਹੂੰ ਗੀਤ ਕੇ ਗਵਈਆ, ਕਿਤੇ ਗੀਤ ਦਾ ਗਵਈਆ, ਗੀਤ ਗਾ ਰਹੇ। ਜਿਹੜੇ ਗੀਤ ਗਾਉਂਦੇ ਨੇ ਉਹ ਵੀ ਬੜੇ ਇੱਕ ਵਾਰ ਹੋ ਕੇ ਗਾਉਂਦੇ ਨੇ ਨਾ, ਉਹ ਵੀ ਜੁੜ ਕੇ ਗਾਉਂਦੇ ਨੇ ਅੰਦਰ ਨਾਲ ਆਪਣੇ ਆਤਮਾ। ਉਹ ਗੀਤ ਨੂੰ ਸਾਧਨਾ ਸਮਝਦੇ ਨੇ। ਬਹੁਤ ਆਦਮੀ ਰਾਗ ਨੂੰ ਸਾਧਨਾ ਸਮਝਦੇ ਨੇ। ਹਾਂ, ਕਹੂੰ ਬੇਨ ਕੇ ਵਜਈਆ, ਕਹੂੰ ਬੇਨ ਕੇ ਬਜਈਆ। ਜਿਹੜੇ ਸਾਜ਼ਾਂ ਵਾਲੇ ਨੇ ਇਹ ਵੀ ਆਪਣੇ ਆਪ ਨੂੰ ਭਗਤੀ ਸਮਝਦੇ ਨੇ, ਕਹਿੰਦੇ ਜੁੜੇ ਤੇ ਬਿਨਾਂ ਸਾਜ਼ ਵੱਜਦੇ ਨਹੀਂ। ਜਿੰਨਾ ਚਿਰ ਵਾਂਝੇ ਤੇ ਜੁੜਦਾ ਨਹੀਂ, ਸਾਜ਼ ਵੱਜਦੇ ਨਹੀਂ। ਕਹੂੰ ਨਿਰਤ ਕੇ ਨਚਈਆ, ਕਹੂੰ ਨਿਰਤ ਕੇ ਨਚਈਆ, ਉਹ ਵੀ ਕਹਿੰਦੇ ਨੇ ਵੀ ਜੁੜਨਾ ਪੈਂਦਾ। ਬਸ ਇੰਨਾ ਕੁ ਜੁੜਨ ਨੂੰ ਇਹ ਭਗਤੀ ਮੰਨਦੇ ਸੀਗੇ। ਕਹੂੰ ਨਰ ਕੋ ਆਕਾਰ ਹੋ, ਕਹੂੰ ਨਰ ਕੋ ਆਕਾਰ ਹੋ, ਕਿਤੇ ਨਰ ਦਾ ਆਕਾਰ ਹੈ ਆਦਮੀ ਦੀ ਜੂਨ ਵਿੱਚ। ਕਹੂੰ ਵੇਦ ਬਾਣੀ, ਕਹੂੰ ਕੋਕ ਕੀ ਕਹਾਣੀ। ਦੇਖੋ ਕਿਤੇ ਵੇਦ ਬਾਣੀ ਹੈ, ਕੋਕ ਕੀ ਕਹਾਣੀ ਹੈ। ਕੋਕ ਕੀ ਕਹਾਣੀ ਸੰਸਾਰ ਦੀ ਕਹਾਣੀ। ਵੇਦ ਬਾਣੀ ਅੰਤਰਾਤਮਾ ਦੀ ਆਵਾਜ਼ ਹੈ। ਕੋਕ ਕੀ ਕਹਾਣੀ ਵੇਦ ਬਾਣੀ ਦੀ ਵਿਰੋਧ ਕਰਦੀ ਹੈ, ਵਿਰੋਧ ਹੈ। ਇਹਦਾ ਮਤਲਬ ਵੇਦ ਬਾਣੀ ਦਾ ਵਿਰੋਧ ਕੌਣ ਕਰਦੀ ਹੈ? ਕੋਕ ਕੀ ਕਹਾਣੀ ਕਰਦੀ ਹੈ। ਤੇ ਦੁਸ਼ਮਣ ਕੌਣ ਹੋਈ ਫਿਰ? ਕੋਕ ਕੀ ਕਹਾਣੀ ਹੋਈ। ਦੁਸ਼ਮਣ ਦੀ CID ਤਾਂ ਪੈਸੇ ਦੇ ਕੇ ਬਹੁਤ ਮਿਹਨਤ ਨਾਲ ਲੋਕ ਲੈਂਦੇ ਨੇ। ਜਿਹਨੂੰ ਜਿੱਤਣਾ ਹੋਵੇ ਦੁਸ਼ਮਣ ਨੂੰ, ਉਹਦੇ ਸਾਰੇ ਲੂਪ ਹੋਲ ਜਿੰਨਾ ਚਿਰ ਸਾਡੇ ਕੋਲ ਹੋਣ ਨਾ, ਉਹਨੂੰ ਜਿੱਤਾਂਗੇ ਕਿਵੇਂ? ਉਹਨੂੰ ਜਿੱਤਣ ਦੇ ਤਰੀਕੇ, ਉਹਦੇ ਕਿੰਨੀ, ਉਹਦੇ 'ਚ ਸ਼ਕਤੀ ਕਿੰਨੀ ਹੈ, ਅਸੀਂ ਉਹਨੂੰ ਕਿਵੇਂ ਮਤਲਬ ਹੈ ਦਬਾਉਣਾ, ਕੀ ਉਹ 'ਚ ਕਮਜ਼ੋਰੀਆਂ ਕਿੱਥੇ ਨੇ। ਵੇਦਵਾਣੀ ਦਾ ਉਲਟਾ ਕੋਕ ਕੀ ਕਹਾਣੀ। ਹੁਣ ਕੋਕ ਕੀ ਕਹਾਣੀ ਤਾਂ ਇੱਥੇ ਆ ਗਈ ਇਹਦੇ ਵਿੱਚ, ਅਕਾਲ ਉਸਤਤ 'ਚ। ਅਕਾਲ ਉਸਤਤ ਦੇ ਵਿੱਚ ਕੋਕ ਕੀ ਕਹਾਣੀ ਆ ਗਈ।
ਤੇ ਕੋਕ ਕੀ ਕਹਾਣੀ ਵੀ ਤੂੰ ਹੈ, ਬੇਦਬਾਣੀ ਵੀ ਤੂੰ ਹੈ। ਜੇ ਤੈਨੂੰ ਸਮਝਣਾ ਦੋਏ ਸਮਝਣੇ ਪੈਣਗੇ। ਕਹੂੰ ਬੇਦਬਾਣੀ, ਕਹੂੰ ਕੋਕ ਕੀ ਕਹਾਣੀ। ਜੇ ਕੋਕ ਕੀ ਕਹਾਣੀ ਵੀ ਤੂੰ ਹੈ, ਤੂੰ ਕੌਣ ਹੈ? ਬ੍ਰਹਮ ਗਿਆਨ ਹੈ। ਬੇਦਬਾਣੀ ਵੀ ਤੂੰ ਹੈ। ਤਿੰਨ ਲੋਕ ਦੀ ਰਚਨਾ ਤਾਂ ਹੀ ਹੋਈ ਹੈ। ਤਾਂ ਫਿਰ ਕੋਕ ਕੀ ਕਹਾਣੀ ਛੱਡ ਕੇ ਤੈਨੂੰ ਨਹੀਂ ਸਮਝਿਆ ਜਾ ਸਕਦਾ। ਉਹ ਪਾਠ ਰਹਿ ਜਾਊਗਾ ਤੇਰਾ ਸਮਝਣ ਵਾਲਾ, ਉਹ ਪੱਖ ਰਹਿ ਜਾਊਗਾ। ਜੇ ਕੋਕ ਕੀ ਕਹਾਣੀ ਵਾਲਾ ਪੱਖ ਛੱਡ ਦਈਏ ਫਿਰ ਐਸਾ ਰਹਿ ਨਹੀਂ ਗਿਆ। ਉਹ ਨਾ ਪੂਰਾ ਗਿਆਨ ਤੇਰਾ ਨਹੀਂ ਹੋ ਸਕਦਾ ਜੇ ਕੋਕ ਕੀ ਕਹਾਣੀ ਨੂੰ ਛੱਡ ਦਈਏ। ਇਸ਼ਾਰੇ ਮਾਤਰ ਗੱਲ ਆ ਗਈ ਇੱਥੇ। ਜੇ ਕੋਕ ਕੀ ਕਹਾਣੀ ਦੇ ਤੇ ਕੀ ਲੋੜ ਸੀ? ਉਹਨੂੰ ਸੰਬੋਧਨ ਕਰਤਾ ਵੀ ਤੂੰ ਹੀ ਹੈ। ਅੰਤਰਾਤਮਾ ਨੂੰ ਸੰਬੋਧਨ ਕਰਤਾ ਵੀ ਤੂੰ ਹੈ। ਇਹ ਦੋਏ ਗੁਣ ਤੇਰੇ ਚ ਨੇ। ਜੇ ਸੰਸਾਰ ਹੈ, ਸੰਸਾਰ ਪੈਦਾ ਹੀ ਨਹੀਂ ਹੋ ਸਕਦਾ ਕੋਕ ਕੀ ਕਹਾਣੀ ਬਣਾ। ਛੱਡ ਦੋ ਇਹਨੂੰ, ਭਲਾ ਪੈਦਾ ਕਰਕੇ ਦਿਖਾਓ ਸੰਸਾਰ ਕਿਵੇਂ ਪੈਦਾ ਹੋ ਜਾਏ। ਸੰਸਾਰ ਚੋਂ ਨਿਕਲਣ ਵਾਸਤੇ ਬੇਦਬਾਣੀ ਹੈ। ਸੰਸਾਰ ਪੈਦਾ ਕਰਨ ਵਾਸਤੇ, ਸੰਸਾਰ 'ਚ ਰਹਿਣ ਵਾਸਤੇ ਕੋਕ ਕੀ ਕਹਾਣੀ ਹੈ। ਸੰਸਾਰ ਦੇ ਵਿੱਚ ਪੈਦਾ ਕਰਨ ਵਾਸਤੇ ਕੋਕ ਕੀ ਕਹਾਣੀ ਹੈ, ਪੈਦਾ ਕਰਨ ਵਾਲੀ ਹੈ। ਸੰਸਾਰ ਚੋਂ ਕੱਢਣ ਵਾਲੀ ਬੇਦਬਾਣੀ ਹੈ। ਦੋਏ ਇੱਕ ਦੂਏ ਦੇ ਪਾਰਟ ਨੇ, ਦੋ ਪਾਰਟਨ ਕੇ ਵਿੱਚ ਵਿੱਚ ਸਾਬਤ ਬਚਾ ਨਾ ਕੋਈ। ਇੱਕ ਪਾਰਟ ਨਾਲ ਕਿਵੇਂ ਚੱਲੂ ਗੱਲ? ਡਿਵੈਲਪਮੈਂਟ ਨਹੀਂ ਹੋ ਸਕਦੀ। ਸਰੀਰ ਬਿਨਾਂ ਡਿਵੈਲਪਮੈਂਟ ਨਹੀਂ ਹੋਣੀ। ਸਰੀਰ ਕੋਕ ਕੀ ਕਹਾਣੀ ਤੋਂ ਬਿਨਾਂ ਨਹੀਂ ਪੈਦਾ ਹੋਣਾ। ਸਰੀਰ ਕਿਵੇਂ ਮਿਲੂਗਾ ਕਿਸੇ ਨੂੰ? ਅਸੀਂ ਕਹਿੰਦੇ ਆਦਮੀ ਹੈ, ਆਦਮੀ ਸਿਵਲਾਈਜ਼ਡ ਹੈ। ਕਿਸੇ ਵੇਲੇ ਥਾਵਰੀ ਹੈ ਵੀ ਜੰਗਲੀ ਸੀ। ਆਦਮੀ ਜੰਗਲੀ ਸੀ ਜਿਵੇਂ ਜਾਨਵਰ ਨੇ। ਜਦ ਆਦਮੀ ਜੰਗਲੀ ਸੀ, ਜਿਆਦਾ ਨੂੰ ਅਸਲੀ ਲੱਗਦਾ ਨਹੀਂ ਸੀ ਕੁਛ। ਜਾਨਵਰਾਂ ਨੂੰ ਕੁਛ ਅਸਲੀ ਨਹੀਂ ਲੱਗਦਾ ਕੁਛ। ਬਸ ਫਿਰ ਇਹ ਸਿਰਫ ਡਿਵੈਲਪਮੈਂਟ ਹੈ ਜਿਹੜੀ ਇਹਦੇ ਨਾਲ ਸਾਨੂੰ ਇਹ ਦ੍ਰਿਸ਼ਟੀ ਬਦਲੀ ਹੈ। ਇਹ ਟੈਂਪਰੇਰੀ ਬਦਲੀ ਹੈ ਦ੍ਰਿਸ਼ਟੀ ਕੌਣ ਕਦ ਬਦਲਿਆ? ਜਦ ਤੇ ਸਿਵਲਾਈਜ਼ਡ ਹੋ ਗਿਆ ਆਦਮੀ। ਜਿਹੜੇ ਹੁਣ ਵੀ ਜੰਗਲਾਂ 'ਚ ਰਹਿੰਦੇ ਨੇ ਸਿਵਲਾਈਜ਼ਡ ਨਹੀਂ, ਉਹ ਵੀ ਏਦਾਂ ਹੀ ਨੰਗੇ ਰਹਿੰਦੇ ਨੇ। ਉਹਨਾਂ ਵਾਸਤੇ ਅਸ਼ਲੀਲਤਾ ਲਾਉਣ ਦੀ ਕੋਈ ਚੀਜ਼ ਹੀ ਨਹੀਂ ਹੈ। ਉਹਨਾਂ ਵਾਸਤੇ ਕੋਈ ਚੀਜ਼ ਨਹੀਂ ਹੈ। ਚੀਜ਼ ਉਹਦੇ ਵਾਸਤੇ ਹੈ ਜੋ ਸਿਵਲਾਈਜ਼ਡ ਹੋ ਗਏ। ਸਾਡੇ ਤਾਂ ਕੁਛ ਰੰਗ ਹੋਰ ਚੜ ਗਿਆ। ਨੈਚੁਰਲ ਰੰਗ ਨਹੀਂ ਹੈ ਇਹ ਸਾਡਾ ਜਿਹੜਾ ਸਿਵਲਾਈਜ਼ਡ। ਸਾਡਾ ਆਦਮੀ ਦਾ ਬਣਾਇਆ ਹੋਇਆ ਰੰਗ ਹੈ। ਨੈਚੁਰਲ ਰੰਗ ਉਹ ਸੀ ਜਦੋਂ ਪੈਦਾ ਕੀਤਾ ਉਹਨੇ। ਨਾਂਗੇ ਆਵਣਾ ਨਾਂਗੇ ਜਾਣਾ। ਨੈਚੁਰਲ ਤਾਂ ਉਹ ਹੈ। ਕੱਪੜੇ ਕਿਹਨੇ ਪਾਏ ਨੇ? ਆਦਮੀ ਨੇ। ਅਸ਼ਲੀਲਤਾ ਆਦਮੀ ਦੇ ਦਿਮਾਗ ਦੀ ਉਪਜ ਹੈ। ਆਦਮੀ ਦੇ ਦਿਮਾਗ ਤੇ ਬਹੁਤ ਕੁਛ ਉਪਜ ਹੈ। ਆਦਮੀ ਦੇ ਦਿਮਾਗ ਦਾ ਤਾਂ ਇੱਥੇ ਬਹੁਤ ਕੁਛ ਉਪਜ ਹੈ ਨਾ। ਇਹ ਤਾਂ ਆਦਮੀ ਦੇ ਦਿਮਾਗ ਦੀ ਉਪਜ ਹੈ। ਪਰਮੇਸ਼ਰ ਦੇ ਦਿਮਾਗ ਦੀ ਉਪਜ ਨਹੀਂ ਹੈ। ਉਹਦੇ ਦਿਮਾਗ ਦੀ ਉਪਜ ਹੁੰਦੀ ਤਾਂ ਕੱਪੜੇ ਪਾ ਕੇ ਘੱਲਦਾ ਇੱਥੇ ਸਾਰਿਆਂ ਦੇ। ਇਹ ਤਾਂ ਆਦਮੀ ਦੇ ਦਿਮਾਗ ਦੀ ਉਪਜ ਹੈ। ਵਿਗਿਆਨ ਨੇ ਪਾਇਆ। ਹੁਣ ਆਦਮੀ ਜੇ ਕੁਦਰਤ ਤੋਂ ਆਪਣੇ ਆਪ ਨੂੰ ਵੱਡਾ ਸਮਝਦਾ ਫਿਰ ਤਾਂ ਅਸ਼ਲੀਲਤਾ ਹੈ। ਜੋ ਕੁਦਰਤ ਨੂੰ ਵੱਡਾ, ਜੇ ਇਸ ਨੁਕਤੇ ਨੂੰ ਸਮਝ ਲਵੇ ਕੋਈ, ਜਿੰਨਾ ਚਿਰ ਇਸ ਨੁਕਤੇ ਨੂੰ ਨਹੀਂ ਸਮਝਦਾ ਉਹ ਅਸ਼ਲੀਲਤਾ ਮੰਨੂਗਾ। ਇਹਦਾ ਮਤਲਬ ਹੈ ਉਹ ਜੋ ਵਿਦਵਾਨ ਹੈ, ਆ ਵਿਦਿਆ ਵਿਚਾਰੀ ਦੀ ਉਹਨੇ। ਸੰਸਾਰ ਕੀ ਹੈ? ਜੇ ਮੰਦਰਾਂ ਜਾ ਕੇ ਦੇਖਣ, ਹਿੰਦੂਆਂ ਦੇ ਮੰਦਰਾਂ 'ਚ ਆਦਮੀ ਔਰਤਾਂ ਦੀਆਂ ਨੰਗੀਆਂ ਦੀਆਂ ਫੋਟੋਆਂ ਨੇ ਬਿਲਕੁਲ। ਉਹ ਵੀ ਧਰਮ ਦਾ ਹਿੱਸਾ ਸੀ। ਹੁਣ ਤੇ ਮੰਦਰ ਬਣੇ ਹੋਏ ਨੇ। ਉਹ ਤਾਂ ਲੋਕ ਨਹੀਂ ਸੀ ਕਹਿੰਦੇ। ਇਹ ਆਦਮੀ ਦਾ ਜਿਹੜਾ ਹੈ ਨਾ ਸਿਵਲਾਈਜ਼ ਅਸਰ ਹੈ। ਯੂਰਪ ਦੇ ਵਿੱਚ ਹੋਰ ਹੈ। ਸਾਡੇ ਰਿਵਾਜ ਨੇ, ਦੇਸਾਂ ਦੇ ਰਿਵਾਜ ਨੇ।
ਕਿਤੇ ਇਹਨੂੰ ਮੰਨਦੇ ਨੇ ਸ਼ਰੀਰ ਤਾਂ ਕਿਤੇ ਨਹੀਂ ਮੰਨਦੇ। ਜਿਹੜੇ ਇਹੋ ਜਿਹੇ ਰਿਵਾਜ ਨੇ ਉਹ ਆਦਮੀ ਦੇ ਆਪਣੇ ਦਿਮਾਗ ਦੀ ਉਪਜ ਹੁੰਦੀ। ਇੱਥੇ ਦੇ ਕਾਨੂੰਨ ਸਾਡੇ ਆਪਣੇ ਬਣਾਏ ਹੋਏ ਨੇ, ਸਿਵਲ ਦੇ ਕਾਨੂੰਨ ਸਾਡੇ ਆਪਣੇ ਬਣਾਏ ਹੋਏ ਨੇ। ਅਸੀਂ ਵਿਆਹ ਕਰਦੇ ਹਾਂ ਨਾ, ਲਾਵਾਂ ਦਿੰਦੇ ਹਾਂ, ਸਰਕਾਰ ਕਹਿੰਦੀ ਆ ਜੀ ਕੋਰਟ ਮੈਰਿਜ ਕਰਾ ਲਓ। ਮੈਂ ਤਾਂ ਵੀ ਹੋ ਜੂ, ਨਾ ਵੀ ਕਰਾਵੇ ਫਿਰ ਵੀ ਕੀ ਹੈ, ਫਿਰ ਕੀ ਹੋ ਜੂ। ਇਹ ਵੀ ਦਿੱਲੀ ਲੈਂਦੇ ਨੇ ਅੱਗੇ ਕਮਿਊਨਿਸਟ, ਕਹਿੰਦੇ ਵਿਆਹ ਚਾਹੀਦਾ ਹੀ ਨਹੀਂ, ਕੋਈ ਕਿਸੇ ਪਤਾ ਹੀ ਨਾ ਲੱਗੇ ਵੀ ਕਿਹਦਾ ਕੌਣ ਹੈ, ਉਹ ਮੋਹ ਪੈਦਾ ਹੋ ਜਾਂਦਾ। ਉਹਨਾਂ ਨੇ ਇਹ ਦਲੀਲ ਦਿੱਤੀ ਸੀ। 40 ਸਾਲ ਹੋ ਗਏ ਮੇਰਾ ਖਿਆਲ ਹੈ, ਆਰਟੀਕਲ ਆਏ ਸੀ ਇਹਨਾਂ ਦੇ ਬੜੇ ਕਮਿਊਨਿਸਟਾਂ ਦੇ। ਇਹ ਜਿਹੜਾ ਕਰਪਸ਼ਨ ਹੈ ਇਹਦਾ ਕਾਰਨ ਹੈ ਮੇਰਾ ਤੇਰਾ ਹੀ ਖਤਮ ਕਰੋ। ਕਰਪਸ਼ਨ ਦਾ ਕਾਰਨ ਮੇਰਾ ਤੇਰਾ। ਪਰ ਇਹ ਤਾਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਬੱਚੇ ਤਾਂ ਮੁਹਾਂਦਰੇ ਤੋਂ ਪਤਾ ਲੱਗ ਜਾਂਦਾ। ਜਦੋਂ ਉਹਨੂੰ ਇਹ ਦੱਸਿਆ ਫਿਰ ਚੁੱਪ ਕਰ ਗਏ, ਵੀ ਬਾਅਦ 'ਚ ਪਛਾਣਿਆ ਜਾਂਦਾ ਉਹ ਤਾਂ। ਫਿਰ ਉਹ ਚੁੱਪ ਕਰ ਗਏ ਵੀ ਇਹ ਹੋ ਨਹੀਂ ਸਕਦਾ, ਪੋਸੀਬਲ ਨਹੀਂ ਹੈ। ਬੜਾ ਰੌਲਾ ਪਿਆ 2-3 ਸਾਲ ਦਾ ਅਖਬਾਰਾਂ 'ਚ। ਆਦਮੀ ਆਪਣੇ ਦਿਮਾਗ 'ਚੋਂ ਅਲੱਗ-ਅਲੱਗ ਸਮੇਂ ਸਿਰ ਅਲੱਗ-ਅਲੱਗ ਉਹਦਾ ਗਿਆਨ ਨਿਕਲਦਾ ਰਹਿੰਦਾ, ਅਲੱਗ-ਅਲੱਗ ਤਜਰਬੇ ਕਰਦਾ ਰਹਿੰਦਾ। ਪਰ ਇਹ ਜਿਹੜੀ ਗੱਲ ਹੈ ਇਹ ਫਾਈਨਲ ਹੈ, ਇਹ ਜੀ ਕਦੇ ਸੰਸ਼ੋਧਨ ਦੀ ਲੋੜ ਪੈਂਦੀ ਹੋਈ ਨਹੀਂ। ਇਹ ਪੂਰੀ ਬੁੱਧੀ ਦੀ ਗੱਲ ਕਹੀ ਹੋਈ ਹੈ। ਅਧੂਰੀ ਬੁੱਧੀ ਆਪਣੀ ਡਿਵੈਲਪ ਕਦੇ ਕੁਛ ਕਰਦੀ ਰਹਿੰਦੀ ਹੈ, ਕਦੇ ਕੁਛ ਕਰਦੀ ਰਹਿੰਦੀ ਹੈ, ਕਦੇ ਕੁਛ ਕਰਦੀ ਰਹਿੰਦੀ ਹੈ, ਕਦੇ ਕੁਛ ਕਰਦੀ ਰਹਿੰਦੀ। ਕਹੂੰ ਵੇਦ ਬਾਣੀ ਕਹੂੰ ਕੋਕ ਪਿੱਛੇ ਮੰਦਰ ਬਣੇ ਹੋਏ ਨੇ। ਮੰਦਰ ਤੱਕ ਪੂਜਾ ਦਾ ਸਥਾਨ ਹੁੰਦਾ ਨਾ, ਤਾਂ ਕਿ ਲੋਕ ਆਉਣ ਉਹਨਾਂ ਦੇ ਦਿਮਾਗ 'ਚ ਰਹੀ ਨਾ ਹੋਏ, ਉਹਨਾਂ ਦੇ ਦਿਮਾਗ 'ਚ ਸਰੇ ਨਾ ਰਹੇ। ਉਹ ਹੋਰ ਐਂਗਲ ਤੋਂ ਦੇਖਣ, ਉਹ ਇਹਨੂੰ ਕਰਤਾ ਇਹਦੇ ਐਂਗਲ ਤੋਂ ਦੇਖਣ ਕਿ ਰਚਨਾ ਕਰਨ ਵਾਲਾ ਹੈ, ਇਹ ਰਚਨਾ ਵਾਲਾ ਹੈ। ਉਹਨੂੰ ਰਚਨਹਾਰਾ ਪੂਜਾ ਦੇ ਥਾਂ ਤੇ ਦੇਖਣ, ਉਹਨੂੰ ਸੰਸਾਰ ਪੈਦਾ ਕੀਤਾ ਹੈ, ਜਨਮ ਦਾਤਾ ਹੈ, ਉਸ ਐਂਗਲ ਤੋਂ ਦੇਖਣ। ਐਂਗਲ ਬਦਲ ਗਿਆ ਨਾ, ਮੰਦਰ 'ਚ ਬਾਣਾ ਦਾ ਮਤਲਬ ਐਂਗਲ ਬਦਲਿਆ ਉਹਦਾ। ਉਹਨੂੰ ਐਂਗਲ ਦੇ ਦਿੱਤਾ ਜਨਮ ਦਾਤਾ ਦਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਮਾਤਾ ਦਾ ਪਿਤਾ ਦਾ ਐਂਗਲ ਦੇ ਦਿੱਤਾ। ਐਂਗਲ ਬਦਲਿਆ ਸੀ ਉਹ ਉਹਨਾਂ ਨੇ। ਇਹ ਉਹਨਾਂ ਨੂੰ ਅਸ਼ਲੀਲ ਕਹੀ ਜਾਂਦੇ ਨੇ, ਇਹਨਾਂ ਨੂੰ ਕੀ ਪਤਾ ਕੀ ਕਿਹਾ ਸੀ ਉਹਨਾਂ ਨੇ। ਆਮ ਐਂਗਲ ਬਦਲਿਆ ਸੀ। ਉਹ ਵੀ ਸਿਆਣੇ ਸੀ। ਕਦੇ ਕਿਸੇ ਦਾ ਜ਼ੋਰ ਹੋ ਜਾਂਦਾ, ਕਦੇ ਕਿਸੇ ਦਾ ਜ਼ੋਰ ਹੋ ਜਾਂਦਾ। ਹਾਂਜੀ। कहूँ वेद बाणी कहूँ कोक की कहानी, कहूँ राजा कहूँ रानी, कहूँ नार के प्रकार हो। कहूँ राजा कहूँ रानी, किते राजा है किते रानी है। आत्मा हुई एक ही है सारे, राजा है चाहे रानी। कहूँ नार के प्रकार हो। कहूँ नार के प्रकार हो। राजा रानी है, कोई ते राजा रानी नहीं है। नार रानी तो एक खास जगह होगी ना। रानी उस मत नूं भी कह सकते हैं असीं, जिहड़ी वो छत्रधारी राजा है, धार्मिक जिहड़ा धार्मिक राजा है ना, जिवें जिवें शिव जी एक धार्मिक राजा, विष्णु राजा, चलो वैष्णव मत रानी है। जे उन्होंने धर्म के एंगल तो देखिए, सिर्फ वैष्णव मत रानी है बस। कहूँ नार के प्रकार हो। नार चलन मत्ता ने और जड़ियाँ दुइयां आईयां ने मत्तां अपनियां त्रिया चरित्र, ये त्रिया चरित्र जिन्नियां मन मत्तां ने ना, ये किसी के अधीन होंदी है मत। हमेशा नार होंदी है किसी के आश्रित, किसी ते आश्रित जो होवे ना उन्होंने नार कहते हैं। जो इंडिपेंडेंट नहीं है, जो इंडिपेंडेंट जीवन नहीं बसर कर सकता, उन्होंने नार कहते हैं। नार इंडिपेंडेंट जीवन बसर कर सकता है। जंगल के विच आदमी कला भी घबराउंदा नहीं, औरतां घर च भी डरन लग जांदियां ने,
ਜੇ ਆਦਮੀ ਘਰ ਨਾ ਹੋਵੇ ਸ਼ਾਮ ਨੂੰ, ਬਾਹਰ ਘਰ ਹੋਵੇ ਨਾ, ਥੋੜਾ ਜਿਹਾ ਫਰਕ ਨਾ ਹੋਵੇ, ਉਹਨੂੰ ਡਰ ਲੱਗਣਾ ਜਾਂਦਾ। ਆਦਮੀ ਘਰ ਆ ਜਾਵੇ ਡਰਦੀਆਂ ਨਹੀਂ। ਇਹ ਕੁਦਰਤੀ ਗੱਲ ਹੈ, ਨਾ ਰੂਪ ਹੈ ਜ਼ਿਆਦਾ। ਇਹ ਕੁਦਰਤੀ ਗੱਲ ਹੈ, ਇਹਦੇ 'ਚ ਕੋਈ ਉਹ ਨਹੀਂ ਹੈ। ਨੇਚਰ ਹੈ, ਨੈਚੁਰਲ ਗੱਲ ਹੈ। ਉਹਦੇ 'ਚ ਭੈ ਪੀਤਾ ਹੈ, ਆਦਮੀ 'ਚ ਹੈ ਨਹੀਂ। ਉਹ ਗੱਲ ਅਲੱਗ ਹੈ, ਕਿਸੇ ਔਰਤ ਵਿੱਚ ਵੀ ਘੱਟ ਹੋਵੇ, ਕਿਸੇ 'ਚ ਵੱਧ ਹੋਵੇ, ਆਦਮੀ 'ਚ ਵੀ ਘੱਟ ਵੱਧ ਹੋਵੇ, ਉਹ ਅਲੱਗ ਗੱਲ ਹੈ। ਕੁੱਲ ਟੋਟਲ ਮਿਲਾਈਏ ਤਾਂ ਇਹ ਗੱਲ ਹੈ। ਸਮਝੇ? ਐਵੇਂ ਹਰ ਮੱਤ ਜਿਹੜੀ ਹੁੰਦੀ ਹੈ ਮਨ ਦੇ ਅਧੀਨ ਹੁੰਦੀ ਹੈ। ਮਨ ਮੱਤ ਜਿਹੜੀ ਹੈ, ਜਿਹੜੀਆਂ ਮਨਮੱਤਾਂ ਨੇ ਉਹ ਮਨ ਦੇ ਅਧੀਨ ਨੇ, ਉਹ ਤਾਂ ਨਾਲ ਨੇ, ਅਧੀਨ ਨੇ ਨਾ। ਉਹ ਵੀ ਘੜੀਆਂ ਕਿਹਨਾਂ ਨੇ ਮਨ ਨੇ, ਤਰਮੀਮ ਕੌਣ ਕਰਦਾ ਮਨ, ਉਹ ਇਹਦੇ ਅਧੀਨ ਚੱਲਦੀ ਹੈ। ਗੁਰਮਤਿ ਵੀ ਅਧੀਨ ਚੱਲਦੀ ਹੈ। ਕਿਹਦੇ ਚੱਲਦੀ ਹੈ? ਉਹ ਕਿਹਦੇ ਚੱਲਦੀ ਹੈ? ਜੋ ਸੱਚਖੰਡ 'ਚ ਬੈਠਾ ਹੈ। ਇਹ ਵੀ ਹੈ ਪੁਰਖ ਬੈ ਨਾਰ, ਨਾਰ ਮੈਂ ਪੁਰਖਾ ਪੁੱਜੇ ਬ੍ਰਹਮ ਗਿਆਨੀ। ਇਹਦਾ ਨਾਮ ਵੀ ਬਾਣੀ ਹੈ, ਪਰ ਇਹਦੇ ਦੋਏ ਨਾਮ ਨੇ ਗੁਰਮਤਿ। ਇਹਦਾ ਨਾਮ ਸ਼ਬਦ ਵੀ ਹੈ, ਇਹਦਾ ਨਾਮ ਬਾਣੀ ਵੀ ਹੈ। ਇਹਦੇ ਦੋਏ ਨਾਮ ਨੇ, ਕਿਉਂਕਿ ਇੱਕੋ ਹੀ ਹੈ ਨਾ, ਤੂੰ ਪਿਤਾ ਤੂੰ ਮਾਤਾ। ਸ਼ਬਦ ਪੁਰਖਵਾਚਕ ਹੈ, ਪੁਰਖਵਾਚਕ ਵੀ ਹੈ, ਇਸਤਰੀਵਾਚਕ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਜੇ ਤਾਂ ਤਤ ਗਿਆਨ ਹੈ, ਇਹਦੇ ਵਿੱਚ ਕੀ ਹੈ? ਗੁਰਮਤਿ ਵਿੱਚ ਕੀ ਹੈ? ਤਤ। ਤਤ ਪੁਲਿੰਗ ਹੈ। ਜਿੱਥੇ ਤਤ ਗਿਆਨ ਹੁੰਦਾ ਉਹਨੇ ਮਤ ਬਣਾਈ ਹੋਈ ਹੈ। ਜਿਵੇਂ ਦੁੱਧ ਕਾਹਤੋਂ ਬਣਿਆ? ਘਿਓ ਤੋਂ, ਮੱਖਣ ਤੋਂ। ਦੁੱਧ ਰਿੜਕੇ ਕੀ ਮਿਲੂਗਾ? ਮੱਖਣ। ਬਸ ਏਦਾਂ ਦੀ ਗੱਲ ਹੈ। ਉਹ ਹੈ ਪੁਰਖ ਮੇ ਨਾਲ, ਨਾਲ ਮੈਂ ਪੁਰਖ। ਕਹੂੰ ਬੇਣ ਕੇ ਬਜਈਆ। ਗੁਰਮਤਿ ਨੇ ਪੁਰਖ ਪੈਦਾ ਕਰਨਾ ਜਨਮ ਦੇ ਕੇ। ਜਿਹੜਾ ਸਤਿਗੁਰ ਦਾ ਜਨਮ ਹੋਣਾ ਨਾ, ਕਿਹਨੇ ਪੈਦਾ ਕਰਨਾ? ਮਤ ਨੇ ਪੈਦਾ ਕਰਨਾ ਨਾ। ਇਹਨੇ ਪੁਰਖ ਪੈਦਾ ਕਰਨਾ। ਜੋ ਪੈਦਾ ਹੋਣਾ ਪੁਰਖ ਹੋਊਗਾ। ਉਹ ਇਹ ਤਾਂ ਜੋ ਗੁਰਮਤਿ ਪੈਦਾ ਕਰੂ ਉਹ ਪੁਰਖ ਹੋਊ, ਸਤਿਗੁਰ ਦਾ ਜਨਮ ਹੋਊਗਾ। ਜਿਹੋ ਜੀ ਇਹ ਪੁਰਖ ਹੈ ਨਾ, ਮਤ ਪੈਦਾ ਕਰਦੀ ਹੈ, ਇਹੋ ਜਿਹਾ ਜੋ ਸਰੀਰ ਵੀ ਪੈਦਾ ਹੁੰਦਾ, ਇਹ ਤਾਂ ਬਰਾਬਰ ਹੈ। ਉਹ ਜਿਵੇਂ ਮਤ ਪੈਦਾ ਕਰਦੀ ਹੈ ਨਾ, ਕਰ ਕੀ ਨਾਰ ਤਿਆਗਾ ਅੰਧਾ। ਉਹ ਕੀ ਹੈ? ਅੰਤਰਾਤਮਾ ਦੀ ਆਵਾਜ਼, ਉਹਨੂੰ ਵੀ ਨਾਰ ਕਹਿਤਾ। ਪਰ ਨਾਰੀ ਸੀ ਉਘਾੜਾ ਧੰਦਾ। ਦੂਜੇ ਦੀ ਮਤ ਮੰਨ ਲਵੇ, ਮਨ ਮਤ ਕਿਸੇ ਦੀ, ਉਹ ਵੀ ਨਾਰ ਕਹਿਤਾ। ਉਹ ਨਾਰ ਕੋ ਭਾਂਤੀ ਜਨਮ ਕਰ ਦੂਗੀ, ਉਹ ਤਿਰਕੁਟੀ ਹੋ ਜਾਊਗਾ। ਬੇਸਵਾ ਦਾ ਘਰ ਪੁੱਤ ਜਨਮ ਹੋਊਗਾ ਜਦ, ਉਹ ਮਤ ਤੋਂ ਮਨਮੁਖ ਬਣ ਜਾਊਗਾ, ਵਿਰੋਧ ਕਰੂਗਾ ਸੱਚ ਦਾ, ਸੱਚ ਦੇ ਖਿਲਾਫ ਖੜਾ ਹੋ ਜਾਊਗਾ। ਜਿਹੜਾ ਸਾਰਾ ਦਾਤਾ, ਦਾਤਾ ਦੇ ਖਿਲਾਫ ਖੜਾ ਹੋ ਜਾਊਗਾ। ਉਹ ਉੱਥੇ ਗੱਲ ਕੀਤੀ ਹੈ। ਇੱਥੇ ਸੰਸਾਰ ਹੈ, ਜਿਹੜਾ ਸੰਸਾਰ ਜੇ ਸਰੀਰ ਪੈਦਾ ਹੋ, ਜਿੱਥੋਂ ਸਰੀਰ ਪੈਦਾ ਹੁੰਦਾ ਹੈ ਉਹਦੀ ਉਹ ਜਿਹੀ ਵੈਲਿਊ ਦਿੱਤੀ ਹੈ, ਉਸ ਐਂਗਲ ਤੋਂ ਵੈਲਿਊ ਦਿੱਤੀ ਹੈ ਵੀ ਦਾਤ ਹੈ, ਸਰੀਰ ਇੱਕ ਦਾਤ ਹੈ। ਦਾਤ ਪਿਆਰੀ ਵਿਸਰਿਆ ਦਾਤਾਰ। ਸਰੀਰ ਮਿਲ ਗਿਆ, ਜਿਹਨੇ ਦਿੱਤਾ ਉਹ ਵਿਸਰ ਗਿਆ, ਦਾਤਾਰ ਵਿਸਰ ਗਿਆ। ਹੁਕਮ ਨਾਲ ਮਿਲਿਆ ਸਰੀਰ ਤਾਂ, ਪਰ ਜਿਹੜਾ ਹੁਕਮ ਨੇ ਸਿਸਟਮ ਪੈਦਾ ਕੀਤਾ ਹੈ, ਜਿਹਦਾ ਸਰੀਰ ਮਿਲਿਆ, ਕਿ ਉਹਦੀ ਕੋਈ ਵੈਲਿਊ ਨਹੀਂ ਹੈ। ਉਹਨੂੰ ਕਿਸ ਐਂਗਲ ਤੋਂ ਦੇਖਦੇ ਹੋ ਤੁਸੀਂ? ਕੀਤਾ ਕਿਹਨੇ ਪੈਦਾ? ਉਹ ਕੀਤਾ ਕਿਹਨੇ? ਸਮਰੱਥ ਗੁਰੂ ਨੇ ਪੈਦਾ ਕੀਤਾ। ਉਹ ਸਿਸਟਮ ਸਮਰੱਥ ਗੁਰੂ ਨੇ ਪੈਦਾ ਕੀਤਾ। ਤੁਸੀਂ ਉਹਦੇ ਨਾਲ ਉਹਨੂੰ ਉਹਦੀ ਨਿਗਾਹ ਨਾਲ ਦੇਖੋ, ਜਿਹਨੇ ਪੈਦਾ ਕੀਤਾ ਹੈ।
ਉਹ ਉਸ ਅੱਖ ਨਾਲ ਦੇਖੋ ਜਿਹਦੇ ਨਾਲ ਜਿਹੜਾ ਪੈਦਾ ਕਰਨ ਵਾਲਾ ਉਹਦੇ ਵਾਲੀ ਅੱਖ ਨਾਲ ਦੇਖੋ, ਉਸ ਬੰਦੇ ਦੀ ਦੇਖੋ ਕਾਬਲੀਅਤ ਜਾਂ ਉਹਦੀ ਉੱਚਤਾ, ਉਹਦੀ ਸੁੱਚਤਾ ਉੱਚਤਾ, ਉਸ ਨਾਲ ਦੇਖੋ ਐਂਗਲ ਨਾਲ। ਤੁਸੀਂ ਤਾਂ ਇੱਕ ਉਹਦੇ ਐਂਗਲ ਨਾਲ ਦੇਖਣ ਲੱਗ ਗਏ ਜਿਹੜੇ ਬੇਸਬਾਗਾ ਪੂਤ ਹੈ। ਇਹ ਕਿਹੜੇ ਐਂਗਲ ਨਾਲ ਦੇ? ਬੇਸਬਾਗੇ ਪੂਤ ਦੇ ਐਂਗਲ ਨਾਲ ਦੇਖਦੇ ਨੇ। ਜਿਹੜੇ ਗੁਰਮਤ ਦੇ ਧਾਰਨੀ ਨੇ ਉਹ ਜਿਹੜਾ ਉਹਨਾਂ ਦਾ ਮਾਂ ਪਿਓ ਉਹਦੇ ਐਂਗਲ ਨਾਲ ਦੇਖਦੇ ਨੇ, ਜੇ ਪੈਦਾ ਕਰਨ ਵਾਲੇ ਦੇ ਐਂਗਲ ਨਾਲ ਦੇਖਦੇ ਨੇ। ਇਹ ਜਿਹੜੇ ਦੂਰ ਨੇ ਉਹ ਬੇਸਬਾਗੇ ਪੂਤ ਵਾਲੇ ਐਂਗਲ ਨਾਲ ਦੇਖਦੇ ਨੇ। ਇਸ ਨੂੰ ਬੇਸਬਾਗੇ ਪੂਤ ਜਨਮ ਮਨਮੁਖ ਨੇ ਨਾ, ਉਹ ਤਿਰਕਟੀ ਨੇ ਹੈ। ਬੁੱਧੀ ਜੋ ਨੀਚ ਹੈ, ਅਸਲ 'ਚ ਇਹਨਾਂ ਦੀ ਨੀਚਤਾ ਜਿਹੜੀ ਹੈਗੀ ਹੈ ਨਾ ਆਪਣੇ ਅੰਦਰ, ਉਹ ਜ਼ਾਹਰ ਹੁੰਦੀ ਹੈ। ਤੂੰ ਨੀਚਤਾ ਜ਼ਾਹਰ ਹੁੰਦੀ ਹੈ। ਕਈ ਆਦਮੀ ਨੇ ਨੌਕਰ ਹੋਣਗੇ ਸਾਡੇ, ਸੋਨਾ ਪਿਆਰ ਹੈ ਉਹਨਾਂ ਦੇ ਮਨ 'ਚ ਨਹੀਂ ਹੁੰਦਾ ਕਦੇ ਵੀ, ਚਾਹੇ ਘਰ ਇਕੱਲੇ ਹੋਣ। ਕਈ ਨੌਕਰ ਇਹੋ ਜਿਹੇ ਹੋਣਗੇ ਉਹ ਕੋਲੇ ਹੋਵੇ ਥੋੜਾ ਅੱਖ ਬਚਾਈ ਤੇ ਵੀ ਕੁਝ ਜੇਬ 'ਚ ਪਾ ਲੈਣਗੇ। ਕਿੰਨਾ ਫਰਕ ਹੈ ਦੋਹਾਂ ਦੇ ਵਿੱਚ? ਦੋਏ ਆਦਮੀ ਨੇ, ਕਿੰਨਾ ਫਰਕ ਹੈ ਦੋਹਾਂ ਦੇ ਵਿੱਚ? ਬਸ ਆਹੀ ਗੱਲ ਹੈ। ਉਹ ਜਿਹੜਾ ਦੇਖ ਕੇ ਰਹਿ ਨਹੀਂ ਨਾ ਸਕਿਆ ਵੀ ਮੈਂ ਚੋਰੀ ਕਰ ਲਾਂ, ਇਹ ਉਹ ਚੋਰ ਨੇ ਸਾਰੇ। ਜਿਹੜੇ ਖਿਲਾਫ ਨੇ ਨਾ ਇਹ ਸਾਰੇ, ਇਹ ਉਹ ਚੋਰ ਨੇ। ਆਪਣੇ ਅੰਦਰ ਦੀ ਕਮਜ਼ੋਰੀ ਇਹਨਾਂ ਨੂੰ ਨਾ, ਜਿਹੜੀ ਇਹਨਾਂ ਦੇ ਅੰਦਰ ਕਮਜ਼ੋਰੀ ਹੈ ਉਹ ਔਖਾ ਕਰਦੀ ਹੈ। ਆਪਣੀ ਕਮਜ਼ੋਰੀ ਔਖਾ ਕਰਦੀ ਹੈ, ਤਾਂ ਖਿਲਾਫ ਨੇ। ਨਹੀਂ ਤਾਂ ਇੱਕ ਤਾਂ ਉਹ ਵੀ ਲਿਖਦਾ ਰਜਨੀਸ਼, ਕਹਿੰਦਾ ਇੱਕ ਲੜਕੀ ਹੈ ਕਿ ਦਰਿਆ ਦੇ ਇੱਧਰਲੇ ਪਾਸੇ ਖੜੀ ਹੈ, ਦਰਿਆ ਦੇ ਵਿੱਚ ਪਾਣੀ ਜ਼ਿਆਦਾ ਹੈ। ਉਹ ਕਹਿੰਦੇ ਆ ਵੀ ਭਾਈ ਮੈਨੂੰ ਕੋਈ ਪਾਰ ਕਰ ਦਿਓ, ਮੇਰੇ ਕੱਪੜੇ ਭੇਜਣਗੇ। ਕਹਿੰਦਾ ਉਹ ਆਏ, ਹੋਰ ਨਾਲ ਆਦਮੀ ਸੀ, ਇੱਕ ਸੰਨਿਆਸੀ ਸੀ। ਸੰਨਿਆਸੀ ਕਹਿੰਦਾ ਭਾਈ ਤੂੰ ਮੇਰੇ ਮੋਢੇ ਤੇ ਬਹਿ ਜਾ। ਮੋਢੇ ਤੇ ਬਿਠਾ ਕੇ ਉਹਨੂੰ ਪਾਰ ਕਰੇਗਾ। ਪਿੱਛੋਂ ਗੱਲਾਂ ਕਰਦੇ ਆਉਂਦੇ ਸੀ ਉਹ ਬੰਦਿਆਂ ਨਾਲ, ਗਾਂ ਫੇਰ ਪਾਰ ਕਰਤਾ ਉਹਨੇ ਫਿਰ ਉੱਥੇ ਗੱਲ ਸ਼ੁਰੂ ਕਰ ਲਈ ਸੰਨਿਆਸੀ ਨੇ। ਉਹ ਕਹਾਂ ਜਾ ਕੇ ਉਹ ਕਹਿਣ ਲੱਗੇ ਯਾਰ ਤੂੰ ਉਹ ਔਰਤ ਸੀ, ਤੂੰ ਤਾਂ ਸੰਨਿਆਸੀ ਹੈ, ਤੈਂ ਉਹਨੂੰ। ਕਹਿੰਦਾ ਤੁਹਾਡੇ ਦਿਮਾਗ 'ਚ ਜੋ ਔਰਤੇ ਘੁੰਮੀ ਜਾਂਦੀ ਹੈ, ਤੇ ਮੇਰੀ ਗੱਲ ਤਾਂ ਤੁਸੀਂ ਸੁਣੀ ਹੋਣੀ। ਇਹਦਾ ਮਤਲਬ ਹੈ ਉਹ ਇੱਕ ਕੰਮ ਸੀ, ਉਹਨੂੰ ਲੋੜ ਸੀ, ਮੈਂ ਉਹਨੂੰ ਪਾਰ ਕਰਤਾ। ਮੈਂ ਤਾਂ ਉੱਥੇ ਚੜ੍ਹਦੀ ਸੀ, ਉਹ ਤੁਸੀਂ ਲਈ ਫਿਰਦੇ ਹੋ। ਤੁਸੀਂ ਤਾਂ ਉਹੀ ਲਈ ਫਿਰਦੇ ਹੋ ਜੋ ਇਹ ਐਂ ਲਈ ਫਿਰਦੇ ਨੇ ਸਾਰਾ ਦਿਮਾਗ 'ਚ। ਇਸ ਕਰਕੇ ਤਾਂ ਹੀ ਅਸੀਂ ਕਹਿੰਦੇ ਸਾਰਿਆਂ ਦੇ ਪੜ੍ਹਨ ਵਾਲਾ ਨਹੀਂ ਹੈ ਇਹ ਚੈਪਟਰ। ਉਹਦੇ ਪੜ੍ਹਨ ਵਾਲਾ ਜਿਹੜਾ ਪਾਸ ਹੋ ਜਾਵੇ ਪਹਿਲਾਂ ਥੱਲਿਓ। ਸੰਨਿਆਸੀ ਤਾਂ ਪਾਸ ਸੀਗਾ, ਉਹਦੇ ਦਿਮਾਗ 'ਚ ਨਹੀਂ ਗੱਲ ਆਈ, ਉਹ ਉੱਥੇ ਹੀ ਫਿਰਦੇ ਨੇ ਤੁਰੇ ਵੀ ਤੂੰ ਤਾਂ ਪਿੱਠਿਆ ਗਿਆ। ਤੁਸੀਂ ਤਾਂ ਔਰਤ ਦਾ ਮੂੰਹ ਨਹੀਂ ਦੇਖਣਾ ਚਾਹੁੰਦੇ। ਕਹਿੰਦਾ ਇੱਕ ਪਰਉਪਕਾਰ ਦੀ ਗੱਲ ਸੀ, ਮੈਂ ਕਰਤੀ। ਉਹ ਤਾਂ ਪਰਉਪਕਾਰ ਸੀ, ਉਹਦਾ ਦਰਿਆ ਪਾਰ ਹੋ ਗਿਆ। ਮੈਨੂੰ ਉਹਦਾ ਸਮਝ ਲਓ ਇਹ ਉਹ ਕਹੂ ਵੀ ਬੜਾ ਨੇਕ ਆਦਮੀ ਹੈ, ਇੰਨਾ ਤਾਂ ਕਹੂ ਹੈ ਨਾ। ਮੈਂ ਦੋਇਆ ਨਾਲ ਤਾਂ ਉਹ ਚੰਗਾ ਸੰਨਿਆਸੀ। ਸਾਨੂੰ ਤਾਂ ਲੋਕ ਔਰਤਾਂ ਨਫ਼ਰਤ ਕਰਦੀਆਂ ਨੇ ਵੀ ਭੈੜੇ ਆਦਮੀ ਨੇ, ਸਾਨੂੰ ਨਫ਼ਰਤ ਕਰਦੀਆਂ ਨੇ। ਉਹਦੇ ਦਿਮਾਗ 'ਚੋਂ ਮੇਰੀ ਨਫ਼ਰਤ ਚਲੀ ਜਾਊਗੀ। ਉਹਦਾ ਦਰਿਆ ਪਾਰ ਹੋ ਗਿਆ, ਮੈਨੂੰ ਤਾਂ ਇੰਨਾ ਹੀ ਪਤਾ ਬਸ। ਮੈਨੂੰ ਹੋਰ ਪਤਾ ਹੀ ਕਾਹਦਾ ਨਹੀਂ। ਤੂੰ ਪਤਾ ਨਹੀਂ ਕੀ ਲਈ ਫਿਰਦਾ। ਸੋਚ ਆਦਮੀ ਦੀ ਬੜੀ ਟੌਪ ਦੀ ਗੱਲ ਕੀਤੀ ਉਹਨੇ। ਤੂੰ ਕਹਿੰਦਾ ਘਾਟਾ ਹੋ ਗਿਆ, ਭੁੱਲੇ ਹੀ ਨਹੀਂ ਉਸ ਗੱਲ ਨੂੰ। ਇਹਨਾਂ ਨਾਲ ਤੇਰੇ ਅੰਦਰ ਕਿਤੇ ਚੋਰ ਹੈ, ਤੂੰ ਉਹਨੂੰ ਤਲਾਸ਼ ਕਰ। ਇਸ ਕਰਕੇ ਇਹ ਜਿਹੜਾ ਚੈਪਟਰ ਹੈ ਬਹੁਤ ਪਿੱਛੋਂ ਰੱਖਿਆ ਹੋਇਆ ਹੈ। ਜਿਨ੍ਹਾਂ ਨੇ ਪਹਿਲਾਂ ਰੱਖ ਲਿਆ ਸੀ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਨੇ ਗਲਤੀ ਕੀਤੀ ਸੀ, ਉਹੀ ਗਲਤੀ ਸੁਧਾਰੀ ਹੈ। ਇਹ ਪੂਰਾ ਪੱਕਾ ਕਰਕੇ ਇਹਨੂੰ ਸੰਨਿਆਸੀ ਬਣਾ ਕੇ ਫੇਰ ਇਹਨੂੰ ਪੜ੍ਹਾਉਣਾ।
ਇਹ ਚੈਪਟਰ ਫੇਰ ਦਿਖਾਉਣਾ ਨਕਸ਼ਾ ਹੈ ਕਰਤਾਰ ਦੀ ਰਚਨਾ ਹੀ ਇਹ। ਸਾਧੋ ਰਚਨਾ ਰਾਮ ਬਣਾਈ। ਫਿਰ ਰਚਨਾ ਦੇ ਬਾਹਰ ਹੈ, ਇਹ ਬਾਹਰ ਹੈ ਰਚਨਾ ਤੇ। ਪਰ ਕਿਹਾ ਕਿ ਇਹਨੂੰ ਸਾਧ ਨੂੰ ਕਿਹਾ, ਜਾਂ ਸਾਧ ਸੀ ਫੇਰ ਕਿਹਾ। ਇਹ ਸਾਧ ਦੇ ਪੜ੍ਹਨ ਵਾਲੀ ਉਹ ਤੋਂ ਪਹਿਲਾਂ ਪੜ੍ਹਨ ਵਾਲੀ ਨਹੀਂ ਹੈ। ਸਾਧੋ ਰਚਨਾ ਰਚਨਾ ਪਹਿਲਾਂ ਕਾਹਦੇ ਨਹੀਂ ਕਹਿਤਾ ਬਈ ਇਹ ਗੱਲ ਆਦ ਦੇ ਵਿੱਚ, ਪਹਿਲੇ ਹੀ ਕਾਹਦੇ ਨਹੀਂ ਕਹਿਤਾ ਸ਼ੁਰੂ 'ਚ। ਜਦ ਸਾਧ ਹੋ ਗਿਆ, ਸਾਧਾਂ ਨੂੰ ਸੰਬੋਧਨ ਸਿਰਫੇ ਸਾਰੀ ਰਚਨਾ ਦਾ ਦਰਸ਼ਨ ਸਾਧੇ ਕਰਨ। ਇਹ ਰਚਨਾ ਦਾ ਕੱਪੜਾ ਜਾਂ ਚੱਕਣਾ ਜਾਂ ਸਾਧ ਹੋ ਜਵੇ, ਦੇਖਣ ਜੋਗਾ ਹੋ ਜਵੇ। ਇਸ ਕਰਕੇ ਅਸੀਂ ਕਹਿੰਦੇ ਲੋੜ ਨਹੀਂ ਇਹਨਾਂ ਨੂੰ ਪੜ੍ਹਨ ਦੀ। ਤੁਹਾਨੂੰ ਕਿਹਨੇ ਕਿਹਾ ਤੁਸੀਂ ਪੜ੍ਹੋ? ਜਿਹੜੇ ਪੜ੍ਹਦੇ ਨੇ ਤੁਸੀਂ ਕੌਣ ਹੁੰਦੇ ਉਹਨਾਂ ਨੂੰ ਕਹਿਣ ਵਾਲੇ? ਕੱਲ ਡਾਕਟਰ ਨੇ ਡਾਕਟਰੀ ਪੜ੍ਹਦੇ, ਤੁਸੀਂ ਕੱਲ ਉਹਨਾਂ ਨੂੰ ਕਹਿ ਦੋਗੇ ਇਹ ਜਾਂ ਚਲਿਆ ਜਾਵੇ ਉੱਥੇ ਡਾਕਟਰਾਂ ਦੇ ਕੋਲ ਕਲਾਸ ਦੇ ਵਿੱਚ। ਉੱਥੇ ਤਾਂ ਪੜ੍ਹਦੇ ਨੇ, ਕੁੜੀਆਂ ਵੀ ਨੇ ਮੁੰਡੇ ਵੀ ਨੇ। ਤੁਸੀਂ ਤਾਂ ਹੋਰੇ ਕੋ ਸੋਚੋਗੇ ਉੱਥੇ ਜਾ ਕੇ। ਇੰਨਾ ਕੇ ਫਰਕ ਹੈ। ਇਹ ਫਰਕ ਹੈ ਦ੍ਰਿਸ਼ਟੀਕੋਣ ਦਾ। ਇਹਨਾਂ ਦਾ ਦ੍ਰਿਸ਼ਟੀਕੋਣ ਸੰਸਾਰੀ ਹੈ, ਇਹ ਲੋਕ ਸੰਸਾਰੀ ਨੇ। ਉਹਦਾ ਸਾਧਾ ਦਾ ਦ੍ਰਿਸ਼ਟੀਕੋਣ ਧਾਰਮਿਕ ਹੈ। ਭਗਤਾਂ ਦੇ ਸਾਰੀਆਂ ਜੋੜ ਕਦੇ ਨਾ ਇਹਨਾਂ ਦਾ ਜੋੜ ਕਿਵੇਂ ਆ ਜਾਊਗਾ? ਇਹਨਾਂ ਨੂੰ ਜਿਹੜੀ ਚੀਜ਼ ਅਸ਼ਲੀਲ ਲੱਗਦੀ ਹੈ ਲੱਗੇ, ਇਹਨਾਂ ਨੂੰ ਤਾਂ ਲੱਗੂ ਹੈ। ਇਹਨਾਂ ਨੂੰ ਤਾਂ ਗੁਰਬਾਣੀ ਵੀ ਲੱਗਦੀ ਹੈ, ਇਹਨੂੰ ਕੌਣ ਮੰਨੂ ਜੀ? ਇਹ ਤਾਂ ਮੰਨੀ ਨਹੀਂ ਜਾ ਸਕਦੀ। ਇਹਨਾਂ ਨੂੰ ਤਾਂ ਇਹ ਲੱਗਦਾ ਹੁਣ ਅਸੀਂ ਹਟ ਜਾਈਏ ਮੰਨਣ ਤੇ, ਤਾਂ ਮੰਨਣ ਵਾਲੇ ਇਹਨਾਂ ਦੇ ਕਹੇ ਤੇ ਹਟ ਜਾਣ। ਇਹ ਰਹਿਣ ਆਪਣੇ ਘਰ ਢਕੇ ਰਹਿਣ। ਜਿਹੜੇ ਆਦਮੀ ਧਾਰਮਿਕ ਵਿਸ਼ਾ ਹੀ ਨਹੀਂ, ਜਿਹਨਾਂ ਦਾ ਪੜ੍ਹੇ ਹੀ ਨਹੀਂ, ਤੁਰੇ ਹੀ ਨਹੀਂ, ਉਹ ਦੂਜਿਆਂ ਨੂੰ ਰਾਇ ਦੇਣ ਤੇ ਚੁੱਪ ਕਰਕੇ ਰਾਜ ਬਹਿ ਜਾਣਾ ਆਪਣੇ ਆਰਾਮ ਨਾਲ ਘਰ। ਨਾ ਤੁਸੀਂ ਸਿੱਖ ਹੋ, ਨਾ ਤੁਸੀਂ ਸਿੱਖੀ ਦਾ ਇੱਕ ਕਦਮ ਚੱਲਿਓ, ਨਾ ਤੁਸੀਂ ਚੱਲਣਾ, ਨਾ ਤੁਹਾਡਾ ਵਿਸ਼ਾ ਚੱਲਣ ਦਾ। ਤੁਸੀਂ ਕੌਣ ਹੁੰਦੇ ਹੋ ਸਾਨੂੰ ਰਾਇ ਦੇਣ ਵਾਲੇ? ਕੀ ਅਥਾਰਟੀ ਹੈ ਤੁਹਾਡੇ ਕੋਲ ਰਾਇ ਦੇਣ ਦੀ? ਇਹਨਾਂ ਦੇ ਵਿੱਚ ਨੇ ਜੋਗੀਆਂ ਚ ਨੰਗੇ ਹੀ ਰਹਿੰਦੇ ਨੇ। ਦੇਖਿਆ ਨਹੀਂ ਉਹ ਸੰਤਾਂ ਦੇ ਵਿੱਚ ਜੈਨੀਆਂ ਚ ਨੰਗੇ ਹੀ ਰਹਿੰਦੇ ਨੇ। ਤੁਸੀਂ ਉਹਨਾਂ ਨੂੰ ਕਹਿ ਦੋਗੇ, ਪਰ ਜਿਹੜੇ ਉਹਨਾਂ ਦੇ ਸੰਪਰਕ ਇਹਨਾਂ, ਉਹਨਾਂ ਨੂੰ ਪੁੱਛੋ ਕਿੰਨਾ ਉੱਚਾ ਜੀਵਨ ਹੈ ਉਹਨਾਂ ਦਾ, ਤੇ ਤੁਸੀਂ ਤਾਂ ਉਹਨਾਂ ਨੂੰ ਵੀ ਕਹਿ ਦੋਗੇ। ਤੁਸੀਂ ਆਪ ਦੇਖੋ ਆਪਣੇ ਅੰਦਰ ਝਾਕ ਕੇ ਤੁਸੀਂ ਕੀ ਹੋ, ਬਜਾਏ ਦੂਏ ਪਾਸੇ ਦੇਖਣਾ। ਤੁਸੀਂ ਆਪਣੇ ਆਪ ਦੇਖੋ ਤੁਸੀਂ ਕੀ ਹੋ। ਤੁਸੀਂ ਆਪਣੀਆਂ ਕਮਜ਼ੋਰੀਆਂ ਦੂਰ ਕਰ ਲਓ, ਲੋਕਾਂ ਨੂੰ ਰਹਿਣ ਦਿਓ। ਜਾਂ ਫਿਰ ਜਿਹੜੇ ਹੈਗੇ ਨੇ ਬੰਦੇ ਆਏ ਹੁਣ ਤੱਕ, ਉਹਨਾਂ ਦੇ ਪੈਰ ਵਰਗੇ ਵੀ ਨਹੀਂ ਤੁਸੀਂ ਹੈਗੇ। ਉਹੀ ਸੀ ਜਿਹੜੇ ਮੱਸੇ ਰੰਗ ਦਾ ਅਸਰ ਲੈ ਕੇ ਵੱਢ ਕੇ। ਉਹਨੇ ਕਿਹਾ ਜੇ ਮੈਂ ਸਿਰ ਲਾਇਆ ਆ ਤਾਂ ਇਹਨੂੰ ਆਪਾਂ ਗ੍ਰੰਥ ਨੂੰ ਇੱਕੋ ਜਗ੍ਹਾ ਰੱਖਣਾ। ਜੇ ਮੈਂ ਸ਼ਹੀਦ ਹੋ ਗਿਆ ਜਾਂ ਮੇਰਾ ਨੁਕਸਾਨ ਹੋ ਗਿਆ ਕੋਈ, ਫਿਰ ਤੁਸੀਂ ਅੱਡ ਅੱਡ ਕਰ ਦਿਓ। ਉਹ ਲੈ ਆਇਆ ਸਿਰ। ਖਾਲਸੇ ਨੇ ਕਿਹਾ ਵੀ ਇਹ ਹੁਕਮ ਪਰਮੇਸ਼ਰ ਦਾ ਹੀ ਹੈ। ਹੁਣ ਉਹਨਾਂ ਨੇ ਇਹਨੂੰ ਪਰਮੇਸ਼ਰ ਦਾ ਹੁਕਮ ਮੰਨ ਕੇ ਪ੍ਰਕਾਸ਼ ਕਰਤਾ। ਇਹ ਮਨਮੁਖ ਫੇਰ ਉੱਠੇ। ਇਹ ਮਨਮੁਖ ਨੇ, ਨਹੀਂ ਜੀ ਨਹੀਂ, ਇਹ ਕੋਈ ਸ਼ਰਤ ਹੈ ਕੋਈ ਫਲਾਨਾ। ਇਹ ਮਨਮੁਖ ਨੇ, ਇਹਨਾਂ ਨੂੰ ਕਿਸੇ ਗੁਰੂ ਤੇ ਕਿਸੇ ਪਰਮੇਸ਼ਰ ਤੇ ਭਰੋਸਾ ਹੈ ਹੀ ਨਹੀਂ। ਜਿਹਨਾਂ ਨੂੰ ਭਰੋਸਾ, ਉਹਨਾਂ ਦਾ ਭਰੋਸਾ ਇਹਨਾਂ ਦੇ ਕਹੇ ਤੇ ਡੋਲ ਜੂਗਾ। ਤਾਂ ਹੀ ਉਹ ਕਹਿੰਦੇ ਨੇ ਵੀ ਫਿਰ ਤੁਹਾਨੂੰ ਛੇਤਰਾਂ ਦੀ ਲੋੜ ਹੈ। ਫਿਰ ਉਹ ਫਿਰ ਤਾਂ ਹੀ ਕਹਿੰਦੇ ਵੀ ਇਹਨਾਂ ਨੂੰ ਸੌਦਾ ਲਾਉਣ ਵਾਲਾ, ਹੋਰ ਗੱਲ ਕੁਛ ਨਹੀਂ। ਵੀ ਤੁਹਾਡਾ ਵਿਸ਼ਾ ਨਹੀਂ। ਹਾਂ ਇਹ ਗੱਲ ਹੈ, ਤੁਸੀਂ ਸਿੱਖੀ ਛੱਡ ਜਾਓ। ਤੁਹਾਡੀਆਂ ਕੋਈ ਮਿੰਨਤਾਂ ਨਹੀਂ ਕਰਦਾ ਵੀ ਤੁਸੀਂ ਸਿੱਖ ਬਣੋ। ਤੁਸੀਂ ਸ਼ਰਤ ਤਾਂ ਰੱਖੋ ਜੇ ਤੁਹਾਨੂੰ ਕੋਈ ਕਹਿੰਦਾ ਹੋਵੇ ਤੁਸੀਂ ਸਿੱਖ ਬਣੋ। ਤੁਸੀਂ ਕਹੋ ਵੀ ਜੇ ਇਹ ਪਾਠ ਸਿੱਖੀ ਦਾ ਤੁਸੀਂ ਰੱਖਣਾ ਪਾਈ, ਅਸੀਂ ਸਿੱਖੀ ਛੱਡਤੀ। ਤੁਸੀਂ ਆਪਣਾ ਕੋਈ ਹੋਰ ਧਰਮ ਕੋਈ ਧਾਰਨ ਕਰ ਲਓ, ਨਾਕਾਰੀ ਨੇ ਉਹ ਬਣ ਜਾਓ, ਰਾਧਾ ਸਵਾਮੀ ਬਣ ਜਾਓ। ਇਹ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਧਰ ਚਲੇ ਜਾਓ, ਜਾਂ ਕੋਈ ਨਵਾਂ ਧਰਮ ਹੋਰ ਬਣਾ ਲਓ। ਉਹ ਤਾਂ ਸ਼ਰਤਾਂ ਤੁਸੀਂ ਤਾਂ ਰੱਖੋ ਜੇ ਅਸੀਂ ਕਹੀਏ ਹਾੜੇ ਤੁਸੀਂ ਸਿੱਖ ਬਣੋ, ਵੀ ਸਾਨੂੰ ਛੱਡ ਕੇ ਨਾ ਜਾਓ। ਅਸੀਂ ਤਾਂ ਕਹਿਣਾ ਤੁਸੀਂ ਸਾਡਾ ਖੜਾ ਛੱਡੋ, ਪਰੇ ਹੋ। ਤੋਤੇ ਅਸੀਂ ਲੈਣਾ ਕੀ ਹੈ? ਕਾਂਗਿਆਰੀ ਤੇ ਲੈਣਾ ਕੀ ਹੈ? ਤੁਸੀਂ ਕਹਿੰਦੇ ਉਹਨੂੰ ਕੱਢੋ ਜ਼ਰੂਰ। ਉਹ ਕਹਿੰਦਾ ਥੜੇ ਤੇ ਨਾ ਚੜ੍ਹ ਮੇਰੇ ਤੇ, ਉਹ ਕਹਿੰਦਾ ਘੱਟ ਨਾ ਤੋਲ। ਉਹ ਤਾਂ ਤੈਨੂੰ ਦੁਕਾਨ ਦੇ ਥੜੇ ਤੇ ਨਹੀਂ ਚੜ੍ਹਨ ਦਿੰਦੇ, ਸਿੱਖ ਦੇ ਤੈਨੂੰ ਥੜੇ ਤੋਲਦੇ, ਤੂੰ ਕਹਿੰਦਾ ਘੱਟ ਕੇ ਤੋਲਦੇ ਹੋ। ਇਹਨੇ ਮੂਰਖ ਰੌਲਾ ਬੋਲਣੇ ਪਾਈ ਜਾਣ।
ਆਪੇ ਹਟ ਜਾਣਗੇ। ਜਿਉਂ-ਜਿਉਂ ਪਤਾ ਲੱਗਦਾ ਜਾਂਦਾ ਸਪੋਕਸਮੈਨ ਨੂੰ ਸਾਰੇ ਛੱਡਦੇ ਜਾਂਦੇ ਨੇ। ਹੁਣ ਇਹ ਇਕੱਲਾ ਹੀ ਹੈ, ਇਹਦੇ ਨਾਲ ਕੋਈ ਵੀ ਨਹੀਂ। ਜਿਉਂ-ਜਿਉਂ ਕਲੈਰੀਫਿਕੇਸ਼ਨ ਜਾਣੀ ਹੈ ਹੁਣ ਆਹ ਜੋ ਆਪਾਂ ਬੋਲਦੇ ਹਾਲ ਤੱਕ ਕੋਈ ਬੋਲਿਆ ਨਹੀਂ ਸੀ ਨਾ ਦੂਏ ਪਾਸੇ। ਜੇ ਦੂਏ ਪਾਸੇ ਬੋਲਣ ਲੱਗ ਗਏ ਇਹਦੇ ਨਾਲ ਰਹਿਣਾ ਹੀ ਕੋਈ ਨਹੀਂ। ਜਿਹੜੇ ਸਿੱਖ ਨੇ ਉਹ ਤਾਂ ਰਹਿਣਾ ਨਹੀਂ। ਇਹ ਜੇ ਮੂਰਖ ਰਹਿ ਜਾਣਗੇ 5-7, ਜਿਹੜੇ ਇਹਦੇ ਵਰਗੇ ਮੂਰਖ ਨੇ ਨਾ ਉਹ ਰਹਿ ਜਾਣਗੇ। ਉਹ ਮਨਮੁਖ ਹੁੰਦੇ ਨੇ, ਉਹ ਭੇਜੇ ਨਾ ਭੇਜੀ ਪੱਥਰ ਨੂੰ ਆਈਏ ਪੱਥਰ ਹੁੰਦੇ ਨੇ। कहूँ बेन के बजैया कहूँ ਧੇਨ ਕੇ ਚਰਈਆ। ਕਹੂੰ ਬੇਨ ਕੇ ਵਜਈਆ ਕਹੂੰ ਧੇਨ ਕੇ ਚਰਈਆ। ਕਿਤੇ ਬੇਨ ਦਾ ਵਜਈਆ ਬੇਨ ਵਜਾਉਂਦਾ। ਕ੍ਰਿਸ਼ਨ ਵਾਲੀ ਬੰਸਰੀ ਦੀ ਗੱਲ ਹੈ, ਗੱਲ ਕ੍ਰਿਸ਼ਨ ਦੀ ਹੈ। ਉਹ ਜਾਂ ਕ੍ਰਿਸ਼ਨ ਦੀ ਨਹੀਂ ਹੈ। ਬੇਨ ਕੇ ਵਜਈਆ ਜਿਹੜਾ ਹੈ ਆਪਣੀ ਸੁਰ ਕੱਢਦਾ ਨਾ, ਹੁਕਮ ਕੀ ਮਨ ਭਾਵਦੇ, ਇਹ ਵੀ ਬੇਨ ਕੇ ਵਜਈਆ ਹੀ ਹੈ। ਅਸਲ ਤਾਂ ਇਹਦੀ ਉਹ ਗੱਲ ਹੈ। कहूँ ਧੇਨ ਕੇ ਚਰਈਆ। ਕਹੂੰ ਧੇਨ ਕੇ ਚਰਈਆ। ਕਿਤੇ ਗਈਆਂ ਚਾਰਦਾ ਧੇਨ ਕਾ ਚਰਈਆ। ਜਿਹੜਾ ਸਰੀਰ ਨੂੰ ਸਰੀਰ ਵਾਸਤੇ ਫਿਰਦਾ ਨਾ ਤੁਰਿਆ, ਸਰੀਰ ਪਾਲਣਾ ਕਰਦਾ ਹੈ। ਜਿਵੇਂ ਪਸ਼ੂ ਹੈ, ਪਸ਼ੂ ਕੀ ਕਰਦਾ? ਸਰੀਰ ਹੀ ਪਾਲਦਾ ਆਪਣਾ। ਜੇ ਸਰੀਰ ਪਾਲਦਾ ਆਪਣਾ ਧੇਨ ਕਾ ਚਰਈਆ ਹੀ ਹੈ। कहूँ लाखन लवैया कहूँ सुंदर कुमार हो। ਕਹੂੰ ਲੱਖਾਂ ਲਵਈਆ। ਕਿਤੇ ਲੱਖਾਂ ਦਾ ਮਤਲਬ ਹੈ ਵਪਾਰ ਕਰਦਾ ਉਹ। लाखन कहूँ लाखन लवैया ਆਹੋ ਲਵਈਆ, ਲਵਈਆ ਮਤਲਬ ਪ੍ਰਾਪਤ ਕਰਨ ਲੈਣਾ। कहूँ सुंदर कुमार हो। ਕਿਤੇ ਸੁੰਦਰ ਕੁਮਾਰ ਹੋ। ਕਿਤੇ ਲੱਖਾਂ ਰੁਪਈਆਂ ਦਾ ਮਤਲਬ ਹੈ ਵਪਾਰ, ਉਹ ਤੇ ਖੱਟੀ ਖੜਦਾ। कहूँ सुंदर कुमार हो। ਕਿਤੇ ਸੁੰਦਰ ਕੁਮਾਰ ਹੈ। शुद्धता की शान हो कि संतन के प्राण हो। शुद्धता की शान हो। शुद्धता की शान है। किते तू शुद्ध नहीं है, शुद्धता की भी शान है। शुद्ध करने वाले दूजिया नूं, आप तो शुद्ध है ही है, दूजिया नूं शुद्ध करने वाला। कि संतन के प्राण हो। कि संतन के प्राण हो के संतां दे प्राण है। तू संतां दे प्राण है, दूजिया दे नहीं। संतन के प्राण लिखे, मनमुखा दे प्राण नहीं। मनमुखा दे प्राण वायु होंदी है, ਉਹਦਾ ਹਵਾ ਪ੍ਰਾਣ ਹੁੰਦੀ ਹੈ ਉਹਨਾਂ ਦੇ। ਸੰਤਨ ਕੇ ਪ੍ਰਾਣ ਤੂੰ ਹੈ, ਜਿੰਨਾ ਚਿਰ ਤੂੰ ਹੈ ਸੰਤ ਨਹੀਂ ਮਰਦੇ ਹੁੰਦੇ। ਜਿਹਨੇ ਪ੍ਰਾਣ ਤੈਨੂੰ ਬਣਾ ਲਿਆ ਤੇ ਫਿਰ ਉਹ ਤਾਂ ਮਰਦਾ ਨਹੀਂ। ਜਿਹਦਾ ਪ੍ਰਾਣ ਵਾਯੂ ਹੈ ਉਹ ਜਮਦਾ ਮਰਦਾ। ਮਾਇਆ ਨਾ ਉਹਦੇ ਪ੍ਰਾਣ ਮਾਇਆ ਹੈ। कि दाता महादान हो। ਕਿ ਦਾਤੇ ਮਹਾਦਾਨ ਹੋ। ਮੈਨੂੰ ਸਮਝ ਨਹੀਂ ਆਉਂਦੀ ਤੂੰ ਹੱਸਦਾ ਕੀ। ਸਾਰੀ ਜਗ੍ਹਾ ਹੀ ਤੂੰ कि दाता महादान हो। ਦਾਤਾ ਮਹਾਦਾਨ ਵੀ ਤੂੰ ਹੀ। ਇੱਕ ਦੀ ਗੱਲ ਚੱਲਦੀ ਹੈ ਇੱਥੇ, ਹਰ ਜਗ੍ਹਾ ਇੱਕ ਹੈ। कि निर्दोखी निरंकार हो। ਕਿ ਨਿਰਦੋਖੀ ਨਿਰੰਕਾਰ ਹੋ। ਕਿ ਐਸਾ ਨਿਰਾਕਾਰ ਹੈ ਜਿਹਨੂੰ ਕੋਈ ਦੋਖ ਹੀ ਨਹੀਂ ਹੈ। ਜਾਂ ਇੱਕ ਹੋ ਕੇ ਉੱਗਿਆ ਨਾ, ਇੱਕ ਹੋਏ ਤਾਂ ਉੱਗਵੇ, ਉਹ ਨਿਰੰਕਾਰ ਹੈ। ਉਹਦਾ ਦੇਸ਼ ਵੱਖਰਾ ਹੋ ਜਾਂਦਾ ਹੈ। ਉਹ ਇੱਥੇ ਨਹੀਂ ਰਹਿੰਦਾ। ਫਿਰ निर्दोखी निरंकार। ਇਧਰੋਂ ਪੱਟ ਕੇ ਜਾ ਉਧਰ ਲੱਗ ਗਿਆ, ਨਿਰੰਕਾਰ ਹੈ। ਨਿਰਦੋਖੀ, ਕੋਈ ਦੋਖ ਨਹੀਂ ਉਹ 'ਚ। निर्जुर निरूप हो कि सुंदर स्वरूप हो। ਨਿਰਜੁਰ ਰੂਪ ਹੋ। ਨਿਰਜੁਰ ਜਰਾ ਰੋਗ ਤੋਂ ਰਹਿਤ। रूप है नहीं और जरा रोग भी है नहीं। निर्जुर निरूप हो। रूप भी है नहीं, रूप रहता है। और ਜਿਹੜਾ रूप है भी संसारी रूप नहीं है ना। अगे सुंदर स्वरूप आ गया ना। सुंदर स्वरूप का रूप तो हैगा फिर, पर रूप जरा रोग वाला नहीं है। निरूप है यह जा रूप नहीं ਜਿਹੜਾ ਅੱਖਾਂ ਨੂੰ ਦਿਖੇ, ਜਿੱਥੇ ਰੇਖਾ ਖਿੱਚਦੀ ਹੈ। जो चीज का वजूद है उसका रूप भी है। मूर्त है, अकाल मूर्त लिखा तो होया, पर बयान नहीं की जा सकती। मूर्त मूर्त जरूर है पर बयान ते बाहर है। अख नूं दींदी नहीं ना, जो अख नूं दींदा हो जा है नहीं। दसे की भूपर बेटा देखते ही प्रवान है। जो देखू तेनू वही प्रवान करूगा। दसिया नहीं जा सकता, बुझण वाली गल है। निर्जुर निरूप हो कि सुंदर स्वरूप। निरूप हो, निरूप हो, निरूप हो कि सुंदर स्वरूप हो। तेनू की कहा? निर्जन रूप कहा या सुंदर स्वरूप कहा? दस की कहा?
ਭੂਪਣ ਕੇ ਭੂਪ ਕਿ ਹੋ ਭੂਪਨ ਕੇ ਭੂਪ ਹੋ, ਜੋ ਰਾਜੇ ਬਣੇ ਬੈਠੇ ਨੇ ਇੱਥੇ, ਚਾਹੇ ਉਹ ਧਾਰਮਿਕ ਨੇ ਚਾਹੇ ਉਹ ਦੂਏ ਨੇ, ਤੇ ਜਿਹੜਾ ਗੁਰੂ ਹੁੰਦਾ ਧਾਰਮਿਕ ਰਾਜਾ ਹੁੰਦਾ, ਤੇ ਉਹਦਾ ਕੌਣ ਹੈ ਰਾਜਾ? ਤੂੰ ਹੈ। ਫਿਰ ਉਹਦਾ ਫਿਰ ਤੇਰਾ ਤਾਂ ਦਾਸ ਹੋਇਆ ਨਾ, ਤੇਰਾ ਤਾਂ ਦਾਸ, ਜਿਹਨੇ ਤਾਂ ਦਾਸ ਬਣ ਲਿਆ ਆਪਣੇ ਆਪ ਨੂੰ, ਉਹਨੇ ਤਾਂ ਉਹਨੂੰ ਭੂਪਨ ਕਾ ਭੂਪ ਲਿਆ ਮਨ। ਜੇ ਆਪਣੇ ਆਪ ਨੂੰ ਗੁਰੂ ਮੰਨਿਆ, ਉਹਨੂੰ ਦਾਸ ਨਹੀਂ ਆਪਣੇ ਆਪ ਨੂੰ ਕਿਹਾ, ਤਾਂ ਉਹਨੂੰ ਨਹੀਂ ਮੰਨਿਆ ਉਹਨੇ, ਉਹਨੂੰ ਫਿਰ ਆਪਣੇ ਨਾਲ ਵੱਡਾ ਨਹੀਂ ਮੰਨਿਆ। ਕਿ ਦਾਤਾ ਮਹਾਦਾਨ ਹੋ, ਕਿਉਂਕਿ ਉਹ ਕਹਿ ਵੀ ਦਿੱਤਾ ਭਗਤ ਬਰਾਬਰ ਹੋਰ ਨਾ ਕੋਈ ਛਤਰਪਤੀ ਰਾਜਾ ਪੰਡਤ ਹੈ, ਸੂਰ ਛਤਰਪਤੀ ਰਾਜਾ ਤੋਂ ਵੱਡਾ ਹੈ, ਕਹਿ ਵੀ ਦਿੱਤਾ, ਸੰਸਾਰ ਦੇ ਨਾਲ ਕੰਪੈਰੀਜ਼ਨ ਕਰਕੇ ਕਿਹਾ। ਉਹਦੇ ਮੂਹਰੇ ਹੁਕਮ ਦੇ ਅੱਗੇ ਕੀ ਹੈ? ਦਾਸ। ਹੁਕਮ ਦੇ ਅੱਗੇ ਦਾਸ ਹੈ। ਕਿ ਦਾਤਾ ਮਹਾਦਾਨ ਹੋ, ਕਿ ਦਾਤਾ ਮਹਾਦਾਨ ਹੋ, ਕਿ ਦਾਤਾ ऐसा है, ऐसा दाता जो महादानी है। महादान की है, नाम का दान महादान है। ਦਾਤਾ ਮਹਾਦਾਨ। ये तो बड़ा दान नहीं कोई है। ਪ੍ਰਾਣ ਕੇ ਬਚਈਆ दूध पूत के दवैया। प्राण के बचैया, प्राण का बचैया कौन है? नाम। दूध पूत के दवैया, दूध पूत बहाना नहीं है उन्हें, दूध गुरबाणी है, पूत ज्ञान है। मेरा कोई लड़का बेची लड़की बेचे, कोई कबीर कहना ना, वही गल है। जेड़ी मत बुद्ध है, जे ज्ञान उधर तरी, अब की सुंदर स्वरूप सुलखणी सहजे उधर तरी। उधर में किया सहज पढ़ रहा है, सहज अवस्था पढ़ रही है। प्राण के बचैया, प्राण के बचैया, दूध पूत के दवैया। गुरबाणी दूध है, इन्हें जो ज्ञान है ਭੂਤ ਹੈ। वो पूत है, जे तत्त है वही पूत है। प्राण दूध के पूत के दवैया, प्राण के बचैया दूध पूत के दवैया। जे दूध पूत का दवैया ताही प्राण बचणगे। प्राण किवें बचणगे? प्राण नहीं बचने हैं, साजीवन नहीं हो सकता कदे भी जे गुरबाणी ਦੇ ਵਿੱਚੋਂ ਗਿਆਨ ਨਾ ਮਿਲਿਆ, ਜੇ ਤਤ ਨਾ, ਜੇ ਮੱਖਣ ਨਾ ਖਾਦਾ, ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ ਹੈ। ਜੇ ਇਹ ਨਾ ਖਾਦਾ ਪ੍ਰਾਣ ਨਹੀਂ ਬਚਣੇ, ਸਜੀਵਨ ਨਹੀਂ ਹੋਣਾ ਹੈ। ਉਹ ਅਰਥ ਨਹੀਂ ਲਾ ਸਕਦੇ ਜੇ ਪੰਡਤ ਲਾਈ ਜਾਂਦਾ ਹੈ, ਉਹ ਤਾਂ ਸੰਸਾਰੀ ਅਰਥ ਨੇ। ਦੁੱਧ ਪੁੱਤ, ਉਹ ਪੁੱਤ ਤਾਂ ਮੰਨਦੀ ਨਹੀਂ ਕਿਸੇ ਨੂੰ ਗੁਰਬਾਣੀ। ਜਦੋਂ ਕਹਿੰਦਾ ਕੋਈ ਪੁੱਤ ਨਹੀਂ ਹੁੰਦਾ, ਕੋਈ ਧੀ ਨਹੀਂ ਹੁੰਦੀ, ਕੋਈ ਪਿਓ ਨਹੀਂ ਹੁੰਦਾ, ਕੋਈ ਬਾਲ ਨਹੀਂ ਹੁੰਦੀ, ਫਿਰ ਅਸੀਂ ਪੁੱਤ ਕਿਵੇਂ ਮੰਨ ਲਾਂਗੇ? ਇੱਥੇ ਆਤਮਾ ਨਾਲ ਸੰਬੰਧ ਹੈ दूध और पूत ਦਾ। ਗੁਰਬਾਣੀ ਦਾ ਆਤਮਾ ਨਾਲ ਸੰਬੰਧ ਹੈ। ਆਤਮਾ ਨੂੰ ਦੁੱਧ ਕਿਹੜਾ? ਆਤਮਾ ਵਾਸਤੇ ਦੁੱਧ ਕੀ ਹੈ? ਗੁਰਬਾਣੀ। ਛਾਛ ਪੀਏ ਸੰਸਾਰ, ਸੰਤੋ ਮੱਖਣ ਖਾਇਆ, ਉਹ ਮੱਖਣ ਹੈ ਪੁੱਤ। ਦੁੱਧ ਦੇ ਵਿੱਚੋਂ ਤੱਤ ਹੈ, ਉਹੀ ਤਾਂ ਪੁੱਤ ਹੈ। ਉਹੀ ਪੁੱਤ। ਰਿੜਕਣਾ ਕਿਹਨੇ? ਜਿਹਨੇ ਰਿੜਕਣਾ ਉਹਨੇ ਪ੍ਰਾਪਤ ਕਰਨਾ। ਜਿਹਨੂੰ ਬੁਲਾਇਆ ਤਨ ਖਾਇਆ, ਪਰ ਬੁਲਾਵਣਾ ਬੁਲਾਵਣਾ ਬੁੱਧੀ ਨਾਲ ਰਿੜਕਣਾ। ਬੁੱਧੀ ਨਾਲ ਮਨ ਚਿੱਤਨਾ ਇੱਕ ਹੋ ਕੇ ਜਾਂ ਰਿੜਕਣਾ, ਉਹ ਪ੍ਰਾਪਤੀ ਜੋ ਹੋਣੀ ਆ, ਉਹ ਭੂਤ ਤਾਂ ਬਣਦਾ ਹੈ। ਉਹ ਤਾਂ ਕਹਿੰਦੇ ਨੇ, ਜਾਂ ਗੁਰਬਾਣੀ ਨੂੰ ਵਿਚਾਰਦੇ ਨੇ, ਮਨ ਬੁੱਧੀ ਮਨ ਇੱਕ ਹੋ ਕੇ ਬੁੱਧ ਵਿਚਾਰਦੀ ਹੈ, ਫਿਰ ਭੂਤ ਬਣਦਾ। ਇਸੇ ਨੂੰ ਕਹਾਉਂਦੇ ਨੇ ਰੋਗ ਸੋਗ ਕੇ ਮਟਈਆ। ਰੋਗ ਸੋਗ ਕੇ ਮਟਈਆ। ਰੋਗ ਸੋਗ ਦਾ ਆਪੇ ਮਟਈਆ। ਰੋਗ ਸੋਗ ਤਾਂ ਹੀ, ਜੇ ਰੋਗ ਸੋਗ ਮਿਟਣਗੇ ਤਾਂ ਹੀ ਤਾਂ ਪ੍ਰਾਣ ਬਚਣਗੇ। ਪ੍ਰਾਣ ਬਚੇ ਤੇ ਰੋਗ ਸੋਗ ਦਾ ਮਿਟੇ ਨਾ। ਹਾਂ, ਕਿ ਮਾਨੀ ਕਿਦੋਂ ਮਾਨੀ ਮਹਾਮਾਨ ਹੋ, ਕਿ ਮਾਨੀ ਮਹਾਮਾਨ ਹੋ। ਐਸੀ ਮਾਨਤਾ ਧਨ ਪ੍ਰਾਪਤ ਹੁੰਦੀ ਹੈ ਜਿਹਨੂੰ ਮਹਾਮਾਨ, ਜੋ ਸੱਚਖੰਡ ਦੀ ਮਾਨਤਾ ਉਹ ਪ੍ਰਾਪਤ ਹੁੰਦੀ ਹੈ। ਸੰਸਾਰ ਦੀ ਮਾਨਤਾ ਨਹੀਂ ਹੁੰਦੀ ਪ੍ਰਾਪਤ। ਸੱਚਖੰਡ ਚ ਪ੍ਰਵਾਨ ਹੋ ਜਾਂਦੀ ਹੈ ਭਗਤੀ। ਉਹ ਪੰਜ ਪ੍ਰਵਾਨ, ਪੰਜ ਪ੍ਰਧਾਨ। ਜਿਹੜਾ ਪ੍ਰਵਾਨ ਹੋ ਜਾ ਦਰਗਾਹ ਦੇ ਵਿੱਚ, ਦਰਗਾਹ ਜਿਹੜੀ ਭਗਤੀ ਨੂੰ ਦਰਗਾਹ ਚ ਮਾਨਤਾ ਮਿਲ ਜਾਏ, ਕੋਈ ਮਾਨੀ ਹੈ ਭਗਤੀ। ਪੰਚੇ ਭਗਤ ਦਰਗਾਹ ਮਾਨ, ਉਹੀ ਦਰਗਾਹ ਚ ਮਾਨ ਪ੍ਰਾਪਤ ਹੁੰਦਾ। ਵਿਦਿਆ ਕੇ ਵਿਚਾਰ ਹੋ। ਵਿਦਿਆ ਕੇ ਵਿਚਾਰ ਹੋ। ਵਿਦਿਆ
ਵਿਦਿਆ ਵਿਚਾਰੇ ਦੇ ਬਿਨਾ ਦੇਖੋ ਹੁਣ ਵਿਦਿਆ ਵਿਚਾਰੇ ਰਹੇ ਆ ਨਾਲ ਦੀ ਨਾਲ। ਜੇ ਵਿਦਿਆ ਨਾ ਵਿਚਾਰਦੇ ਅਰਥ ਨਹੀਂ ਸੀ ਹੋਣੇ। ਜੇ ਵਿਦਿਆ ਬਿਨਾ ਵਿਚਾਰੇ ਤੇ ਅਰਥ ਕਰਦੇ ਅਰਥ ਹੋਰ ਬਣ ਜਾਣੇ ਸੀ ਇਸੇ ਦੇ। ਇਹੀ ਵਿਦਿਆ ਵਿਚਾਰੀ ਹੈ। ਵਿਦਿਆ ਵਿਚਾਰ ਨਾਲੇ ਲਿਖ ਦਿੱਤਾ। ਜੇ ਵਿਦਿਆ ਦੇ ਲਫ਼ਜ਼ ਵਿਚਾਰੇ ਨਾ ਜਾਂਦੇ ਪੂਤ ਕੀ ਹੈ, ਮਾਂ ਕੀ ਹੈ, ਦੁੱਧ ਕੀ ਹੈ, ਇਹ ਕੀ ਹੈ, ਉਹ ਕੀ ਹੈ, ਤਾਂ ਇਹਦੇ ਅਰਥੇ ਹੋਰ ਬਣ ਜਾਣੇ ਸੀ। ਮਾਇਆ ਵੀ ਸੰਬੰਧ ਨਹੀਂ ਸੀ ਰਹਿਣਾ ਆਤਮਾ ਨਾਲ ਉਹਨਾਂ ਅਰਥਾਂ ਦਾ। ਵਿਦਿਆ ਕੇ ਵਿਚਾਰ ਹੋ ਕੀ ਅਦਵੈ ਅਵਤਾਰ ਹੋ। ਅਦਵੈ ਅਵਤਾਰ ਹੋ। ਪਰ ਜਦ ਵਿਦਿਆ ਦਾ ਵਿਚਾਰ ਕਰ ਲੂਗਾ ਫਿਰ ਅਦਵੈ ਅਵਤਾਰ ਹੋ ਜੂਗਾ। ਅਦਵੈ ਅਵਤਾਰ ਕਹਿੰਦੇ ਨੇ ਜਿਹਦੇ ਅੰਦਰ ਦੁਆਇਤ ਹੋਵੇ ਹੀ ਨਾ ਕੋਈ ਬੈਰੀ ਨਾ ਹੈ ਜਦ ਵਿਦਿਆ ਦਾ ਵਿਚਾਰ ਹੈ ਤਾਂ ਅਦਵੈ ਅਵਤਾਰ ਵੀ ਹੈ ਨਾਲੇ ਜਦ ਹੀ ਅਦਵੈ ਅਵਤਾਰ ਹੋ ਕੀ ਸੁੱਧਤਾ ਕੀ ਸੂਰਤ ਹੋ। ਕਹਿੰਦਾ ਹੁਣ ਤੈਨੂੰ ਮੈਂ ਅਦਵੈ ਦਾ ਅਵਤਾਰ ਕਹਾਂ ਜਾਂ ਵਿਦਿਆ ਦਾ ਵਿਚਾਰੀ ਕਹਾਂ, ਗੱਲ ਇੱਕੋ ਹੀ ਹੈ। ਦੋਏ ਨਾਲ ਉਹਦੇ ਹੀ ਨੇ। ਸੁੱਧਤਾ ਕੀ ਸੂਰਤ ਹੋ ਕਿ ਸੁੱਧਤਾ ਕੀ ਸ਼ਾਨ ਦੇਖੋ ਹੋ। ਸੁੱਧਤਾ ਕੀ ਸੂਰਤ ਹੈ, ਸੁੱਧਤਾ ਕੀ ਸੁੱਧਤਾ ਕੀ ਸੂਰਤ ਹੋ। ਸੂਰਤ ਕਿਹਨੂੰ ਕਹਿੰਦੇ ਨੇ? ਸੂਰਤ ਨੂੰ ਕਹਿੰਦੇ ਨੇ ਸ਼ਕਲ ਨੂੰ। ਆਪਾਂ ਕਹਿੰਦੇ ਸ਼ਕਲ ਸੂਰਤ। ਸ਼ੁੱਧਤਾ ਦਾ ਰੂਪ, ਸ਼ੁੱਧਤਾ ਦਾ ਰੂਪ ਹੈ ਤੂੰ। ਸ਼ੁੱਧਤਾ ਕੀ ਹੁੰਦੀ ਹੈ? ਕਹਿੰਦੇ ਮੈਂ ਕੀ ਦੱਸਾਂ ਹੁਣ। ਸ਼ੁੱਧਤਾ ਦੀ ਸੂਰਤ ਹੁਣ ਤੂੰ ਹੀ ਹੈ। ਕਿ ਸੁੱਧਤਾ ਕੀ ਸ਼ਾਨ ਹੋ। ਇਹ ਸ਼ੁੱਧਤਾ ਦੀ ਸ਼ਾਨ ਹੋ। ਸ਼ੁੱਧਤਾ ਦੀ ਸ਼ਾਨ ਵਧਾਤੀ ਸੰਸਾਰ ਦੱਸਤੀ ਵੀ ਸ਼ੁੱਧਤਾ ਚੀਜ਼ ਹੁੰਦੀ ਹੈ। ਸ਼ੁੱਧਤਾ ਹੀ ਹੋਰ ਬਣਾਈ ਬੈਠੇ ਨੇ ਲੋਕ। ਤਾਂ ਹੱਥ ਧੋ ਕੇ ਕਹਿੰਦੇ ਨੇ ਸ਼ੁੱਧ ਹੋ ਗਿਆ ਜੀ, ਸੁੱਚਾ ਹੋ ਗਿਆ। ਸੁੱਚੇ ਨਾ ਆਖੀਆਂ ਨੂੰ ਬਹਿਣ ਜੇ ਪਿੰਡਾਂ ਧੋਏ। ਜਾਂ ਸੋਚੇ ਸਹੀ ਨਾਨਕਾ ਜਨ ਮਨ ਬਸਾ ਸੋਏ ਕਿਹਾ, ਫਿਰ ਸੋਤਾ ਦੀ ਸ਼ਾਨ ਵਧੀ ਗਈ। ਸੋਤਾ ਦੀ ਸ਼ਾਨ ਕਰਤੀ ਨਾ। ਇਹ ਨਹੀਂ ਅਣ ਸੁੱਚੇ, ਇਹ ਨਹੀਂ ਅਣ ਸ਼ੁੱਧ ਜਿਹੜੇ ਪਿੰਡਾਂ ਧੋ ਕੇ ਬਹਿ ਗਏ। ਸ਼ੁੱਧ ਕੌਣ ਹੈ? ਜਿਨ ਮਨ ਬਸਿਆ ਸੋਏ। ਉਹ ਆਤਮਾ ਸ਼ੁੱਧ ਹੈ ਜਿਹਦੇ ਮਨ ਚ ਬਸ ਗਿਆ। ਅਦਵੈ ਅਵਤਾਰ। ਅਦਵੈ ਅਵਤਾਰ ਹੈ ਉਹ। ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕਿ ਕਾਲ ਹੋ। ਆ ਤੇ ਫਿਰ ਆ ਗਿਆ। ਜੋਬਨ ਕੇ ਜੋਬਨ ਜਾਲ ਦੀ ਗੱਲ ਹੈ ਚਲਦੀ ਤੇਰੀਆ ਚਿੰਤਨ ਚ ਚਲਦੀ ਹੈ ਨਾ। ਰੂਪ ਦਾ ਬਹੁਤ ਕਥਨ ਹੈ। ਜੋਬਨ ਜਾਲ ਹੈ, ਕਹਿੰਦੇ ਜੋਬਨ ਦਾ ਜਾਲ ਹੈ ਕਿ ਨਾਲ ਆਈ ਜਾਣੀ ਹੈ ਹੁਣ ਉਹ ਗੱਲ ਤੇਰੀਆ ਚਰਿੱਤਰ ਵਾਲੀ। ਜੇ ਜੋਬਨ ਨੂੰ ਜੋਬਨ ਦੇਖੋਗੇ ਜਾਲ 'ਚ ਫਸ ਜਾਓਗੇ। ਜੋਬਨ ਨੂੰ ਜਾਲ ਮੰਨ ਕੇ ਚੱਲਣਾ। ਜੋਬਨ ਦਾ ਜਾਲ ਹੈ, ਇਹ ਜਮਦਾ ਜਾਲ ਹੈ, ਸੰਸਾਰ ਜਾਲ ਹੈ। ਇਹ 'ਚ ਸਿਰਫ ਅਸੀਂ ਕੁਝ ਖੱਟਣ ਵਾਸਤੇ ਆਏ ਹਾਂ, 'ਚ ਫਸਣ ਵਾਸਤੇ ਨਹੀਂ ਆਏ। ਇਹ 'ਚ ਮੋਤੀ ਹੀਰੇ ਚੁਗ ਲੈਣੇ ਨੇ, ਜਾਲ 'ਚ ਨਹੀਂ ਫਸਣਾ। ਜੇ ਮੋਹ ਪਾ ਲਿਆ ਜਾਲ 'ਚ ਫਸ ਗਏ, ਮਾਇਆ ਦਾ ਮੋਹ ਪਾ ਲਿਆ ਜਾਲ 'ਚ ਫਸ ਗਏ। ਫਿਰ ਮਾਇਆ ਫਿਰ ਕੀ ਖਾਊਗਾ? ਕਊਆ ਕੀ ਖਾਂਦਾ ਕਹਿੰਦੇ। ਫਿਰ ਹੰਸ ਨਹੀਂ, ਫਿਰ ਕਊਆ ਬਣ ਗਿਆ ਇਹ। ਫਿਰ ਬਗਲਾ ਬਣ ਗਿਆ, ਡੱਡਾ ਪਾਣ ਜਾਏ। ਜੇ ਤਾਂ ਰਹਿਣਾ ਹੰਸ ਬਣ ਗਈ ਇਹ 'ਚ, ਫਿਰ ਤਾਂ ਇਹਦੇ ਜੋ ਤੱਤ ਗਿਆਨ ਚੁਗ ਲੈਣਾ। ਤੱਤ ਚੁਗੇ ਸੇ ਤੱਤ ਚੁਗਾ ਮਿਲੇ ਇੱਕ ਸੇ। ਤੱਤ ਕਾ ਚੁਗਦੇ ਨੇ ਜਾਂ ਚਿੱਤਰ ਮਨ ਇੱਕੋ ਜਿਹੇ ਹੋ ਜਾਂਦੇ ਨੇ, ਫਿਰ ਤੱਤ ਚੁਗਦੇ ਨੇ। ਤਨ ਕੋ ਫਾਸਣਾ ਰੰਚ, ਫਿਰ ਨਹੀਂ ਇੱਕ ਉਹਨਾਂ ਨੂੰ ਰੰਚ ਜਿੰਨੀ ਵੀ ਫਾਸ ਨਹੀਂ ਹੈ। ਤੱਤ ਚੁਗੇ ਮਿਲ ਇੱਕ ਸੇ ਤਾਕੋ ਫਾਸਣਾ ਰੰਚ। ਜਦ ਉਹ ਚੁਗਦੇ ਨੇ ਸੁਣਦੇ ਨੇ ਤੇਰੀਆ ਚਿੰਤਨ, ਫਿਰ ਨਹੀਂ ਫਸਦੇ, ਫਿਰ ਨਹੀਂ ਫਸਦੇ। ਉਹ ਉੱਥੋਂ ਵੀ ਤੱਤੇ ਚੁਗਦੇ ਨੇ, ਉੱਥੋਂ ਵੀ ਆਪਣੇ ਸਿੱਖਿਆ ਹੀ ਲੈਂਦੇ ਨੇ। ਉਹ ਉੱਥੋਂ ਵੀ ਸਿੱਖਿਆ ਹੀ ਲੈਂਦੇ ਨੇ। ਉਹ ਜੋ ਵੀ ਸਿੱਖਿਆ ਹੀ ਲੈ ਰਹੇ ਨੇ ਉਹਦੇ ਤੱਤੇ ਚੁਗ ਰਹੇ ਨੇ, ਫਸਦੇ ਨਹੀਂ ਆਣ ਜੋ ਬੰਦੇ ਜਾਲ 'ਚ। ਤੱਤ ਚੁਗੇ ਮਿਲੇ ਇੱਕ ਸੇ ਤਾਕੋ ਫਾਸਣਾ ਰੰਚ। ਜਿਹੜੇ ਕਾਗ ਨੇ ਉਹ ਕਰਨਟ ਰੋਲ। ਉਹ ਕਾਗ ਨਾ ਉਹ ਤਾਂ ਕਾਗ ਕਰਕਟ ਰੋਲਣਗੇ। ਉਹ ਸਰੀਰ ਨਾਲ ਜੁੜ ਜਾਂਦੇ ਨੇ, ਕਰਕਟ ਰੋਲਦੇ ਨੇ, ਉਹ ਨਹੀਂ ਜੁੜਦੇ। ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕਿ ਕਾਲ ਹੋ। ਜੋਬਨ ਕੇ ਜਾਲ ਹੋ ਕੇ ਕਾਲ ਹੂੰ ਕੇ ਕਾਲ ਹੋ। ਕਿਹੜਾ ਕਾਲ ਹੈ ਨੂੰ ਸੰਸਾਰ ਕਹਿੰਦਾ। ਕਾਲ ਇੱਕ ਦੂਏ ਦਾ ਕਾਲ। ਆਪਾਂ ਜੀਵ ਸਾਰੇ ਸਾਰਾ ਦਾ ਕਾਲ ਤੂੰ ਹੈ। ਕਾਲ ਹੋ ਕੇ ਕਾਲ ਹੋ
ਕਿ ਛਤਰਨ ਆ ਕਸੂਲ ਸਮਾਂ ਜਿਹੜਾ ਕਾਲ ਕਹਿੰਦੇ ਇਹ ਵੀ ਨਹੀਂ ਹੁੰਦਾ। ਜੇ ਸੰਸਾਰ ਨਹੀਂ ਤਾਂ ਸਮਾਂ ਵੀ ਹੈ ਨਹੀਂ, ਜੇ ਸੰਸਾਰ ਨਹੀਂ ਤਾਂ ਸਮਾਂ ਹੈ ਨਹੀਂ। ਉਦੋਂ ਨਹੀਂ ਹੁੰਦਾ ਸਮਾਂ, ਕਾਲ ਨਹੀਂ ਹੁੰਦੇ ਉਦੋਂ। ਤਿੰਨੇ ਕਾਲ ਨਹੀਂ ਹੁੰਦੇ ਉਦੋਂ। ਸੂਰਜ ਚੰਦੇ ਨਹੀਂ ਤਿੰਨ ਕਾਲ ਹੋਣੇ ਕਿੱਥੋਂ ਨੇ? ਕਿ ਛਤਰਨ ਕੇ ਸੂਲ ਹੋ ਕਿ ਮਿੱਤਰਨ ਕੇ ਪ੍ਰਾਣ ਹੋ। ਸਤਨ ਕੇ ਸੂਲ ਹੋ, ਸ਼ਤਰੂ ਨੇ ਜਿਹੜੇ, ਸੱਚ ਦੇ ਵਿਰੋਧੀ ਨੇ ਜਿਹੜੇ, ਔਗਣ ਨੇ ਜਿਹੜੇ, ਔਗਣ ਹਾਰੇ ਨੇ ਜਿਹੜੇ, ਉਹਨਾਂ ਵਾਸਤੇ ਸੂਲ ਤੀਰ ਆਣੇ ਵਾਲੇ ਤੀਰ। ਕਿ ਮਿੱਤਰਨ ਕੇ ਪ੍ਰਾਣ ਹੋ, ਮਿੱਤਰਾਂ ਦੇ ਪ੍ਰਾਣ ਜਿਹੜੇ ਤੇਰੇ ਮਿੱਤਰ ਨੇ ਉਹਨਾਂ ਦੇ ਪ੍ਰਾਣ। ਕਹੂੰ ਬ੍ਰਹਮਵਾਦ ਕਹੂੰ ਵਿਦਿਆ ਕੋ ਵਿਖਾਦ। ਕਹੂੰ ਬ੍ਰਹਮਵਾਦ, ਕਿਤੇ ਬ੍ਰਹਮਵਾਦ ਬਣਿਆ ਬੈਠੇ, ਝਗੜਾ ਪਾਇਆ ਹੋਇਆ ਲੋਕਾਂ ਨੇ। ਬ੍ਰਹਮ ਤੇ ਝਗੜਾ ਸੀ ਨਾ ਉੱਥੇ। ਜਦ ਉਹਨੂੰ ਕਿਹਾ ਵੀ ਇਹ ਬ੍ਰਹਮ ਭਾਈ ਸਭ ਕੁਛ ਹੈ, ਤੁਸੀਂ ਬ੍ਰਹਮ ਤੇ ਆ ਕੇ ਖੜ ਗਏ, ਬ੍ਰਹਮ ਤੇ ਖੜ ਗਏ ਨਾ ਬਾਅਦ। ਮੈਂ ਕਿਹਾ ਬ੍ਰਹਮ ਤੋਂ ਅੱਗੇ ਚਲੋ, ਬ੍ਰਹਮ ਤਾਂ ਸੰਸਾਰ 'ਚ ਹੈ, ਬ੍ਰਹਮ ਤਾਂ ਅੱਧਾ ਹੈ। ਉਹ ਬ੍ਰਹਮ ਅੱਧਾ ਹੈ, ਅੱਧੇ ਨਾਲ ਨਹੀਂ ਜੁੜੀਦਾ ਹੁੰਦਾ। ਬ੍ਰਹਮਸਮੀ, ਹਾਂ, ਪੂਰਨ ਬ੍ਰਹਮ ਤੇ ਜਾਓ, ਪਾਰ ਬ੍ਰਹਮ ਤੇ ਜਾਓ। ਫਿਰ ਬ੍ਰਹਮ ਤੋਂ ਹੋ ਗਏ ਪੂਰਨ ਬ੍ਰਹਮ, ਇੱਕ ਪੈਰ ਤੇ ਪਾਰ ਬ੍ਰਹਮ ਦੂਜਾ ਪੈਰ। ਬ੍ਰਹਮ ਦਾ ਤੂੰ ਆਪ ਹੀ ਹੈ, ਸਾਰੇ ਬ੍ਰਹਮ ਨੇ। ਉਹਦਾ ਅੱਗੇ ਹੰਸ ਅਕੇਲਾ, ਹੰਸੇ ਦਾ ਬ੍ਰਹਮ ਹੈ, ਹੋਰ ਬ੍ਰਹਮ ਕੌਣ ਹੈ? ਹੰਸ ਦੇ ਵਿੱਚੋਂ ਤਾਂ ਮਨ ਨਿਕਲਦਾ, ਬ੍ਰਹਮਾ ਬਣਦਾ, ਤੇ ਸਾਰੇ ਹੀ ਨੇ ਬ੍ਰਹਮ ਦਾ। ਬ੍ਰਹਮ ਜਦ ਚਿੰਤਨ ਮਨ ਜਿਆਦੇ ਦਾ ਗਿਆਨ ਪੂਰਾ ਹੋ ਜਾਂਦਾ, ਪੂਰਨ ਬ੍ਰਹਮ ਬਣ ਜਾਂਦਾ। ਐ ਕਹਿ ਲਓ, ਗਿਆਨ ਦੀ ਕਮੀ ਵਾਲਾ ਬ੍ਰਹਮ ਹੈ। ਜਿੱਥੇ ਗਿਆਨ ਦੀ ਭੁੱਖ ਹੈ ਨਾ ਬ੍ਰਹਮ, ਜਾਂ ਗਿਆਨ ਦੀ ਭੁੱਖ ਮਿਟ ਗਈ, ਪੂਰਨ ਬ੍ਰਹਮ ਹੋ ਗਿਆ। ਜਦ ਉੱਗਿਆ ਆ ਪੂਰਾ ਹੋ ਕੇ, ਪਾਰ ਬ੍ਰਹਮ ਹੋ ਗਿਆ। ਦਾਣਾ ਤਾਂ ਬਰੀਕ ਜਿਹਾ ਵੀ ਪੈਦਾ ਹੋ ਜਾਂਦਾ ਹੈ। ਹੁਣ ਮਟਰ ਲੱਗਣਗੇ, ਬਹੁਤ ਬਰੀਕ ਜਿਹਾ ਦਾਣਾ ਪਹਿਲਾਂ ਹੀ ਪੈਦਾ ਹੋ ਜਾਂਦਾ, ਉਹੀ ਬੜਾ ਹੁੰਦਾ ਨਾ। ਫਲ ਵੀ ਛੋਟੇ ਛੋਟੇ ਲੱਗਦੇ ਨੇ। ਜੋ ਫਲ ਨੂੰ ਤੋੜ ਲਈਏ ਛੋਟੇ ਜਿਹੇ ਨੂੰ, ਉਹ ਜੋ ਗੁਣ ਨਹੀਂ ਹੁੰਦੇ ਜਿੰਨੇ ਪੱਕੇ ਹੋ ਜਾਂਦੇ ਨੇ, ਉਹ 'ਚ ਨਹੀਂ ਹੁੰਦੇ ਉਹ ਗੁਣ। ਤਾਂ ਹੀ ਪੱਕੇ ਸੇਧੀ ਖੇਲ ਹੈ ਨੇ ਪਕੜਾਂ। ਕੱਚਾ ਹੈ ਫਲ, ਤਾਂ ਹੈ ਕੱਚਾ ਹੈ, ਕੱਚਾ ਨਹੀਂ ਜੰਮਦਾ ਹੁੰਦਾ। ਜਿੰਨਾ ਚਿਰ ਜੰਮਣ ਦੇ ਲਾਇਕ ਨਹੀਂ ਹੁੰਦਾ, ਉਹਨਾਂ ਚਿਰ ਇਹਨੂੰ ਵੇਲ ਨਾਲ ਰਹਿਣਾ ਚਾਹੀਦਾ। ਉਹਨਾਂ ਚਿਰ ਸਰੀਰ ਹੈ, ਇਹਦੇ ਨਾਲ ਰਹਿਣਾ ਚਾਹੀਦਾ ਹੈ। ਇਹੀ ਤਾਂ ਵੇਲ ਹੈ ਜਾਂ ਪੱਕ, ਇਹੀ ਤਾਂ ਬਿਰਛ ਹੈ। ਇੱਥੇ ਹੀ ਪਕੜਿਆ ਨੇ ਮਾਇਆ 'ਚ। ਮਾਇਆ 'ਚ ਪਕੜਿਆ ਜਾਂ ਮਾਇਆ ਨੂੰ ਛੱਡ ਦੇਣਾ। ਜੋ ਮਨ ਫਲ ਪੱਕ ਕੇ ਭੋਏ ਕਰੇ, ਜਿਹੜੇ ਪੇੜ ਨਾਲ ਫਲ ਲੱਗਿਆ ਹੁੰਦਾ ਉਸੇ ਨਾਲ ਪੱਕਦਾ, ਉਹ ਪੱਕ ਕੇ ਫਿਰ ਪੇੜ ਨੂੰ ਛੱਡ ਦਿੰਦਾ ਹੁੰਦਾ। ਛੱਡਦਾ ਫਿਰ ਉਹਨੂੰ ਭੁੱਖੇ ਨਹੀਂ ਹੈ ਪੇੜ ਦੀ ਲੱਗਣ ਦੀ, ਪੱਕ ਗਿਆ। ਮਾਇਆ ਦੀ ਭੁੱਖ ਜਦ ਖਤਮ ਹੋ ਜਾਂਦੀ ਹੈ, ਜਦ ਪੱਕ ਜਾਂਦਾ ਹੈ, ਪੱਕਦਾ ਗਿਆਨ ਨਾਲ ਹੈ। ਮਾਇਆ ਦੇ ਮਾਇਆ ਦਾ ਮੋਹ ਛੱਡ ਦੋ, ਪੱਕ ਜਾਂਦਾ। ਜਿੰਨਾ ਚਿਰ ਮੋਹ ਨਹੀਂ ਛੱਡਦਾ ਭੁੱਖ ਹੈ। ਮਾਇਆ ਦਾ ਮੋਹ ਤਾਂ ਭੁੱਖੇ ਹੀ ਆ ਨਾ। ਹਾਂਜੀ, ਨਾਮ ਦੀ ਭੁੱਖ ਪੈਦਾ ਕਰ ਲਓ, ਮੋਹ ਇਹ ਭੁੱਖ ਆਪੇ ਹਟ ਜੂਗੀ। ਕਹੂੰ ਬ੍ਰਹਮਵਾਦ ਕਹੂੰ ਵਿਦਿਆ ਕੋ ਵਿਖਾਦ। ਵਿਦਿਆ ਦਾ ਹੀ ਵਿਖਾਦ ਪਾਇਆ ਹੋਇਆ, ਹੋਰ ਕੀ ਕੀਤਾ ਹੋਇਆ? ਆ ਵਿਦਵਾਨਾਂ ਦਾ ਹੀ ਵਿਖਾਦ ਪਾਇਆ ਹੋਇਆ। ਇਹ ਜਿਹੜੇ ਬ੍ਰਹਮਵਾਦ ਹੈ, ਵਿਦਿਆ ਦਾ ਵਿਖਾਦ ਹੈ। ਗੁਰਬਾਣੀ ਦੇ ਅਰਥ ਵਿਦਿਆ ਦਾ ਵਿਖਾਦ ਹੈ। ਬ੍ਰਹਮਵਾਦ ਹੈ ਤਾਂ ਗੁਰਬਾਣੀ ਦੇ ਅਰਥ ਹੈ, ਤਾਂ ਬ੍ਰਹਮਵਾਦ, ਪਰ ਵਿਦਿਆ ਦਾ ਵਿਖਾਦ ਹੈ। ਇਹਨੇ ਵਿਦਿਆ ਦਾ ਵਿਖਾਦ ਪਾਇਆ, ਅਵਿਦਿਆ ਬਣਾ ਕੇ ਅਰਥ ਕਰਤੇ। ਅਵਿਦਿਆ ਨੂੰ ਵਿਦਿਆ ਸਮਝ ਲਿਆ ਸੰਸਾਰ 'ਚ ਲੋਕਾਂ ਨੇ। ਜੋ ਵਿਦਿਆ ਪੜ੍ਹਾਈ ਜਾਂਦੀ ਹੈ ਕਾਲਜਾਂ ਸਭ ਅਵਿਦਿਆ ਹੈ। ਗੁਰਬਾਣੀ ਨੂੰ ਅਵਿਦਿਆ ਮਿਲਦੀ ਹੈ। ਮਾਧੋ ਅਵਿਦਿਆ ਹੈ ਤਕੀਨ, ਵਿਵੇਕ ਦੀ ਮਲੀਨ। ਵਿਵੇਕ ਦੀ ਤਾਂ ਮਲੀਨ ਹੈ ਇਹਨਾਂ ਲੋਕਾਂ ਦਾ, ਸਾਰਿਆਂ ਦਾ, ਵਿਦਵਾਨਾਂ ਦਾ, ਕਿ ਵਿਦਿਆ ਨੂੰ ਅਵਿਦਿਆ ਨੂੰ ਵਿਦਿਆ ਮੰਨ ਲਿਆ ਇਹਨਾਂ ਨੂੰ। ਜਿਹਨੂੰ ਇਹ ਸੱਚ ਕਹਿੰਦੇ ਨੇ ਝੂਠ ਹੈ, ਜਿਹਨੂੰ ਸੱਚ ਮੰਨਦੇ ਨੇ ਉਹੀ ਤਾਂ ਝੂਠ ਹੈ। ਸੱਚ ਦਾ ਗਿਆਨ ਨਹੀਂ, ਝੂਠ ਨੂੰ ਸੱਚ ਮੰਨੀ ਬੈਠੇ ਨੇ। ਜਿਹਨੂੰ ਪਿਓ ਮੰਨਦੇ ਨੇ ਝੂਠ ਹੈ, ਮਰਨਾ ਸੱਚ ਕਹੀ। ਜਿਹਨੂੰ ਮਾਂ ਮੰਨਦੇ ਨੇ ਸੱਚ ਝੂਠ ਹੈ, ਜਿਹਨੂੰ ਮਰਨਾ ਕਹਿੰਦੇ ਨੇ ਉਹ ਵੀ ਝੂਠ ਹੈ। ਕੋਈ ਮਰਦਾ ਹੀ ਨਹੀਂ। ਕੌਣ ਬੂਆ ਰੇ ਕੌਣ ਬੂਆ, ਜੋ ਇਹ ਬੋਲਦੇ ਨੇ ਸਭ ਝੂਠ ਹੈ।
ਕੁਛ ਵੀ ਬੋਲਦੇ ਨੇ ਮੂੰਹ ਤੇ ਸਭ ਝੂਠ ਹੈ। ਜੋ ਅੱਖਾਂ ਨੂੰ ਦੀਦਾ ਝੂਠ ਹੈ, ਉਹੀ ਬੋਲਦੇ ਨੇ ਜੋ ਦੀਦਾ। ਹੋਰ ਕੀ ਬੋਲਣਾ? ਉਹੀ ਵਿਦਿਆ ਬਣਾਈ ਹੋਈ ਹੈ, ਜੋ ਦੀਦਾ ਉਹਦੇ ਵਾਸਤੇ ਵਿਦਿਆ ਬਣਾਈ ਹੋਈ ਹੈ। ਜੋ ਦੀਦਾ ਨਹੀਂ ਉਹਦੇ ਵਾਸਤੇ ਵਿਦਿਆ ਕਿਹੜੀ ਬਣੂ? ਉਹਦੇ ਵਾਸਤੇ ਇਸੇ ਬੋਲੀ ਨੂੰ ਘੜ ਕੇ ਦੁਬਾਰਾ ਦੇ ਕੇ ਨਾ ਸ਼ੇਪ ਹੋਰ ਵਿਚਾਰ ਕੇ ਇਸੇ ਬੋਲੀ ਚੋਂ ਬ੍ਰਹਮ ਵਿਦਿਆ ਬਣਾਈ ਦੀ ਹੁੰਦੀ ਹੈ। ਵਿਦਿਆ ਸੋਧੇ ਸੱਤ ਲਹੇ, ਉਹ ਸੋਧੀ ਦੀ ਹੁੰਦੀ ਹੈ ਵਿਦਿਆ। ਇਹਨਾਂ ਨੂੰ ਬੜਾ ਪਤਾ ਕੀ ਹੁੰਦਾ ਸੋਧੀ ਦੀ ਵਿਦਿਆ। ਸੁਣਿਆ ਹੀ ਨਹੀਂ, ਸਮਝਿਆ ਹੀ ਨਹੀਂ ਉਹ ਜਿਹੜਾ ਲਿਖਿਆ ਹੋਇਆ ਸੀ ਵਿਦਿਆ ਸੋਧੇ ਤਤ ਲਹੇ, ਪਤਾ ਹੀ ਨਹੀਂ। ਵਿਦਿਆ ਸੋਧੇ ਦੇ ਬਿਨਾਂ ਜੋ ਤਤ ਗੁਰਮਤਿ ਦਾ ਤਤ ਨਹੀਂ ਲਿਆ ਜਾ ਸਕਦਾ। ਅੱਖਰੀ ਅਰਥ ਤਾਂ ਲੱਸੀ ਹੈ, ਸਰਫੇਸ ਮੀਨਿੰਗ ਨੇ ਉਹ ਤਾਂ ਲੱਸੀ ਸਾਸ ਪੀਏ ਛਾਛ ਪੀਏ ਸੰਸਾਰ ਸਾਰਾ ਸੰਸਾਰ ਲੱਸੀ ਕਿਉਂ ਪੀਂਦਾ? ਵਿਦਿਆ ਸੋਧੀ ਨਹੀਂ ਹੋਈ ਹੈ। ਸਭ ਕੋ ਅਲੱਗ ਅਰਥ ਦਿੱਤੇ ਹੋਏ ਨੇ, ਸਾਰੇ ਡਿਫਾਈਨ ਕੀਤੇ ਨੇ ਲਫ਼ਜ਼ ਸਾਰੇ। ਨਾਮ ਕੀ ਹੁੰਦਾ ਹੈ? ਗੁਰ ਗਿਆਨ ਪਦਾਰਥ ਨਾਮ ਹੈ। ਅਸੀਂ ਜਿਹੜਾ ਨਾਮ ਲੱਗਿਆ ਹੋਇਆ ਉਹਨੂੰ ਨਾਮ ਮੰਨੀ ਜਾਂਦੇ, ਉਹੀ ਲੈ ਕੇ ਜਪਣ ਲੱਗੇ ਲੋਕ। ਉਹ ਕਹਿੰਦਾ ਨਮਸਕਾਰ ਨਿਰਨਾਮੇ, ਫਿਰ ਨਿਰਨਾਮੇ ਤੇਰਾ ਤਾਂ ਨਾਂ ਹੀ ਕੋਈ ਨਹੀਂ। ਕਿਸੇ ਚੀਜ਼ ਦਾ ਵੀ ਨਾਂ ਨਹੀਂ ਹੈ ਸੰਸਾਰ। ਸਾਡੇ ਆਪਣੇ ਰੱਖੇ ਨੇ, ਅਸੀਂ ਇਹਨੂੰ ਕੁਰਸੀ ਕਹਿੰਦੇ, ਉਹ ਕਹਿੰਦੇ ਚੇਅਰ ਹੈ। ਹੁਣ ਦੱਸੋ ਚੇਅਰ ਹੈ ਕਿ ਕੁਰਸੀ ਹੈ? ਪਾ ਲਓ ਝਗੜਾ ਇੱਥੇ। ਅੰਗਰੇਜ਼ ਆ ਕਹਿਣਗੇ ਚੇਅਰ ਹੈ, ਅਸੀਂ ਕਹਾਂਗੇ ਕੁਰਸੀ ਹੈ। ਕੌਣ ਵਟਾਊ ਝਗੜਾ ਇਹਦਾ? ਇਹ ਜੋ ਕੁਛ ਹੈ ਇਹੀ ਹੈ, ਇਹੀ ਰਹਿਣੀ ਹੈ, ਇਹਨੇ ਨਹੀਂ ਬਦਲਣਾ। ਨਾ ਇਹਦੇ 1000 ਰੱਖ ਲਓ ਤੁਸੀਂ, ਚਾਹੇ ਵਿਦਿਆ ਦਾ ਝਗੜਾ, ਵਿਦਿਆ ਦਾ ਝਗੜਾ। ਝਗੜਾ ਤਾਂ ਵਿਦਿਆ ਦਾ ਹੈ, ਇਹ ਤਾਂ ਉਹੀ ਹੈ ਜੋ ਹੈ। ਪਾਣੀ ਦੇ ਨਾਂ ਰੱਖੇ ਨੇ, ਹਰੇਕ ਚੀਜ਼ ਦੇ ਇੱਕ ਨਾਂ ਦਾ, ਕਿਸੇ ਚੀਜ਼ ਦਾ ਵੀ ਨਹੀਂ। ਦੱਸੋ ਕਿਹੜੀ ਚੀਜ਼ ਦਾ ਇੱਕ ਨਾਂ ਹੈ? ਸੰਸਾਰ 'ਚ ਕਿਹੜੀ ਚੀਜ਼ ਦਾ ਇੱਕ ਨਾਂ ਹੈ? ਸੰਸਾਰ ਸਾਰਾ ਸਹਿਮਤ ਨਹੀਂ ਕਿਸੇ ਗੱਲ ਤੇ। ਆਪਣੀ ਆਪਣੀ ਬੋਲੀ, ਆਪਣੇ ਆਪਣੇ ਨਾਂ। ਫਿਰ ਨਾਂ ਕਿਹੜਾ ਹੋਇਆ ਕਿਸੇ ਚੀਜ਼ ਦਾ? ਨਾਂ ਕਿਸੇ ਚੀਜ਼ ਦਾ ਹੁੰਦਾ ਹੀ ਨਹੀਂ ਸੰਸਾਰ। ਜਪਦੇ ਕੀ ਨੇ ਮਾਲਾ ਨਾ ਹੈ? ਜਿਹੜੇ ਜਪਦੇ ਨੇ ਉਹ ਕੀ ਜਪਦੇ ਨੇ ਫਿਰ ਮਾਲਾ ਨਾ? ਜਾਂ ਨਾਂ ਹੁੰਦਾ ਹੀ ਨਹੀਂ ਕਿਸੇ ਚੀਜ਼ ਦਾ। ਇਹਨੇ ਅਨਕੜ ਮੂਰਖ, ਅਨਕੜ ਜਿਹੜਾ ਹੁੰਦਾ ਹੈ ਮੂਰਖ ਹੁੰਦਾ। ਇਹ ਕੌਣ ਨੇ? ਦੂਏ ਸੁਗੜ ਸੁਜਾਨ। ਹਾਂ, ਸੁਜਾਨ ਕੌਣ ਹੁੰਦੇ ਨੇ? ਜਿਹੜੇ ਘੜੇ ਜਾਂਦੇ ਨੇ, ਸੁਗੜ ਸੁਜਾਨ। ਗੁਰਬਾਣੀ ਘੜਦੀ ਹੈ ਤੇ ਘੜੀਏ ਸੁਰਤ ਮਤ ਮਨ ਬੁੱਧ, ਤੇ ਘੜੀਏ ਸੁਰਾਂ ਸਿੱਧਾਂ ਕੀ ਸੁੱਧ। ਜਿਹੜੇ ਤਾਂ ਘੜੇ ਗਏ ਬਾਣੀ ਨਾਲ ਤਾਂ ਹੋ ਗਏ ਸੁਗੜ ਸੁਜਾਨ, ਬਾਕੀ ਰਹਿ ਗਿਆ ਅਨਕੜ ਵਾਲਾ ਫੇਰਨ ਵਾਲੇ। ਇਹਦਾ ਵਾਨ ਘੜਨੇ ਵਿਦਿਆ ਨਹੀਂ ਨਾ ਸੋਧੀ, ਅਨਕੜ ਰਹਿ ਗਏ। ਹਾਂਜੀ। ਕਹੂੰ ਨਾਦ ਕੋ ਨਨਾਦ, ਕਹੂੰ ਨਾਦ ਕੋ ਨਨਾਦ, ਕਹੂੰ ਨਾਦ, ਕਹੂੰ ਨਾਦ ਕੋ ਨਨਾਦ। ਕਿੱਥੇ ਵਿਰੋਧੀ ਸੁਰਾਂ, ਕਿੱਥੇ ਤਾਂ ਨਾਦ ਹੈ। ਅੰਦਰ ਅੰਤਰਾਤਮਾ ਦੀ ਆਵਾਜ਼ ਹੈ ਨਾਦ। ਆ ਜਿਹੜੀ ਮਨ ਬੋਲਦਾ ਉਹ ਨਨਾਦ ਹੈ। ਇਹਦਾ ਉਲਟਾ, ਦੋ ਸੁਰਾਂ ਨੇ ਇਹਦੇ 'ਚ ਬੋਲਦੀਆਂ ਆਪਸ ਵਿੱਚ। ਡੋਰੂ ਵੱਜਦਾ ਨਾ, ਇਸ ਨੂੰ ਡੋਰੂ ਕਿਹਾ ਹੋਇਆ। ਉਧਰ ਤਾਂ ਅੰਤਰਾਤਮਾ ਦੀ ਆਵਾਜ਼ ਹੈ, ਉਧਰ ਇਹਦੀ ਆਪਣੀ ਇੱਛਾ, ਇਹਦਾ ਆਪਣਾ ਹੁਕਮ ਹੈ। ਮਨ ਦੇ ਵਿੱਚੋਂ ਪੈਦਾ ਹੁੰਦੀ ਹੈ ਇੱਛਾ। ਕਹੀ ਨਾ ਉਪਜੇ ਉਪਜੀ ਜਾਣ। ਜਿਹੜਾ ਅੰਦਰੋਂ ਬੋਲਦਾ ਨਾ ਰਾਮ, ਇਹਨੂੰ ਕਹਿੰਦਾ ਵੀ ਆ ਐ ਨਾ ਕਰ, ਉਹਦੀ ਤਾਂ ਨਹੀਂ ਸੁਣਦਾ। ਜਿਹੜੀ ਇਹਦੇ ਮਨ ਦੇ ਵਿੱਚੋਂ ਪੈਦਾ ਹੁੰਦੀ ਹੈ ਨਾ ਇੱਛਾ, ਉਹਨੂੰ ਮੂਹਰੇ ਰੱਖਦਾ ਹੈ। ਆਪਣੇ ਅੰਦਰੋਂ ਜਿਹੜੀ ਉਪਜੀ ਆ ਗੱਲ, ਉਹ ਤਾਂ ਠੀਕ ਹੈ ਬੰਦਾ। ਜਿਹੜੀ ਅੰਦਰੋਂ ਕਹਿੰਦਾ ਉਹਨੂੰ ਨਹੀਂ, ਗੁਰਬਾਣੀ ਜੋ ਕਹਿੰਦੀ ਹੈ ਉਹਨੂੰ ਨਹੀਂ ਇਹ ਜਗ੍ਹਾ ਦਿੰਦਾ। ਕਹੀ ਨਾ ਉਪਜਾ ਉਪਜੀ ਜਾਣਾ, ਭਾਵ ਅਭਾਵ ਵਿਹੁਣ। ਇਹਨੂੰ ਇਹ ਨਹੀਂ ਪਤਾ ਮੇਰਾ ਕਿਹੜੀ ਗੱਲ 'ਚ ਨੁਕਸਾਨ ਹੈ, ਕਿਹੜੀ ਗੱਲ 'ਚ ਨਫਾ ਹੈ। ਆਪਣੇ ਨਫੇ ਨੁਕਸਾਨ ਦੀ ਖਬਰ ਨਹੀਂ ਇਹਨੂੰ। ਜਦ ਅਸੀਂ ਨਿਆਣੇ ਨੂੰ ਸਮਝਾਉਂਦੇ ਹਾਂ, ਕਿਸੇ ਬੱਚੇ ਨੂੰ ਸਮਝਾਉਂਦੇ, ਪੜ੍ਹਦਾ ਨਹੀਂ ਹੈ, ਉਹਨੂੰ ਕਹਿੰਦੇ ਭਾਈ ਤੇਰਾ ਨੁਕਸਾਨ ਹੈ, ਸਾਡਾ ਤਾਂ ਹੈ ਨਹੀਂ। ਲੇਕਿਨ ਉਹਨੂੰ ਉਹੀ ਚੰਗਾ ਲੱਗਦਾ, ਉਹਨੂੰ ਨੁਕਸਾਨ ਹੀ ਚੰਗਾ ਲੱਗਦਾ। ਉਦੋਂ ਇਹੋ ਜਿਹੀ ਗੱਲ ਸਾਡੀ ਹੈ, ਇਹੋ ਜਿਹੀ ਗੱਲ ਹੈ। ਨੁਕਸਾਨ ਚੰਗਾ ਲੱਗਦਾ, ਸੰਸਾਰ ਨਾਲ ਜੁੜਿਆ ਹੋਇਆ।
ਆਪਣੇ ਨਫੇ ਦਾ ਪਤਾ ਹੀ ਨਹੀਂ, ਤੂੰ ਆਇਆ ਕੀ ਕਰਨਾ ਇਹਦਾ ਪਤਾ ਹੀ ਨਹੀਂ। ਲਾਹਾ ਲੈਣ ਆਇਆ ਹੈ, ਗੁਰਬਾਣੀ ਯਾਦ ਕਰਾਉਂਦੀ ਹੈ ਪ੍ਰਾਣੀ ਤੋਂ ਆਇਆ ਉਹ ਲਾਹਾ ਲੈਣ, ਉਹਦਾ ਤਾਂ ਗਿਆਨ ਨਹੀਂ ਹੈ। ਹਾਂਜੀ, ਕਹੂੰ ਪੂਰਨ ਭਗਤ ਹੋ, ਕਹੋ ਪੂਰਨ ਭਗਤ ਹੋ, ਕਿਤੇ ਪੂਰਨ ਭਗਤ, ਪੂਰੀ ਭਗਤੀ ਚ ਪੂਰਾ ਨਿਪੁੰਨ, ਭਗਤੀ ਪੂਰੀ ਕਰ ਚੁੱਕੇ ਹਾਂ। ਕਹੂੰ ਵੇਦ ਰੀਤ, ਕਹੂੰ ਵਿਦਿਆ ਕੀ ਪ੍ਰਤੀਤ, ਕਹੂੰ ਵੇਦ ਰੀਤ, ਕਿਤੇ ਵੇਦ ਰੀਤ ਅਨੁਸਾਰ ਚੱਲਦਾ ਹੈ, ਕਹੂੰ ਵਿਦਿਆ ਕੀ ਪ੍ਰਤੀਤ, ਔਰ ਵਿਦਿਆ ਦੀ ਪ੍ਰਤੀਤ ਵੀ ਹੈ, ਵਿਦਿਆ ਦੀ ਸਮਝ ਵੀ ਹੈ। ਕਹੂੰ ਨੀਤ ਔ ਅਨੀਤ, ਕਹੋ ਨੀਤ ਔਰ ਅਨੀਤ, ਰੀਤ ਨੀਤ ਦਾ ਵੀ ਗਿਆਨ ਹੈ। ਇੱਕ ਨਿਤ ਹੁੰਦਾ ਹੈ, ਇੱਕ ਅਨਿਤ ਹੁੰਦਾ। ਅਨਿਤ ਹੈ ਹਮੇਸ਼ਾ ਨਹੀਂ ਰਹਿਣ ਵਾਲਾ, ਨਿਤ ਹੁੰਦਾ ਹੈ ਹਮੇਸ਼ਾ ਰਹਿਣ ਵਾਲਾ। ਇਹ ਸਮਝ ਹੈ ਕਿਹੜੀ ਚੀਜ਼ ਹਮੇਸ਼ਾ ਰਹਿਣ ਵਾਲੀ ਹੈ। ਸੱਚਾ ਝੂਠ ਦਾ ਗਿਆਨ ਹੈ, ਇਹ ਕਹਿ ਲੋ ਸੱਚਾ ਝੂਠ ਦਾ ਗਿਆਨ, ਨੀਤ ਔਰ ਅਨੀਤ। ਕਹੂੰ ਜਵਾਲਾ ਸੀ ਜਗਤ ਹੋ, ਕਹੂੰ ਜਵਾਲਾ ਸੀ ਜਗਤ ਹੋ, ਕਿਤੇ ਬੜਾ ਪ੍ਰਚੰਡ ਗਿਆਨ ਹੈ ਅੰਦਰ, ਪ੍ਰਚੰਡ ਗਿਆਨ ਦੀ ਅਵਸਥਾ 'ਚ ਬੈਠਾ ਕਿਤੇ, ਪੂਰਨ ਪ੍ਰਤਾਪ, ਪ੍ਰਚੰਡ ਗਿਆਨ ਦੀ ਅਵਸਥਾ। ਹਾਂ, ਪੂਰਨ ਪ੍ਰਤਾਪ, ਕਹੂੰ ਇਕਾਂਤੀ ਕੋ ਜਾਪ, ਕਿਤੇ ਪੂਰਨ ਪ੍ਰਤਾਪ ਹੈ, ਪੂਰਾ ਚਿਹਰੇ ਦੇ ਉੱਤੇ। ਉਹ ਕਹਿੰਦੇ ਬਈ ਅਸੀਂ ਗਏ ਦਰਸ਼ਨ ਦੇਖ ਕੇ ਨਿਹਾਲ ਹੋ ਗਏ, ਦਰਸ਼ਨ ਦੇਖਦੇ ਪਈ ਨਿਹਾਲ। ਪੂਰਨ ਪ੍ਰਤਾਪ, ਕਹੂੰ ਇਕਾਂਤੀ ਕੋ ਜਾਪ, ਕਿਤੇ ਕੱਲਾ ਬੈਠਾ ਜਾਪ ਕਰੀ ਜਾਂਦਾ, ਦੁਨੀਆ ਤੋਂ ਪਰੇ ਜਾ ਕੇ ਉੱਥੇ ਜੀ ਲੱਗਿਆ ਜਾਪ ਦੇ ਵਿੱਚ, ਉੱਥੇ ਆਨੰਦ ਹੈ। ਦੁਨੀਆ ਤੋਂ ਅਲੱਗ ਜੀ ਨਹੀਂ ਲੱਗਦਾ ਕਿਸੇ ਦਾ, ਪਰ ਉੱਥੇ ਬੈਠਾ ਕਹਿੰਦਾ ਮੇਰਾ ਤਾਂ ਇੱਥੇ ਜੀ ਲੱਗਦਾ। ਇਕਾਂਤ ਹੋ ਕੇ ਜਾਪ ਕਰ ਰਹੇ ਹਾਂ। ਕਹੂੰ ਤਾਪ ਕੋ ਅਤਾਪ, ਕਹੂੰ ਤਾਪ ਕੋ ਅਤਾਪ, ਜਿਹੜਾ ਤਾਪ ਹੈ ਨਾ ਚਿੰਤਾ ਮੈਂ, ਉਹਦਾ ਇਲਾਜ ਕਰ ਰਹੇ ਹਾਂ, ਅਤਾਪ ਕਰ ਰਹੇ ਹਾਂ, ਉਤਾਰ ਰਹੇ ਹਾਂ, ਚਿੰਤਾਵਾਂ ਨੂੰ ਲਾ ਰਹੇ ਹਾਂ ਥੱਲੇ। ਤਾਪ ਕੋ ਅਤਾਪ ਯਾਨੀ ਆਪਣੇ ਆਪ ਨੂੰ ਸ਼ਾਂਤ ਕਰਨਾ, ਮਨ ਨੂੰ ਸ਼ਾਂਤ ਕਰਨਾ। ਕਹੂੰ ਜੋਗ ਤੇ ਡਿਗਤ ਹੋ, ਕਿਤੇ ਜੋਗ ਦੇ ਉੱਤੇ ਚੜਿਆ ਹੋਇਆ ਸਿਗਰੋਂ ਥੱਲੇ ਡਿੱਪੇ ਨੇ, ਕਿਤੇ ਸਿਗਲ ਦੇ ਡੰਡੇ ਤੇ ਚੜ ਕੇ ਫੇਰ ਡਿੱਪੇ ਨੇ, ਉੱਪਰ ਚੜ ਕੇ ਡਿੱਪੇ ਨੇ, ਕਿਤੇ ਜੋਗ ਤੋਂ ਕਿਤੇ ਡਿੱਗ ਪਏ ਨੇ। ਉਹ ਕਹਿੰਦੇ ਕੀ ਹੈ ਸਾਰਾ ਚੱਕਰ ਸੰਸਾਰ ਦਾ, ਸਮਝ ਨਹੀਂ ਆ ਰਹੀ ਕੀ ਹੋ ਰਿਹਾ। ਦੀਨਾ ਸਭ ਕੁਝ ਸਾਹਮਣੇ ਹੀ ਹੈ, ਕੌਣ ਕਿੱਥੋਂ ਡਿੱਗ ਪੈਣਾ ਹੈ, ਕੌਣ ਕਿੱਥੇ ਚੜ ਜਾਣਾ ਹੈ, ਪਿੱਛੇ ਅੱਗੇ ਕਿਹਨੇ ਨਿਕਲ ਜਾਣਾ। ਗੁਰੂ ਨਾਨਕ ਨੇ ਵੀ ਇਹੀ ਕਿਹਾ, ਇਹ ਵੀ ਆਖਰ ਜਾਪ ਹੀ ਕਿਸੇ ਆਣੇ ਰਾਸ, ਕਿਹੜੀ ਗੱਲ ਕਿਹਨੂੰ ਰਾਸ ਆ ਜਾਣੀ ਹੈ ਕੋਈ ਪਤਾ ਨਹੀਂ। ਕਹੂੰ ਬਰ ਦੇਤ, ਕਹੂੰ ਛਲ ਸਿਓ ਛਨਾਏ ਲੇਤ, ਕਿਤੇ ਕਹਿੰਦੇ ਵਰ ਦੇ ਦੇਣਾ ਕੋਈ ਚੀਜ਼ ਕਿਸੇ ਨੂੰ, ਉਹ ਮੰਗੀ, ਕਹੂੰ ਛਲ ਸਿਓ ਛਨਾਏ ਕਿਤੇ ਲੇਤ, ਛਾਲ ਤੋਂ ਸੁਣਾਏ ਲੈ, ਕਿਤੇ ਜੇ ਛਾਲਾ ਜਾਂਦਾ ਉਹਦੇ ਅੰਦਰ ਉਹ ਤਾਂ ਖੋਲ ਲੈਣਾ। ਛਨਾਏ ਲੇਤ, ਛਾਲ ਤੋਂ ਆਪ ਨਹੀਂ ਛਾਲ ਕਰਦਾ, ਛਾਲ ਉਹ ਕਰਦਾ। ਜੇ ਕਿਸੇ ਨੂੰ ਚੀਜ਼ ਦੇਤੀ ਉਹ ਛਾਲ ਕਰਨ ਲੱਗ ਗਿਆ ਲੋਕਾਂ ਨੂੰ, ਉਹ ਤੇ ਵਾਪਸ ਲੈਣ ਖੋਲ ਲੈਣ। ਕੋਈ ਛਾਲ ਆ ਗਿਆ ਨਾ ਉਹਦੇ ਵਿੱਚ, ਕਹੂੰ ਛਲ ਸਿਓ ਛਨਾਏ ਲੇਤ, ਨਿਰਛਲ ਹੈ ਇਹ, ਨਿਸਕਪਟ ਹੈ, ਜਿਹੜਾ ਨਿਸਕਪਟ ਗਿਆਨ ਹੈ। ਜੇ ਕਪਟ ਆ ਜਾਏ ਗਿਆਨ ਨਾਸ ਹੋ ਜਾਂਦਾ ਹੈ। ਕਹੂੰ ਬਰ ਦੇਤ, ਕਹੂੰ ਛਲ ਸਿਓ ਛਨਾਏ ਲੇਤ, ਹਾਂ, ਸਰਬ ਕਾਲ ਸਰਬ ਠੌਰ ਏਕ ਸੋ ਲਗਤ ਹੋ, ਮੈਨੂੰ ਤਾਂ ਸਰਬ ਕਾਲ ਦੇ ਵਿੱਚ ਹਮੇਸ਼ਾ ਹਰੇਕ ਜਗ੍ਹਾ ਹਮੇਸ਼ਾ ਇੱਕੋ ਜਿਹਾ ਹੀ ਲੱਗਦਾ, ਏਕ ਸੇ ਲਗਤ ਹੋ, ਇੱਕੋ ਜਿਹਾ ਲੱਗਦਾ ਮੈਨੂੰ। ਕੋਕ ਦੀ ਕਹਾਣੀ 'ਚ ਵੀ ਉਹ ਜਿਹਾ ਹੀ ਲੱਗਦਾ, ਵਿਦਿਆ ਕਾ ਵਿਚਾਰੀ ਵੀ ਉਹ ਜਿਹਾ ਹੀ ਲੱਗਦਾ, ਛਤਰਧਾਰੀ ਵੀ ਉਹ ਜਿਹਾ ਹੀ ਲੱਗਦਾ ਹੈ, ਤਾਂ ਇੱਕੋ ਹੀ ਨਾ। ਮੈਂ ਆਤਮਾ ਨੂੰ ਦੇਖ ਰਿਹਾ, ਆਤਮਾ ਨੂੰ, ਆਤਮਾ ਉਹੀ ਹੈ, ਕਰਦੀ ਕੀ ਹੈ ਅਲੱਗ ਗੱਲ ਹੈ, ਉਹਨਾਂ ਨੂੰ ਫੜ ਕੇ ਮੈਨੂੰ ਉਹ ਅਲੱਗ ਗੱਲ ਹੈ। ਜਿਹਨੇ ਆਤਮਾ ਦੇਖਣੀ ਮੇਰੀ ਸੂਈ ਆਤਮਾ ਤੇ, ਮੇਰੀ ਸੂਈ ਉਹਦੇ ਕਰਮ ਤੇ ਨਹੀਂ ਹੈ, ਮੇਰੀ ਸੂਈ ਕਿਸੇ ਦੇ ਕਰਮ ਤੇ ਨਹੀਂ, ਮੇਰੀ ਸੂਈ ਆਤਮਾ ਤੇ, ਉਹਦੀ ਸੋਚ ਤੇ। ਏਕ ਸੇ ਲਗਤ ਹੋ, ਸਰਬ ਕਾਲ ਸਰਬ ਠੌਰ ਏਕ ਸੇ ਲਗਤ ਹੋ। ਉਹ ਜਿਹੜੇ ਪੜ੍ਹਦੇ ਨੇ ਜਾਂ ਲਿਖ ਰਹੇ ਨੇ, ਜੋ ਕੁਝ ਕਰ ਰਹੇ ਨੇ, ਚਾਹੇ ਉਹ ਕਿਸੇ ਦੀ ਸਾਖੀ ਲਿਖ ਰਹੇ ਨੇ, ਸਾਖੀਆਂ ਤਾਂ ਏਦਾਂ ਹੀ ਬਣਾਇਆ ਉਹਨਾਂ ਨੇ। ਬਹੁਤ ਬੜੀ ਗੱਲ ਹੈ, ਇੱਕ ਰਾਜਾ ਹੈ, ਉਹ ਰਾਜਾ
ਕਿੱਡਾ ਬੜਾ ਅਨਿਆਏ ਕਰ ਰਿਹਾ ਹੈ, ਉੱਤੇ ਹੋ ਰਿਹਾ ਹੈ, ਗਲਤੀ ਨਾ ਹੋ ਰਿਹਾ ਉੱਤੇ ਵੀ। ਰਾਜਾ ਨੋਇੰਗਲੀ ਨਹੀਂ, ਜਾਣ ਕੇ ਨਹੀਂ ਕਰ ਰਿਹਾ, ਰਾਜੇ ਨੂੰ ਮਿਸਗਾਈਡ ਕੀਤਾ। ਰਾਜੇ ਕੋ ਪਾਵਰ, ਉਹਨੇ ਆਪਣੇ ਮੁੰਡੇ ਨੂੰ ਸਜ਼ਾਏ ਮੌਤ ਦੇ ਦਿੱਤੀ, ਵਜ਼ੀਰ ਉਹਨੂੰ ਬਚਾ ਰਿਹਾ। ਗਰਾਊਂਡ ਇਹ ਲਈ ਹੈ ਵੀ ਉਤਰੀਆ ਨੇ ਉਹਨੂੰ ਮੂਰਖ ਬਣਾਇਆ ਹੈ, ਰਾਜੇ ਨੂੰ ਚਰਿੱਤਰ ਖੇਲਿਆ ਰਾਜੇ ਨਾਲ। ਕਸੂਰ ਆਪਣਾ ਵਰਤਾ, ਉਹਦੇ ਤੇ ਆਪਣਾ ਕਸੂਰ ਉਹਦੇ ਤੇ ਵਰਤਾ। ਮੌਤ ਦੀ ਸਜ਼ਾ ਦੀ ਹੱਕਦਾਰ ਆਪ ਸੀ, ਉਹਨੂੰ ਦਵਾਤੀ ਸਜ਼ਾ, ਮੁੰਡੇ ਨੂੰ ਸਜ਼ਾ ਦਵਾਤੀ। ਜਿਹੜਾ ਸੱਚਾ ਸੁੱਚਾ ਸੀ, ਆਪ ਗਿਰੀ ਹੋਈ ਤੇ ਆਪ ਬਰੀ ਹੋ ਗਈ। ਕਿੱਡਾ ਬੜਾ ਕੇਸ ਹੈ। ਉਸ ਕੇਸ ਦੇ ਵਿੱਚੋਂ ਮੰਤਰੀ ਰਾਜੇ ਨੂੰ ਜਗਾ ਰਿਹਾ। ਰਾਜਾ ਉਹਨਾਂ ਜੋ ਹੈ ਜੋਰਾਂ ਕਾ ਕਹਾ ਪੁਰਖ ਕਮਾਮ ਦੇ, ਉਹਨਾਂ ਚੋਂ ਹੈ ਰਾਜਾ। ਜੇ ਕਮਾਉਂਦੇ ਨੇ ਉਹ ਕੀ ਕਰ ਦਿੰਦੇ ਹੁੰਦੇ ਨੇ, ਇਹ ਗਰਾਊਂਡ ਹੈ ਉਹਦੀ। ਕਿੰਨਾ ਅਨਿਆਂ ਹੋ ਸਕਦਾ ਆਦਮੀ ਤੋਂ, ਕਿਸੇ ਤੋਂ ਵੀ, ਇਹ ਗਰਾਊਂਡ ਹੈ। ਜਿਹਨੇ ਅਵਤਾਰ ਪਹਿਲਾਂ ਨੇ 24, ਉਹਦੇ ਬਾਅਦ ਦੀ ਗੱਲ। ਕੋਈ ਕੁਦਰਤ ਹੋ ਜਾਏ, ਕੋਈ ਐਸਾ ਹੀ ਹੋ ਜਾਏ ਚਾਂਸ। ਹੁਣ ਰਣਜੀਤ ਸਿੰਘ ਦੇ ਰਾਜਾ ਹੋਏ ਗਿਆ ਸੀ, ਜੇ ਭਲਾ ਰਣਜੀਤ ਸਿੰਘ ਦੀ ਬਜਾਏ ਰਾਜਾ ਅਕਾਲੀ ਫੂਲਾ ਸਿੰਘ ਹੁੰਦਾ, ਉਹ ਆਪ ਬਹਿੰਦਾ ਤਖਤ ਤੇ। ਗਲਤੀ ਕੀਤੀ ਉਹਨੇ, ਤਖਤ ਤੇ ਨਹੀਂ ਬੈਠਿਆ। ਉਹਨੂੰ ਤਾਂ ਸਾਰੇ ਰਜਾਮੰਦੀ ਨਾਲੇ ਬਿਠਾ ਦਿੰਦੇ। ਯਾਰ ਰਾਜ ਲੈਂਦਾ ਨਾ, ਨਹੀਂ ਆਪ ਬਹਿੰਦਾ। ਗਲਤੀ ਉਹਦੀ ਇਹ, ਜਾਂ ਤਾਂ ਲੈਂਦਾ ਨਾ, ਇਹ ਆਪ ਬਹਿੰਦਾ। ਸਾਰਿਆਂ ਦਾ ਇਕੱਠਾ ਕਰਕੇ ਸੰਮਤੀ ਨਾਲ ਗੱਲ ਕਰਿਆ ਕਰਦੇ ਸਾਰੀ। ਨਾ ਅੰਗਰੇਜ਼ ਆਉਂਦੇ, ਨਾ ਇਹ ਅੱਡ ਹੁੰਦੇ। ਸਾਰਿਆਂ ਦੀ ਮੀਟ ਇਕੱਠੇ ਕਰਕੇ, ਸਾਰੇ ਸਲਾਹ ਕਰਕੇ ਸਾਰੇ ਕੰਮ ਕਰਦੇ। ਸਲਾਹ ਨਾਲ ਫੁੱਟੇ ਨਹੀਂ ਸੀ ਪੈਂਦੀ। ਉਹ ਦੂਏ ਪਾਸੇ ਚੱਲ ਗਏ। ਅਸੀਂ ਇੱਕ ਇਹ ਵੀ ਕਹਿੰਦੇ ਮੁਰਦਾ ਭਗਤ ਵੀ ਹੁੰਦੇ ਨੇ, ਲੇਕਿਨ ਭਗਤ ਨਿਰਾ ਮੁਰਦਾ ਵੀ ਨਹੀਂ ਚਾਹੀਦਾ। ਅਸੀਂ ਤਾਂ ਕਮ ਸੇ ਕਮ ਮੁਰਦੇ ਭਗਤ ਨਹੀਂ, ਸਾਡੇ ਕੋਲ ਤਾਂ ਸ਼ਸਤਰ ਨੇ, ਤਲਵਾਰਾਂ ਨੇ। ਛਤਰੀ ਤਾਂ ਤੁਹਾਨੂੰ ਥੱਲੇ ਨਹੀਂ ਡੇਗਿਆ ਉਹਨਾਂ ਨੇ। ਉਹਨੇ ਕਿਹਾ 70 ਸਭੇ ਕਰਤ ਵਿਪਰਨ। ਛਤਰੀ ਦਾ ਕੰਮ ਹੈ, ਰਾਜ ਕਰ ਸਕਦਾ ਹੈ ਉਹ, ਜੇ ਪਾਵਰ ਆ ਜਾਵੇ। ਇਹ ਤਾਂ ਰਾਜ ਲੈਂਦਾ ਨਾ, ਇਹਨਾਂ ਨੂੰ ਕਰਨਾ ਦਿੰਦਾ, ਇਹ ਕਰਦਾ ਤਾਂ ਆਪ ਕਰਦਾ। ਇਹ ਗਲਤੀ ਸੀ। ਨਾ ਮੂਰਤੀਆਂ ਆਉਂਦੀਆਂ ਉੱਥੇ, ਨਾ ਥੱਲੇ ਆਉਂਦਾ ਕੁਛ ਵੀ। ਪਰ ਸਾਰੇ ਜਿਹੜੇ ਦੂਏ ਰਿਆਸਤਾਂ ਵਾਲੇ ਦੇ ਨਾਲ ਰਣਜੀਤ ਸਿੰਘ ਕੀ ਕਰ ਲੈਂਦਾ ਗੱਲਾਂ। ਰਣਜੀਤ ਸਿੰਘ ਨੂੰ ਪਾਵਰਫੁਲ ਬਣਾਉਣਾ ਗਲਤੀ ਸੀ ਉਹਦੀ। ਹੁਣ ਫਰਕ ਤਾਂ ਉਹੀ ਆਪੇ ਬਹਿ ਜਾਂਦਾ, ਆਪ ਉਹਨੂੰ ਕੋਈ ਮਿਸਗਾਈਡ ਕਰ ਦਿੰਦਾ। ਉਹਦੇ ਵਾਸਤੇ ਹੈ ਇਹ। ਐਸੀ ਪੋਜੀਸ਼ਨ ਚਲੇ ਜਾਓ ਤਾਂ ਐ ਬਚ ਕੇ, ਇਹਨਾਂ ਗੱਲਾਂ ਤੇ ਤੁਸੀਂ ਬਚ ਕੇ ਵੀ ਰਹਿਣਾ। ਇਹ ਪੱਖ ਵੀ ਹੈ, ਸਾਡੇ ਵਾਸਤੇ ਢਾਲ ਹੈ। ਜਦ ਤਲਵਾਰ ਚਲਾਉਣ ਜਾਂਦਾ ਨਾ ਦੂਏ ਨਾਲ, ਫਿਰ ਢਾਲ ਦੀ ਲੋੜ ਪੈਂਦੀ ਹੈ। ਦੂਏ ਨਾਲ ਬਰਾਬਰ ਵਾਲੇ ਨਾਲ ਲੜੂਗਾ, ਫਿਰ ਤਾਂ ਢਾਲ ਦੀ ਲੋੜ ਪੈਣੀ ਹੈ। ਉਹਨੇ ਵੀ ਤਾਂ ਮਾਰਨੀ ਹੈ ਨਾ। ਜਿੰਨਾ ਚਿਰ ਅਸੀਂ ਗਿਆਨ ਸਿੱਖਣਾ, ਆਪ ਆਪਣਾ ਮਨ ਜਿੱਤਣਾ, ਉਹਨਾਂ ਚਿਰ ਢਾਲ ਦੀ ਬਿਲਕੁਲ ਲੋੜ ਨਹੀਂ ਹੈ। ਆਦਿ ਗੁਰੂ ਗ੍ਰੰਥ ਸਾਹਿਬ ਨਾਲ ਅਸੀਂ ਆਪਣਾ ਮਨ ਜਿੱਤਣਾ, ਪਹਿਲਾਂ ਕੋਈ ਢਾਲ ਦੀ ਲੋੜ ਨਹੀਂ ਤੁਹਾਨੂੰ। ਇਸ ਕਰਕੇ ਇਹਨਾਂ ਲੋਕਾਂ ਨੂੰ ਅਨਸੈਸਰੀ ਲੱਗਦਾ। ਉਹ ਤੁਸੀਂ ਆ ਮਨ ਜਿੱਤ ਲਿਆ ਆਪਣਾ, ਫਿਰ ਤੁਸੀਂ ਦੂਜਿਆਂ ਨੂੰ ਮੈਦਾਨ 'ਚ ਤੁਰਨਾ, ਫਿਰ ਮੈਦਾਨ 'ਚ ਨਿਕਲਣਾ। ਉਦੋਂ ਢਾਲ ਦੀ ਲੋੜ ਹੈ। ਜਾਂ ਲੜਨ ਨਿਕਲਣਾ, ਫਿਰ ਢਾਲ ਦੀ ਲੋੜ ਹੈ। ਜਦ ਮੈਦਾਨ 'ਚ ਜਾਣਾ, ਲੜਨ ਵਾਸਤੇ ਜਾਣਾ, ਫਿਰ ਤਾਂ ਢਾਲ ਦੀ ਲੋੜ ਹੈ। ਉਹਨਾਂ ਵਾਸਤੇ ਜਿਨ੍ਹਾਂ ਨੇ ਲੜਨ ਜਾਣਾ, ਜਿਨ੍ਹਾਂ ਨੇ ਜੰਗ ਲੜਨੀ ਹੈ ਮੂਹਰੇ ਹੋ ਕੇ, ਧਰਮ ਦੀ ਜੰਗ ਲੜਨੀ ਹੈ। ਜੋ ਗੁਰੂਆਂ ਨੇ ਲੜੀ ਨਹੀਂ, ਧਰਮ ਦੀ ਜੰਗ ਲੜੀ ਹੈ, ਮੂਹਰੇ ਆਪੇ ਹੋ ਕੇ ਲੜੀ ਹੈ। ਉਹਨਾਂ ਨੇ ਹੈ ਤਾਂ ਇਹ ਦੂਈਓ ਜੰਗ, ਸ਼ਬਦਕ ਜੰਗ ਹੈ। ਪਰ 2 ਪੇਜ ਤਾਂ ਠੰਡੀ ਜੰਗ 'ਚ ਵੀ ਹੁੰਦੇ ਹੀ ਨੇ। ਇਹ 2 ਪੇਜ ਨੇ ਠੰਡੀ ਜੰਗ ਦੇ। ਠੰਡੀ ਜੰਗ ਦੇ 2 ਪੇਜ ਨੇ।
ਉਹ ਸਾਰੇ ਸਿਖਾਤੇ ਤੁਹਾਨੂੰ 2 ਪੇਜ। ਪੂਰੀ ਸ੍ਰਿਸ਼ਟੀ ਦੀ ਨੌਲੇਜ 3 ਲੋਕ ਦੀ, ਇਹ ਤੇ ਬਿਨਾਂ ਅਧੂਰੀ ਹੈ। ਇਹ ਵੀ ਇੱਕ ਪੱਖ ਹੈ। ਤ੍ਰਿਆ ਚਰਿੱਤਰ ਸੰਸਾਰ ਦੀ ਉਤਪਤੀ ਦਾ ਪੱਖ ਹੈ। ਸੰਸਾਰ ਨੂੰ ਸਮਝੇ ਬਿਨਾਂ ਸੰਸਾਰ ਨੂੰ ਛੱਡ ਨਹੀਂ ਸਕਦੇ। ਸੰਸਾਰ ਨੂੰ ਛੱਡਣ ਵਾਸਤੇ ਸੰਸਾਰ ਦੀ ਡੀਪ ਨੌਲੇਜ ਚਾਹੀਦੀ ਹੈ। ਇਹ ਚੋਂ ਲੱਭਣ ਨੂੰ ਕੁਝ ਵੀ ਨਹੀਂ ਹੈ। ਇਹ ਚ ਲੱਭਣ ਨੂੰ ਕੀ ਹੈ? ਕੁਛ ਨਹੀਂ। ਮਾਇਆ ਚ ਲੱਭਣ ਨੂੰ ਕੁਝ ਨਹੀਂ ਹੈ। ਜੇ ਇਹਦਾ ਯਕੀਨ ਆ ਜੂ, ਜਿਹਨੂੰ ਇਹਦਾ ਯਕੀਨ ਆ ਗਿਆ ਉਹ ਛੱਡ ਦੂਗਾ। ਜਿੰਨਾ ਚਿਰ ਯਕੀਨ ਨਹੀਂ ਹੁੰਦਾ ਨੂੰ ਛੱਡਦਾ ਨਹੀਂ। ਯਕੀਨ ਹੈ ਦੁਆਰੇ ਹੀ ਬਣੀ ਵਿਦਿਆ ਕੀ ਪ੍ਰਤੀਤ ਇਹ ਹੈ ਨਾ, ਇੱਕ ਪੱਖ ਹੈ। ਪਰ ਪੱਖ ਉਦੋਂ ਹੈ ਜਦੋਂ ਪਹਿਲਾਂ ਉਹ ਪੂਰਾ ਹੋ ਜਾਵੇ। ਅਵਤਾਰ ਵੀ ਪਹਿਲਾਂ ਪੜ੍ਹਾਏ ਨੇ, ਅਕਾਲ ਉਸਤਤ ਵੀ ਪਹਿਲਾਂ ਪੜ੍ਹਾਤੀ ਹੈ। ਆਦ ਤੋਂ ਬਾਅਦ ਚਿੱਡੀ ਚਰਿੱਤਰ ਵੀ ਪੜ੍ਹਾਤੇ ਨੇ, ਉਹਦੇ ਬਾਅਦ ਰੱਖਿਆ ਸਾਰਿਆਂ ਦੇ। ਇੰਨਾ ਪੱਕਾ ਕਰਤਾ ਉਹਨੂੰ, ਇੰਨਾ ਮਜ਼ਬੂਤ ਕਰਤਾ ਕਿ ਉਹ ਉਸ ਦ੍ਰਿਸ਼ਟੀਕੋਣ ਤੋਂ ਦੇਖੂਗਾ। ਸਾਧੋ ਰਚਨਾ ਰਾਮ ਬਣਾਈ। ਸਾਧ ਬਣਾਤਾ ਪਹਿਲਾਂ ਹੀ। ਉਹ ਜਿਵੇਂ ਸੰਨਿਆਸੀ ਸੀ ਨਾ, ਉਹਨੇ ਕੰਨੇ ਤੇ ਜਾ ਕੇ ਪਾਰ ਕਰਕੇ ਉਹ ਕਹਿੰਦਾ ਉਹ ਜਿਹਾ ਬਣਾਤਾ। ਉਸ ਅਵਸਥਾ ਦੇ ਵਿੱਚ ਇਹਨਾਂ ਨੂੰ ਪੜ੍ਹਨਾ ਚਾਹੀਦਾ। ਪਹਿਲਾਂ ਇਹਨਾਂ ਨੂੰ ਕੋਈ ਡਾਕਟਰ ਕਹਿੰਦਾ, ਇਹਨੂੰ ਕਿਹਨੇ ਕਿਹਾ ਵੀ ਤੁਸੀਂ ਪੜ੍ਹੋ? ਕੋਈ ਤਾਂ ਕਹਿੰਦਾ ਨਹੀਂ ਪੜ੍ਹੋ। ਇਹ ਰੌਲਾ ਕਾਹਦੇ ਪਾਉਂਦੇ ਨੇ? ਜੇ ਤਾਂ ਕਹੇ ਵੀ ਜ਼ਬਰਦਸਤੀ ਪੜ੍ਹੋ ਬਈ ਤੁਸੀਂ ਜ਼ਰੂਰ ਪਹਿਲਾਂ, ਫਿਰ ਤਾਂ ਰੌਲਾ ਪਾਉ ਵੀ ਸਾਨੂੰ ਜ਼ਬਰਦਸਤੀ ਪੜ੍ਹਾਉਂਦੇ ਨੇ। ਅਸੀਂ ਤਾਂ ਕਹਿੰਦੇ ਤੁਸੀਂ ਆਦ ਵੀ ਛੱਡ ਜਾਓ, ਸਿੱਖੀ ਵੀ ਛੱਡ ਜਾਓ, ਕੋਈ ਲੋੜ ਹੈ। ਜਿਹਨੇ ਘੱਟ ਹੋਣ ਉਹਨੇ ਚੰਗਾ ਹੈ।